नमस्कार, सत श्री अकाल, आदाब दोस्तों। मैं हाँ मनीष बेला तो तुसी देख रहे हो चढ़दी कला टाइम टीवी ते प्रोग्राम प्राइम टाइम चर्चा। सो शाम का समा हो चलिया, असी एक चर्चा प्रोग्राम लैके हाजिर होए हैं जिसनों दुनिया भर दे विच इस वेले तुसी वेख रहे हो। इस प्रोग्राम नूं सीधे तौर ते अमरीका दे विच तुसी डिश टीवी अते स्लिंग टीवी दे उत्ते इहदा सीधा प्रसारण दे रहे हो। कनेडा दे विच वख-वख केबल के माध्यम राहीं तुसी इस प्रोग्राम का लाइव प्रसारण जिहड़ा वो देख रहे हो। तो दुनिया भर दे विच इस प्रोग्राम नूं आस्ट्रेलिया, न्यूजीलैंड अते इंडिया दे विच भी तुसी इसनूं सोशल मीडिया यानी फेसबुक अते यूट्यूब ते लाइव प्रोग्राम देख रहे हो। दुनिया भर दे विचों तुहाडीआं आवाज़ां, तुहाडे होके, तुहाडे वल्लों दित्ते सुझावां दा वेलकम हैगा। तुसी अपने सुझाव सानूं जिहड़ा सोशल मीडिया दे राहीं भेज सकदे हो। जेकर तुसी अमरीका ते कनेडा दे विच वसदे हो, तुसी टैलीफोन ते जिहड़ा तुहाडी टीवी स्क्रीन दे उत्ते आ रहा है ਉਹਦੇ ਉੱਤੇ कॉल करके तुसी अपने विचारां दी सांझ ਸਾਡੇ ਨਾਲ ਪਾ ਸਕਦੇ ਹੋ। ਸੋ ਹਰ ਇੱਕ ਤਰੀਕੇ ਨਾਲ ਇਹ ਪ੍ਰੋਗਰਾਮ ਤੁਹਾਡਾ ਹੈਗਾ ਅਤੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਖੁੱਲ੍ਹ ਕੇ ਸਵਾਗਤ ਹੈ। ਅੱਜ ਦੇ ਇਸ ਆਪਾਂ ਅੰਕੜੇ ਦੀ ਜਦੋਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਕਿਉਂਕਿ ਕਰੋਨਾ ਵਾਇਰਸ ਦੀ ਗੱਲ ਕਰਨੀ ਜਿਹੜੀ ਅੱਜ ਬਹੁਤ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਜਿੰਨੀਆਂ ਵੀ ਖਬਰਾਂ ਇਸ ਵੇਲੇ ਆ ਰਹੀਆਂ ਨੇ ਉਹ ਕਰੋਨਾ ਵਾਇਰਸ ਦੇ ਨਾਲ ਹੀ ਸੰਬੰਧਿਤ ਹੁੰਦੀਆਂ ਨੇ। ਦੁਨੀਆ ਭਰ ਦੇ ਵਿੱਚ ਇਸ ਵੇਲੇ ਅਗਰ ਗੱਲ ਕੀਤੀ ਜਾਵੇ ਤਾਂ ਤਕਰੀਬਨ 25,54,568 ਕੇਸ ਜਿਹੜੇ ਨੇ ਉਹ ਸਾਡੇ ਸਾਹਮਣੇ ਹੈਗੇ ਨੇ। ਦੁਨੀਆ ਭਰ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ 1,77,402 ਲੋਕਾਂ ਦੇ ਇਸ ਮਹਾਮਾਰੀ ਦੇ ਕਾਰਨ ਮਾਰੇ ਜਾਣ ਦੀ ਖਬਰ ਜਿਹੜੀ ਉਹ ਸਾਡੇ ਸਾਹਮਣੇ ਹੈਗੀ ਹੈ। ਦੁਨੀਆ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਕਰੋਨਾ ਵਾਇਰਸ ਨੇ ਆਤੰਕ ਮਚਾਇਆ ਹੈ ਤਾਂ ਉਹ ਹੈਗਾ ਅਮਰੀਕਾ ਦੇ ਵਿੱਚ। ਅਮਰੀਕਾ ਭਰ ਦੇ ਵਿੱਚ ਹੁਣ ਤੱਕ 8,17,952 ਕੇਸ ਜਿਹੜੇ ਨੇ ਉਹ ਸਾਡੇ ਸਾਹਮਣੇ ਨੇ ਅਤੇ ਪਿਛਲੇ 24 ਘੰਟਿਆਂ ਦੇ ਵਿੱਚ 25,193 ਕੇਸ ਸਾਡੇ ਸਾਹਮਣੇ ਆਏ ਨੇ। ਅਤੇ ਹੁਣ ਤੱਕ ਅਮਰੀਕਾ ਭਰ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ 45,780 ਦੇ ਕਰੀਬ ਜਿਹੜੇ ਲੋਕਾਂ ਦੀ ਜਾਨ ਜਾਣ ਦੀ ਖਬਰ ਜਿਹੜੀ ਹੈ ਸਾਡੇ ਕੋਲ ਹੈਗੀ ਹੈ ਤੇ ਪਿਛਲੇ 24 ਘੰਟਿਆਂ ਦੇ ਵਿੱਚ 2765 ਲੋਕਾਂ ਦੀ ਜਾਨ ਜਾਣ ਦੀ ਜਿਹੜੀ ਉਹ ਖਬਰ ਸਾਡੇ ਕੋਲ ਹੈ। ਇਸ ਤੋਂ ਬਾਅਦ ਸਪੇਨ ਦਾ ਨੰਬਰ ਆਉਂਦਾ ਹੈ, ਸਪੇਨ ਤੋਂ ਬਾਅਦ ਇਟਲੀ ਦਾ ਨੰਬਰ ਆਉਂਦਾ ਹੈ, ਇਟਲੀ ਤੋਂ ਬਾਅਦ ਫਰਾਂਸ ਹੈਗਾ, ਫਰਾਂਸ ਤੋਂ ਬਾਅਦ ਜਰਮਨੀ ਹੈ, ਜਰਮਨੀ ਤੋਂ ਬਾਅਦ ਯੂਕੇ ਹੈਗਾ। ਯੂਕੇ ਦੇ ਵਿੱਚ ਵੀ ਅੱਜ ਤਕਰੀਬਨ 4301 ਨਵਾਂ ਕੇਸ ਜਿਹੜਾ ਉਹ ਸਾਹਮਣੇ ਆਇਆ ਹੈ। ਅਤੇ ਗੱਲ ਕਰਦੇ ਕਰਦੇ ਜਦੋਂ ਆਪਾਂ ਥੱਲੇ ਇੰਡੀਆ ਦੇ ਚਲੇ ਜਾਂਦੇ ਹਾਂ ਤੇ ਇੰਡੀਆ ਦੇ ਵਿੱਚ ਵੀ ਅਗਰ ਗੱਲ ਕੀਤੀ ਜਾਵੇ ਤਾਂ ਕਾਫੀ ਵੱਡੇ ਨੰਬਰ ਜਿਹੜੇ ਨੇ ਉਹ ਸਾਡੇ ਕੋਲ ਇਸ ਵੇਲੇ ਹੈਗੇ ਨੇ। ਇੰਡੀਆ ਦੇ ਵਿੱਚ ਇਸ ਵੇਲੇ ਤਕਰੀਬਨ 20,080 ਕੇਸ ਜਿਹੜੇ ਨੇ ਉਹ ਸਾਡੇ ਕੋਲ ਹੈਗੇ ਨੇ। ਪਿਛਲੇ 24 ਘੰਟਿਆਂ ਦੇ ਵਿੱਚ 1541 ਕੇਸ ਜਿਹੜੇ ਨੇ ਉਹ ਨਵੇਂ ਆਏ ਨੇ। ਹੁਣ ਤੱਕ ਜਿਹੜੇ ਇੰਡੀਆ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਜਿਹੜੇ ਲੋਕਾਂ ਦਾ ਦੇਹਾਂਤ ਹੋਇਆ ਉਹਨਾਂ ਦੀ ਗਿਣਤੀ ਜੇ ਕੀਤੀ ਜਾਵੇ ਤਾਂ 645 ਜਿਹੜੀ ਉਹ ਗਿਣਤੀ ਹੈ। ਪਿਛਲੇ 24 ਘੰਟਿਆਂ ਦੇ ਵਿੱਚ 53 ਲੋਕ ਜਿਹੜੇ ਨੇ ਇੰਡੀਆ ਦੇ ਵਿੱਚ ਖਾਸ ਤੌਰ ਤੇ ਇਹ ਮਹਾਮਾਰੀ ਦੀ ਚਪੇਟ ਦੇ ਵਿੱਚ ਚਲੇ ਗਏ ਨੇ। ਸੋ ਇਹ ਹੁਣ ਤੱਕ ਦੇ ਜਿਹੜੇ ਤੁਹਾਡੇ ਕੋਲ ਅੰਕੜੇ ਹੈਗੇ ਨੇ ਜਿਹੜੇ ਨਾਲ ਦੁਨੀਆ ਭਰ ਦੇ ਵਿੱਚ ਅਸੀਂ ਤੁਹਾਡੇ ਉੱਤੇ ਇੱਕ ਝਾਤ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਬਾਰ-ਬਾਰ ਜਿਹੜੇ ਸਾਨੂੰ ਇਸ ਜਦੋਂ ਵੀ ਅਸੀਂ ਪ੍ਰੋਗਰਾਮ ਕਰਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਕੁਈਨਜ਼ ਨਿਊਯਾਰਕ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹ ਸਾਡੇ ਕੋਲ ਡਾਟਾ ਮੰਗਣ ਦੀ ਕੋਸ਼ਿਸ਼ ਕਰਦੇ ਨੇ ਕਿ ਕਿੰਨਾ ਕੁ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਕੁਈਨਜ਼ ਦੇ ਵਿੱਚ ਹੋਇਆ। ਸੋ ਅੱਜ ਕੁਈਨਜ਼ ਦੇ ਵਿੱਚ ਅਸੀਂ ਖਾਸ ਤੌਰ ਤੇ ਜਿਹੜਾ ਉਹ ਡਾਟਾ ਜਿਹੜਾ ਉਹ ਕੱਢਿਆ ਵੱਖ-ਵੱਖ ਸੋਰਸਿਸ ਦੇ ਰਾਹੀਂ ਸਾਡੇ ਕੋਲ ਜਿਹੜੀ ਡਿਟੇਲ ਆ ਉਹ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਣਾ ਹੈ। ਹੁਣ ਤੱਕ ਅਗਰ ਗੱਲ ਕੀਤੀ ਜਾਵੇ ਤਾਂ ਪੂਰੇ ਅਮਰੀਕਾ ਦੇ ਵਿੱਚ ਤਕਰੀਬਨ ਬਹੁਤ ਵੱਡਾ ਤਰੀਕੇ ਨਾਲ ਜਿਹੜਾ ਉਹ ਨੁਕਸਾਨ ਹੋਇਆ। ਅਗਰ ਨਿਊਯਾਰਕ ਸਿਟੀ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 6,49,325 ਲੋਕਾਂ ਦਾ ਟੈਸਟ ਜਿਹੜਾ ਉਹ ਕੀਤਾ ਗਿਆ ਸੀ, ਜਿਹਦੇ ਵਿੱਚ ਹੁਣ ਤੱਕ 2,51,690 ਕੇਸ ਜਿਹੜੇ ਨੇ ਉਹ ਪੋਜ਼ਿਟਿਵ ਆਏ ਨੇ। ਤਕਰੀਬਨ ਜਿੰਨੇ ਵੀ ਟੈਸਟ ਕੀਤੇ ਗਏ ਨੇ ਹੁਣ ਤੱਕ ਉਹਦੇ 'ਚ 38.8% ਜਿਹੜੇ ਕੇਸ ਨੇ ਉਹ ਪੋਜ਼ਿਟਿਵ ਆਏ ਨੇ। ਕੁਈਨਸ ਜਿਹੜਾ ਹੈਗਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਪਰਿਵਾਰ ਰਹਿੰਦੇ ਨੇ ਉੱਥੇ ਹੁਣ ਤੱਕ 85,330 ਟੈਸਟ ਜਿਹੜੇ ਨੇ ਉਹ ਕੀਤੇ ਗਏ ਸਨ 20 ਤਰੀਕ ਤੱਕ, ਕੱਲ੍ਹ ਦੇ ਤਰੀਕ ਤੱਕ। ਤੇ ਜਿੱਥੇ ਤਕਰੀਬਨ ਜਿਹੜਾ ਹੈ ਉਹ 42,822 ਕੇਸ ਜਿਹੜੇ ਨੇ ਉਹ ਪੋਜ਼ਿਟਿਵ ਆਏ ਨੇ। ਇਹਨਾਂ ਦੇ ਵਿੱਚੋਂ ਜਿਨ੍ਹਾਂ ਦੀ ਅਗਰ ਪਰਸੈਂਟੇਜ ਕੱਢੀ ਜਾਵੇ ਤਾਂ 50.2% ਜਿਹੜਾ ਉਹ ਤੁਹਾਡੇ ਸਾਹਮਣੇ ਜਿਹੜਾ ਉਹ ਅੰਕੜਾ ਪਰਸੈਂਟੇਜ ਦੇ ਵਿੱਚ ਆਉਂਦਾ ਹੈ, ਜਿਹੜਾ ਕਿ ਨਿਊਯਾਰਕ ਸਿਟੀ ਦੇ ਵਿੱਚ ਸਭ ਤੋਂ ਜ਼ਿਆਦਾ ਹੈਗਾ। ਇਸ ਕਰਕੇ ਅਸੀਂ ਬਾਰ-ਬਾਰ ਬੇਨਤੀ ਕਰਦੇ ਹਾਂ ਆਪਣੇ ਪੈਰਾਂ ਨੂੰ ਜਿਹੜਾ ਹੈ ਰੋਕਣ ਦੀ ਕੋਸ਼ਿਸ਼ ਕਰੋ। ਜੇ ਕੋਈ ਕੰਮ ਨਹੀਂ ਹੈਗਾ ਆਪਣੇ ਘਰ ਤੋਂ ਬਾਹਰ ਨਾ ਨਿਕਲੋ, ਆਪਣਾ ਨੁਕਸਾਨ ਨਾ ਕਰੋ, ਆਪਣੀ ਕਮਿਊਨਿਟੀ ਦਾ ਨੁਕਸਾਨ ਨਾ ਕਰੋ ਅਤੇ ਨਾ ਹੀ ਆਪਣੇ ਸ਼ਹਿਰ ਦਾ ਜਿਹੜਾ ਉਹ ਨੁਕਸਾਨ ਕਰੋ। ਅੱਜ ਦੇ ਅਗਰ ਨਵੇਂ ਅੰਕੜਿਆਂ ਦੀ ਗੱਲ ਕਰੀਏ ਜਿਹੜੇ 24 ਘੰਟਿਆਂ ਦੇ ਅੰਕੜੇ ਹੈਗੇ ਨੇ
24 ਘੰਟਿਆਂ ਦੇ ਵਿੱਚ 2498 ਜਿਹੜੇ ਨੇ ਉਹ ਕਰੋਨਾ ਵਾਇਰਸ ਦੇ ਟੈਸਟ ਜਿਹੜੇ ਨੇ ਉਹ ਸਿਰਫ ਕੁਈਨਸ ਦੇ ਵਿੱਚ ਕੀਤੇ ਗਏ ਨੇ। ਲੇਕਿਨ ਦੁੱਖ ਦੀ ਗੱਲ ਹੈ ਅਜੇ ਵੀ 799 ਜਿਹੜੇ ਕੇਸ ਨੇ ਉਹ ਪੋਜ਼ਿਟਿਵ ਆਏ ਨੇ, ਜਿਨ੍ਹਾਂ ਦਾ ਪਰਸੈਂਟੇਜ ਜਿਹੜਾ ਹੈਗਾ ਉਹ 31.9% ਹੈ, ਜਿਹੜਾ ਸਭ ਤੋਂ ਜ਼ਿਆਦਾ ਹੈ। ਨਿਊਯਾਰਕ ਸਿਟੀ ਦੇ ਵਿੱਚ ਸਭ ਤੋਂ ਜ਼ਿਆਦਾ ਫਿਰ ਵੀ ਜਿਹੜਾ ਉਹ ਕੁਈਨਸ ਦਾ ਅੰਕੜਾ ਜਿਹੜਾ ਉਹ ਆ ਰਿਹਾ। ਸੋ ਇਸ ਕਰਕੇ ਤੁਹਾਨੂੰ ਬਾਰ-ਬਾਰ ਬੇਨਤੀ ਕਰਦੇ ਹਾਂ, ਇਸ ਮਹਾਮਾਰੀ ਨੇ ਅਜੇ ਆਪਣੇ ਆਪ ਨੂੰ ਸੰਕੋਚਿਆ ਨਹੀਂ ਹੈਗਾ, ਇਹ ਲਗਾਤਾਰ ਜਿਹੜਾ ਅਜੇ ਅਟੈਕ ਕਰ ਰਹੀ ਹੈ। ਤਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਆਪਣੇ ਆਪ ਤੇ ਕਾਬੂ ਰੱਖੋ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਉਹ ਇਸ ਦੇ ਕਾਰਨ ਨੁਕਸਾਨ ਹੋ ਰਿਹਾ ਹੈ। WhatsApp ਦੇ ਉੱਤੇ ਅਗਰ ਅਸੀਂ ਗੱਲ ਕਰੀਏ, ਸਾਡੇ ਕੋਲ ਅਨਕਨਫਰਮਡ ਜਿਹੜੀਆਂ ਨੇ ਖਬਰਾਂ ਨੇ, ਪਰ ਅਗਰ ਅਸੀਂ ਉਹਨਾਂ ਖਬਰਾਂ ਦੀ ਗੱਲ ਕਰੀਏ, ਹਰ 5 ਜਾਂ 6 ਘੰਟੇ ਬਾਅਦ ਕਿਸੇ ਨਾ ਕਿਸੇ ਪੰਜਾਬੀ ਦੇ ਦੇਹਾਂਤ ਦੀ ਖਬਰ ਜਿਹੜੀ ਹੈ ਉਹ ਸਾਡੇ ਕੋਲ ਆਉਂਦੀ ਹੈ, ਜਿਹੜੀ ਕਿ ਆਪਣੇ ਆਪ 'ਚ ਸਾਨੂੰ ਦੱਸ ਰਹੀ ਹੈ ਕਿ ਸ਼ਾਇਦ ਅਸੀਂ ਆਪਣੇ ਆਪ ਨੂੰ ਰੋਕਣ ਦੇ ਵਿੱਚ ਫੇਲ ਹੋਏ ਹਾਂ। ਸੋ ਜੇ ਜ਼ਰੂਰੀ ਨਹੀਂ ਹੈਗਾ ਆਪਣੇ ਘਰਾਂ ਦੇ ਵਿੱਚੋਂ ਜਿਹੜਾ ਉਹ ਬਾਹਰ ਨਾ ਨਿਕਲੋ। ਸੋ ਅੱਜ ਦੇ ਮੇਨ ਵਿਸ਼ੇ ਦੇ ਵੱਲ ਜਿਹੜਾ ਅਸੀਂ ਆਉਂਦੇ ਹਾਂ ਜੀ। ਮੇਨ ਵਿਸ਼ਾ ਹੈਗਾ ਕਿ ਕਰੋਨਾ ਦੇ ਮਾਰਿਆਂ ਨੂੰ ਗੁਰੂ ਨਾਨਕ ਦਾ ਸਹਾਰਾ ਹੈਗਾ। ਦੁਨੀਆ ਭਰ ਦੇ ਵਿੱਚ ਇਹ ਜਿਹੜਾ ਅੱਜ ਟੌਪਿਕ ਹੈ ਸਾਡਾ, ਇਸ ਟੌਪਿਕ ਨੂੰ ਜਿਹੜਾ ਸੱਚ ਕਰ ਦਿਖਾਇਆ, ਕਿਉਂਕਿ ਕਰੋਨਾ ਦੇ ਮਾਰੇ ਜਿਹੜੇ ਵੀ ਲੋਕ ਹੈਗੇ ਨੇ, ਜਿੱਥੇ ਸਰਕਾਰਾਂ ਉਹਨਾਂ ਦੀਆਂ ਮਦਦ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਉੱਥੇ ਜਿਹੜੇ ਗੁਰੂ ਨਾਨਕ ਦੇ ਵੰਸ਼ ਦੇ ਵਿੱਚੋਂ ਲੋਕ ਹੈਗੇ ਨੇ, ਜਿਹੜੇ ਗੁਰੂ ਨਾਨਕ ਦੇ ਸਮਾਜ ਨੂੰ ਰਿਸਪੈਕਟ ਦਿੰਦੇ ਨੇ, ਭਾਵੇਂ ਉਹ ਸਿੱਖ ਹੋਣ, ਭਾਵੇਂ ਗੈਰ ਸਿੱਖ ਹੋਣ, ਭਾਵੇਂ ਪੰਜਾਬੀ ਹੋਣ, ਜਿਨ੍ਹਾਂ ਨੂੰ ਲੰਗਰ ਦੀ ਪ੍ਰਥਾ ਦਾ ਪਤਾ ਹੈਗਾ, ਜਿਨ੍ਹਾਂ ਨੂੰ ਦਸਵੰਧ ਕੱਢਣ ਦਾ ਪਤਾ ਹੈਗਾ, ਜਿਨ੍ਹਾਂ ਨੂੰ ਪਤਾ ਕਿ ਮੈਂ ਮਾਨਵਤਾ ਦੀ ਸੇਵਾ ਕਰਨੀ, ਉਹ ਸਾਰੇ ਲੋਕ ਜਿਹੜੇ ਨੇ ਸਰਕਾਰਾਂ ਦੇ ਨਾਲ ਹੱਥ ਨਾਲ ਹੱਥ ਜੋੜ ਕੇ ਜਿਹੜਾ ਇਸ ਵੇਲੇ ਲੋਕਾਈ ਦੀ ਮਦਦ ਦੇ ਵਿੱਚ ਲੱਗੇ ਹੋਏ ਨੇ। ਜੇ ਮੈਂ ਇੱਥੇ ਦਾਅਵੇ ਦੇ ਨਾਲ ਗੱਲ ਕਰਦਾ, ਅੱਜ ਦੁਨੀਆ ਭਰ ਦੇ ਵਿੱਚ ਐਗਜ਼ਾਮਪਲ ਦਿੱਤੀ ਜਾਂਦੀ ਹੈ ਪੰਜਾਬੀਆਂ ਦੀ, ਅੱਜ ਦੁਨੀਆ ਭਰ ਦੇ ਵਿੱਚ ਐਗਜ਼ਾਮਪਲ ਦਿੱਤੀ ਜਾਂਦੀ ਹੈ ਗੁਰੂ ਨਾਨਕ ਦੇ ਲੰਗਰਾਂ ਦੀ, ਕਿਉਂਕਿ ਜੇ ਅੱਜ ਇਹ ਪ੍ਰਥਾ ਨਾ ਹੁੰਦੀ, ਸੋਚ ਕੇ ਵੇਖੋ ਹਾਲਾਤ ਕੀ ਹੁੰਦੇ। ਜਿੱਥੇ ਸਰਕਾਰਾਂ ਨਹੀਂ ਪਹੁੰਚ ਕਰ ਸਕਦੀਆਂ, ਜਿੱਥੇ ਸਰਕਾਰਾਂ ਸੋਚਦੀਆਂ ਨੇ ਕਿ ਸਾਡੇ ਕੋਲ ਅੱਜ ਇਹ ਕੰਮ ਜਿਹੜਾ ਨਹੀਂ ਸੋਰਨਾ, ਜਿੱਥੇ ਸਰਕਾਰਾਂ ਨੂੰ ਲੱਗਦਾ ਹੈ ਕਿ ਅੱਜ ਅਸੀਂ 50,000 ਜਾਂ 30,000 ਬੰਦਿਆਂ ਨੂੰ ਆਪਣਿਆਂ ਨੂੰ ਲੰਗਰ ਨਹੀਂ ਪਹੁੰਚਾ ਸਕਦੇ, ਉਹ ਸਿਰਫ ਇੱਕ ਟੈਲੀਫੋਨ ਦੀ ਘੰਟੀ ਜਿਹੜੀ ਉਹ ਖੜਕਾਉਂਦੇ ਨੇ ਅਤੇ ਕਿਸੇ ਨਾ ਕਿਸੇ ਗੁਰੂ ਘਰ ਦੇ ਵਿੱਚ ਉਹ ਘੰਟੀ ਜਿਹੜੀ ਉਹ ਜਾਂਦੀ ਹੈ, ਤੇ ਉਹ ਉੱਤੇ ਨਾਲ ਹੀ ਕਿਹਾ ਜਾਂਦਾ ਕਿ ਅੱਜ ਕਿਰਪਾ ਕਰਕੇ ਜਿਹੜਾ ਤੁਸੀਂ 30,000 40,000 ਜਾਂ 50,000 ਲੋਕਾਂ ਦਾ ਜਿਹੜਾ ਉਹ ਇਸ ਵੇਲੇ ਲੰਚ ਦਾ ਜਾਂ ਡਿਨਰ ਦਾ ਪ੍ਰਬੰਧ ਕਰ ਦਿਓ। ਤੇ ਨਾਲ ਹੀ ਅੱਗੋਂ ਕਿਹਾ ਜਾਂਦਾ ਵਾਹਿਗੁਰੂ ਜੀ ਜਿਸ ਤਰ੍ਹਾਂ ਹੁਕਮ ਹੋਵੇ, ਤੇ ਉਸੇ ਕਰਕੇ ਜਿਹੜਾ ਨਾਲ ਹੀ ਜਿਹੜੇ ਨੇ ਉਹ ਪ੍ਰਬੰਧ ਹੋ ਜਾਂਦੇ ਨੇ। ਉਹ ਇਸ ਕਰਕੇ ਅੱਜ ਦਾ ਜਿਹੜਾ ਸ਼ੋਅ ਹੈਗਾ ਅਸੀਂ ਗੁਰੂ ਨਾਨਕ ਦੇ ਲੰਗਰਾਂ ਨੂੰ ਸਮਰਪਿਤ ਕਰ ਰਹੇ ਹਾਂ, ਕਿਉਂਕਿ ਅੱਜ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਚੜ੍ਹਦੀ ਕਲਾ ਦੀਆਂ ਗੱਲਾਂ ਕਰੀਏ, ਅਸੀਂ ਲੋਕਾਂ ਨੂੰ ਪੋਜ਼ਿਟਿਵ ਰੱਖਣ ਦੀ ਗੱਲਾਂ ਕਰੀਏ, ਤਾਂ ਜੋ ਉਹਨਾਂ ਦੇ ਵਿੱਚ ਜਜ਼ਬਾ ਆਵੇ, ਉਹਨਾਂ ਦੇ ਵਿੱਚ ਇਸ ਕਰੋਨਾ ਵਾਇਰਸ ਦੇ ਨਾਲ ਲੜਨ ਦੀ ਹਿੰਮਤ ਹੋਵੇ, ਤੇ ਜਿਹੜੇ ਲੋਕ ਇਸ ਮਹਾਮਾਰੀ ਦੇ ਨਾਲ ਵਾਇਰਸ ਦੇ ਨਾਲ ਅਫੈਕਟਡ ਨੇ ਉਹਨਾਂ ਲੋਕਾਂ ਦੇ ਵਿੱਚ ਹਿੰਮਤ ਆਵੇ, ਤੇ ਉਹ ਆਪਣੇ ਆਪ ਨੂੰ ਹੋਰ ਬੁਲੰਦ ਕਰਕੇ ਆਪਣੇ ਦਿਲ ਦੇ ਵਿੱਚ ਹੋਰ ਜੀਣ ਦੀ ਇੱਛਾ ਨੂੰ ਪਾਲ ਸਕਣ। ਕਿਉਂਕਿ ਇਸ ਕਰੋਨਾ ਵਾਇਰਸ ਦੇ ਇਸ ਕੇਸਾਂ ਦੇ ਵਿੱਚ ਜਦੋਂ ਸਾਡੇ ਕੋਲ ਅਪਡੇਟ ਹੁੰਦੀ ਹੈ, ਬਹੁਤ ਸਾਰੇ ਲੋਕ ਆਪਣੀ ਜਾਨ ਤੋਂ ਹੱਥ ਇਸ ਕਰਕੇ ਧੋ ਬੈਠਦੇ ਨੇ ਕਿ ਉਹਨਾਂ ਦੀ ਜੀਣ ਦੀ ਇੱਛਾ ਜਿਹੜੀ ਉਹ ਖਤਮ ਹੋ ਜਾਂਦੀ ਹੈ, ਜਾਂ ਉਹਨਾਂ ਦੇ ਉੱਤੇ ਡਰ ਇੰਨਾ ਕੁ ਜ਼ਿਆਦਾ ਹੈਵੀ ਹੋ ਜਾਂਦਾ ਹੈ ਕਿ ਉਹ ਆਪਣੇ ਹੱਥੋਂ ਜਿਹੜਾ ਉਹ ਆਪਣੇ ਆਪ ਨੂੰ ਜਿਹੜਾ ਕਮਜ਼ੋਰ ਸਮਝ ਲੈਂਦੇ ਨੇ, ਉਹ ਸਮਝ ਲੈਂਦੇ ਨੇ ਕਿ ਹੁਣ ਮੇਰਾ ਜਿਹੜਾ ਅੰਤ ਆ ਗਿਆ। ਜਦੋਂ ਮਨ ਦੇ ਵਿੱਚ ਇਹ ਸੋਚ ਲੈਂਦੇ ਹੋ ਕਿ ਤੁਹਾਡਾ ਅੰਤ ਆ ਗਿਆ, ਉਹ ਨੈਚੁਰਲੀ ਤੁਹਾਡੀ ਬਾਡੀ ਜਿਹੜੀ ਹੈ ਉਹ ਇਸ ਵਾਇਰਸ ਦੇ ਨਾਲ ਲੜਨ ਦੀ ਤਾਕਤ ਨੂੰ ਜਿਹੜਾ ਉਹ ਖੋ ਬੈਠਦੀ ਹੈ, ਤੇ ਤੁਸੀਂ ਮਾਨਸਿਕ ਤੌਰ ਤੇ ਜਿਹੜਾ ਆਪਣੀ ਹਾਰ ਮੰਨ ਲੈਂਦੇ ਹੋ। ਪਰ ਅਸੀਂ ਤੁਹਾਨੂੰ ਬਾਰ-ਬਾਰ ਬੇਨਤੀ ਕਰਦੇ ਹਾਂ, ਤੁਹਾਨੂੰ ਅਸੀਂ ਕੱਲ੍ਹ ਦੇ ਸ਼ੋਅ ਦੇ ਵਿੱਚ ਵੀ ਕੁਝ ਉਹਨਾਂ ਲੋਕਾਂ ਦੇ ਨਾਲ ਮਨਾਇਆ ਸੀ ਜਿਹੜੇ ਲੋਕ ਇਸ ਕਰੋਨਾ ਵਾਇਰਸ ਦੀ ਜੰਗ ਦੇ ਵਿੱਚੋਂ ਜਿੱਤ ਕੇ ਬਾਹਰ ਆਏ ਨੇ। ਉਹ ਸਿਰਫ ਇਸ ਕਰਕੇ ਮਿਲਾਇਆ ਸੀ ਕਿ ਤੁਸੀਂ ਆਪਣੀ ਹਿੰਮਤ ਨੂੰ ਨਾ ਹਾਰੋ। ਲੋਕ ਆਪਣੇ ਘਰਾਂ ਦੇ ਵਿੱਚ ਹੋਮ ਰੈਮੀਡੀਜ਼ ਦੇ ਨਾਲ ਵੀ ਠੀਕ ਹੋਏ ਨੇ, ਅਤੇ ਉਹਨਾਂ ਦੇ ਵਿੱਚ ਜੀਣ ਦਾ ਜਜ਼ਬਾ ਸੀ, ਤੇ ਉਸ ਜਜ਼ਬੇ ਦੇ ਨਾਲ ਉਹ ਜਿੱਤ ਕੇ ਅੱਗੇ ਆਏ ਨੇ। ਸੋ ਅੱਜ ਅਸੀਂ ਜਿਹੜਾ ਆਪਣੇ ਸ਼ੋਅ ਦੇ ਨਾਲ ਜਿਹੜੇ ਖਾਸ ਤੌਰ ਤੇ ਅਸੀਂ ਕੁਝ ਗੈਸਟ ਜਿਹੜੇ ਨੇ ਉਹਨਾਂ ਨੂੰ ਬੁਲਾਇਆ ਹੋਇਆ, ਜਿਹੜੇ ਵੱਖ-ਵੱਖ ਤਰੀਕੇ ਨਾਲ ਦੁਨੀਆ ਦੇ ਵੱਖ-ਵੱਖ ਨੁੱਕਰਾਂ ਦੇ ਵਿੱਚ ਚੈਰਿਟੀਜ਼ ਕਰ ਰਹੇ ਨੇ, ਇਸ ਵੇਲੇ ਲੋਕਾਂ ਦਾ ਜਿਹੜਾ ਭਲਾ ਕਰ ਰਹੇ ਨੇ ਜਾਂ ਉਹਨਾਂ ਦਾ ਮਦਦ ਕਰ ਰਹੇ ਨੇ। ਉਹਨਾਂ ਦੇ ਵਿੱਚ ਖਾਸ ਤੌਰ ਤੇ ਸਾਡੇ ਨਾਲ ਸਰਦਾਰ ਗੁਰਮੇਸ਼ ਸਿੰਘ ਚੀਮਾ ਜੀ, ਜਿਹੜੇ ਕਿ ਸਹਾਇਕ ਸਕੱਤਰ ਨੇ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਤੋਂ, ਇਹ ਖਾਸ ਤੌਰ ਤੇ ਅੱਜ ਸਾਡੇ ਨਾਲ ਜੁੜੇ ਹੋਏ ਨੇ। ਸਾਡੇ ਨਾਲ ਸਰਦਾਰ ਸੁਖਦੇਵ ਸਿੰਘ ਬੈਨੀਪਾਲ ਜੀ ਜਿਹੜੇ ਨੇ ਉਹ ਸੈਨ ਹੋਜ਼ੇ ਤੋਂ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੋਏ ਨੇ। 6 ਫॉर ਹਿਊਮੈਨਿਟੀ ਦੀ ਇਹ ਇੱਕ ਤਸਵੀਰ ਹੈਗੇ ਨੇ ਜਿਹੜੇ ਲਗਾਤਾਰ ਲੋਕਾਈ ਦੀ ਸੇਵਾ ਕਰ ਰਹੇ ਨੇ, ਭਾਵੇਂ ਉਹ ਮਾਸਕ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਉਹ ਲੰਗਰਾਂ ਦੇ ਰੂਪ ਦੇ ਵਿੱਚ ਹੋਵੇ, ਕੋਈ ਵੀ ਕਿਸੇ ਤਰੀਕੇ ਦੀ ਮਦਦ ਕਿਉਂ ਨਾ ਹੋਵੇ, ਇਹ ਆਪਣੇ ਵੱਲੋਂ ਜਿਹੜਾ ਇਹਨਾਂ ਦਾ ਗਰੁੱਪ ਹੈ ਉਹ 6 ਫॉर ਹਿਊਮੈਨਿਟੀ ਉਹ ਲਗਾਤਾਰ ਜਿਹੜਾ ਉਹ ਲੋਕਾਈ ਦੀ ਸੇਵਾ ਕਰ ਰਿਹਾ ਹੈ। ਸਾਡੇ ਨਾਲ ਖਾਸ ਤੌਰ ਤੇ ਜੋਤੀ ਮਾਨ ਜੀ ਹੈਗੇ ਨੇ,
ਕੈਨੇਡਾ ਤੋਂ ਇਹਨਾਂ ਨੇ ਖਾਸ ਤੌਰ ਤੇ ਸਾਨੂੰ ਜੁਆਇਨ ਕੀਤਾ ਹੋਇਆ, ਨੌਜਵਾਨ ਨੇ। ਇਹਨਾਂ ਨੇ, ਮੈਂ ਜ਼ਰੂਰ ਇੱਥੇ ਦੱਸਣਾ ਚਾਹੁੰਦਾ ਕਿ ਅੱਜ ਤੋਂ 1 ਮਹੀਨਾ ਪਹਿਲਾਂ, ਕਿਉਂਕਿ ਮਾਰਚ 20 ਨੂੰ, ਕਿਉਂਕਿ ਜਦੋਂ ਵੀ ਅਸੀਂ ਗੁਰੂ ਨਾਨਕ ਦੀ ਗੱਲ ਕਰਦੇ ਹਾਂ ਤੇ 20 ਰੁਪਈਆਂ ਦੀ ਗੱਲ ਕੀਤੀ ਜਾਂਦੀ ਹੈ। ਭਾਵੇਂ ਉਸ ਵੇਲੇ ਰੁਪਈਏ ਨਹੀਂ ਸਨ, ਪਰ ਉਦਾਹਰਨ ਜਿਹੜੀ ਉਹ 20 ਰੁਪਈਆਂ ਦੀ ਦਿੱਤੀ ਜਾਂਦੀ ਹੈ। ਪਰ ਉਹਨਾਂ ਨੇ ਉਸ ਤਰੀਕ ਨੂੰ 20 ਮਾਰਚ ਨੂੰ ਜਿਹੜਾ ਉਹ ਸੋਚਿਆ ਸੀ ਕਿ ਇਸ ਵੇਲੇ ਲੋਕਾਈ ਦੇ ਉੱਤੇ ਭੀੜ ਪਈ ਹੋਈ ਹੈ ਤੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਗੁਰੂ ਨਾਨਕ ਦੇ ਨਾਮ ਦੇ ਉੱਤੇ ਜਿਹੜੇ ਵੀ ਇਸ ਵੇਲੇ ਲੋੜਵੰਦ ਨੇ ਉਹਨਾਂ ਨੂੰ ਲੰਗਰ ਛਕਾਈਏ। ਜਿਹੜੇ ਵੀ ਭਾਵੇਂ ਲੋੜਵੰਦ, ਭਾਵੇਂ ਉਹ ਬੱਚੇ ਹੋਣ, ਸਟੂਡੈਂਟਸ ਹੋਣ, ਬਜ਼ੁਰਗ ਹੋਣ। ਤੇ ਇਹਨਾਂ ਨੇ ਜਿਹੜੀ ਉਹ ਆਪਣੇ ਤਕਰੀਬਨ 50 ਦੇ ਕਰੀਬ ਵਲੰਟੀਅਰਸ ਜਿਹੜੇ ਇਕੱਠੇ ਕੀਤੇ ਤੇ ਅੱਜ ਇਹ ਲਗਾਤਾਰ ਉਹ ਜਿਹੜੇ 31 ਦਿਨ ਤੋਂ ਉੱਤੇ ਹੋ ਗਏ ਨੇ ਲੋਕਾਈ ਦੀ ਸੇਵਾ ਕਰਨ ਨੇ। ਸੋ ਤੁਹਾਡੇ ਸਾਰਿਆਂ ਦਾ ਇੱਥੇ ਬਹੁਤ ਬਹੁਤ ਸਵਾਗਤ ਹੈਗਾ ਜੀ ਇਸ ਖਾਸ ਸ਼ੋਅ ਦੇ ਵਿੱਚ। ਮੈਂ ਫਤਿਹ ਬੁਲਾ ਲੈਣਾ ਪਹਿਲਾਂ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਮੈਂ ਜਦੋਂ ਵੀ ਗੱਲ ਕਰਦਾ, ਭਾਵੇਂ ਸਾਡੇ ਉੱਤੇ ਕਾਫੀ ਭੀੜਾਂ ਪਈਆਂ ਨੇ, ਪਰ ਇੱਕ ਐਗਜ਼ੈਂਪਲ ਜਿਹੜੀ ਆ ਉਹ ਇਸ ਤਰੀਕੇ ਨਾਲ ਦਿੱਤੀ ਜਾਂਦੀ ਹੈ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਸਾਨੂੰ ਵੱਢਦਾ, ਅਸੀਂ ਦੂਨ ਸਵਾਏ ਹੋਏ। ਲੱਖ ਭੀੜਾਂ ਪਈਆਂ ਨੇ, ਲੱਖ ਸਾਡੇ ਦੇ ਉੱਤੇ ਹਮਲੇ ਹੋਏ ਨੇ, ਆਪਣੇ ਤਰੀਕੇ ਨਾਲ ਅਸੀਂ ਟੁੱਟੇ ਵੀ ਹਾਂ, ਕਈ ਵਾਰੀ ਫਿਰ ਹਿੰਮਤ ਕੀਤੀ ਆ, ਫਿਰ ਲੜੇ ਵੀ ਹਾਂ। ਪਰ ਅੱਜ ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਨੇ ਜਿਸ ਤਰੀਕੇ ਨਾਲ ਸਾਨੂੰ ਪੰਗਤ ਦੀ ਸਿੱਖ ਦਿੱਤੀ ਸੀ ਕਿ ਪੰਗਤ ਜਿਹੜੀ ਉਹ ਲਾਉਣੀ ਬੜੀ ਜ਼ਰੂਰੀ ਹੈ, ਦਸਵੰਧ ਕੱਢਣਾ ਬੜਾ ਜ਼ਰੂਰੀ ਹੈ, ਗ੍ਰਸਤੀ ਜੀਵਨ ਦੇ ਵਿੱਚ ਜਾ ਕੇ ਵੀ ਤੁਹਾਨੂੰ ਸੇਵਾ ਕਰਨ ਦੀ ਬੜੀ ਜ਼ਰੂਰਤ ਹੈਗੀ ਹੈ। ਅੱਜ ਵੇਖੋ ਉਹ ਚੀਜ਼ਾਂ ਜਿਹੜੀਆਂ ਨੇ ਕਿਸ ਤਰੀਕੇ ਨਾਲ ਸਾਡੇ ਕੰਮ ਆ ਰਹੀਆਂ ਨੇ, ਤਾਂ ਦੁਨੀਆ ਭਰ ਦੇ ਵਿੱਚ ਜਿਹੜਾ ਅਸੀਂ ਲੋਕਾਈ ਦੀ ਸੇਵਾ ਕਰ ਰਹੇ ਹਾਂ। ਮੈਂ ਬੈਣੀਪਾਲ ਸਾਹਿਬ ਤੁਹਾਡੇ ਕੋਲ ਸਭ ਤੋਂ ਪਹਿਲਾਂ ਆਉਣਾ ਹੈ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਆਪਣੇ ਇਲਾਕੇ ਦੇ ਵਿੱਚ ਅੱਜ ਕਿਸ ਤਰੀਕੇ ਨਾਲ ਸੇਵਾ ਕੀਤੀ ਹੈ, ਅਤੇ ਜਿਹੜਾ ਜਦੋਂ ਤੁਸੀਂ ਗ੍ਰੇਟਰ ਲੈਵਲ ਤੇ ਜਿਹੜੀ ਪਿਕਚਰ ਵੇਖਦੇ ਹੋ ਕਿ ਦੁਨੀਆ ਭਰ ਦੇ ਵਿੱਚ ਜਦੋਂ ਸਾਡੇ ਲੋਕ, ਭਾਵੇਂ ਉਹ UK ਹੋਵੇ, ਭਾਵੇਂ ਅਮਰੀਕਾ ਹੋਵੇ, ਭਾਵੇਂ ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ, ਕਿਹੜੇ ਮੁਲਕ ਦਾ ਨਾਮ ਲਵਾਂ, ਕਿਹੜੇ ਮੁਲਕ ਦਾ ਨਾਮ ਨਾ ਲਵਾਂ, ਜਦੋਂ ਤੁਸੀਂ ਉੱਥੇ ਸੇਵਾ ਭਾਵ ਲੋਕਾਂ 'ਚ ਵੇਖਦੇ ਹੋ, ਕਿੰਨੀ ਕੁ ਦਿਲ ਨੂੰ ਖੁਸ਼ੀ ਹੁੰਦੀ ਹੈ ਜੀ। ਮੈਂ ਜ਼ਰੂਰ ਇੱਥੇ MCR ਨੂੰ ਕਹਾਂਗਾ ਕਿ ਇੱਕ ਵਾਰ ਚੈੱਕ ਕਰਨ ਦੀ ਕੋਸ਼ਿਸ਼ ਕਰਨ। ਮੈਨੂੰ ਲੱਗਦਾ ਕਿ ਸੁਖਦੇਵ ਸਿੰਘ ਬੈਣੀਪਾਲ ਦੀ ਜਿਹੜੀ ਆਵਾਜ਼ ਹੈ ਕਾਫੀ ਜਿਹੜੀ ਉਹ ਘੱਟ ਆ ਰਹੀ ਹੈ, ਉਹਨਾਂ ਦੇ ਨਾਲ ਪਲੀਜ਼ ਉਹ ਚੈੱਕ ਕੀਤਾ ਜਾਵੇ। ਸਰਦਾਰ ਗੁਰਮੇਜ ਸਿੰਘ ਚੀਮਾ ਜੀ, ਮੈਂ ਤੁਹਾਡੇ ਕੋਲ ਵਾਪਸ ਆਉਣਾ ਜੀ। ਜੀ, ਜਿੱਥੇ ਹਰ ਕੋਈ ਜਿਹੜਾ ਆਪਣੇ ਆਪਣੇ ਤਰੀਕੇ ਨਾਲ ਸੇਵਾਵਾਂ ਕਰ ਰਿਹਾ ਨੇ, ਲਗਾਤਾਰ ਲੋਕਾਈ ਦੀ ਸੇਵਾ ਕਰਨ ਲਈ ਹਰ ਕੋਈ ਜਿਹੜਾ ਅੱਗੇ ਵੱਧ ਕੇ ਕੰਮ ਕਰ ਰਿਹਾ, ਤੁਸੀਂ ਇੱਕ ਬੜਾ ਯੂਨੀਕ ਜਿਹੜਾ ਉਹ ਕਨਸੈਪਟ ਲਿਆ, ਖਾਸ ਤੌਰ ਤੇ ਗੁਰੂ ਘਰ ਦੇ ਜਿਹੜੇ ਵਜ਼ੀਰ ਨੇ, ਤੁਸੀਂ ਉਹਨਾਂ ਨੂੰ ਮਾਣ ਪਤਾ ਦੇਣ ਦੇ ਲਈ ਜਿਹੜਾ ਉਹ ਅੱਗੇ ਆਏ ਹੋ। ਤੁਸੀਂ ਕਹਿ ਕਿ ਨਹੀਂ, ਅਸੀਂ ਭਾਵੇਂ ਲੱਖਾਂ ਦੇ ਲੰਗਰ ਜਿਹੜੇ ਨੇ ਉਹ ਬਾਹਰ ਲਾ ਲਈਏ, ਪਰ ਜੇ ਆਪਣੇ ਗੁਰੂ ਘਰ ਦੇ ਅੰਦਰ ਜਿਹੜੇ ਸੇਵਾ ਕਰਦੇ ਨੇ, ਜਿਹੜੇ ਨੌਜਵਾਨ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਰਹੇ ਨੇ, ਜੇ ਅਸੀਂ ਉਹਨਾਂ ਨੂੰ ਨਾ ਰਜਾਇਆ, ਜੇ ਉਹਨਾਂ ਨੂੰ ਅਸੀਂ ਭੁੱਖੇ ਰੱਖ ਦਿੱਤਾ, ਤਾਂ ਫਿਰ ਸਾਡਾ ਕੋਈ ਇਸ ਤਰੀਕੇ ਨਾਲ ਫਾਇਦਾ ਨਹੀਂ ਹੈਗਾ। ਮੈਂ ਚੀਮਾ ਸਾਹਿਬ ਇਹ ਕਨਸੈਪਟ ਬਾਰੇ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਇਹ ਕਿੱਥੋਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਆਪਾਂ ਇਸ ਉੱਤੇ ਵੀ ਕੰਮ ਕਰੀਏ, ਤੇ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ, ਜਿਨ੍ਹਾਂ ਦੇ ਵਿੱਚ ਢਾਡੀ ਸਿੰਘ ਵੀ ਹੈਗੇ ਨੇ, ਜਿਨ੍ਹਾਂ ਦੇ ਵਿੱਚ ਕਵੀਸ਼ਰੀ ਵੀ ਹੈਗੇ ਨੇ, ਜਿਨ੍ਹਾਂ ਦੇ ਵਿੱਚ ਕਥਾਵਾਚਕ ਹੈਗੇ ਨੇ, ਇਹ ਆਪਣੇ ਆਪ 'ਚ ਕੀਰਤਨੀਏ ਹੈਗੇ ਨੇ, ਉਹਨਾਂ ਦੇ ਬਾਰੇ ਤੁਹਾਨੂੰ ਇਹ ਕਿੱਥੋਂ ਸੋਚ ਆਈ ਕਿ ਆਪਾਂ ਕੁਛ ਨਾ ਕੁਛ ਕਰਨਾ ਹੈ? ਹਾਂਜੀ, ਗੱਲ ਇਸ ਤਰ੍ਹਾਂ ਹੈ ਜੀ, ਜਿਸ ਤਰ੍ਹਾਂ ਇਹ ਪ੍ਰਚਾਰਕ ਰਾਗੀ ਸਿੰਘ, ਢਾਡੀ ਸਿੰਘ ਸਾਡੇ ਕੋਲ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਹੋਏ ਨੇ, ਤੇ ਆਪਾਂ ਸਭ ਦੇ ਬਾਰੇ ਸੋਚਦੇ ਹਾਂ। ਜਦੋਂ ਲੰਗਰ ਲਾਉਂਦੇ ਹਾਂ ਤਾਂ ਦੇਖਦੇ ਹਾਂ ਤਾਂ ਬਾਕੀ ਕਮਿਊਨਿਟੀਆਂ ਵਾਸਤੇ ਜਾਂ ਸਾਰਿਆਂ ਵਾਸਤੇ ਸਰਬੱਤ ਦੇ ਭਲੇ ਦਾ ਲੰਗਰ ਲੱਗਦਾ ਹੈ, ਚਲੋ ਉਹ ਵੀ ਲੱਗਣੇ ਚਾਹੀਦੇ ਨੇ, ਪਰ ਸਭ ਤੋਂ ਸਾਡੀ ਇਸ ਪਾਸੇ ਵੀ ਇੱਕ ਸੋਚ ਸੀ ਸਾਡੀ ਕਮੇਟੀ ਦੀ, ਸੰਗਤਾਂ ਦੇ ਸਹਿਯੋਗ ਦੇ ਨਾਲ ਸਾਨੂੰ ਇਸ ਪਾਸੇ ਵੀ ਸੋਚਣਾ ਚਾਹੀਦਾ ਸੀਗਾ ਕਿ ਜੋ ਵੀ ਹੈਗੇ ਆ ਆਪਣੇ ਪ੍ਰਚਾਰਕ, ਕਿਉਂਕਿ ਉਹ
ਪੰਜਾਬ ਤੋਂ ਆਏ ਹੋਏ ਨੇ, ਇੱਥੇ ਆ ਕੇ ਕਰੋਨਾ ਵਾਇਰਸ ਕਰਕੇ ਫਲਾਈਟਾਂ ਨਾ ਜਾਣ ਕਰਕੇ ਸਟਕ ਹੋ ਗਿਆ, ਕਿਉਂਕਿ ਉਹ ਵੀ ਪਿੱਛੇ ਫੈਮਿਲੀ ਛੱਡ ਕੇ ਆਏ ਨੇ। ਉਹਨਾਂ ਨੂੰ ਵੀ ਆਪਣਾ ਫਰਜ਼ ਜੀ ਬਣਦਾ ਹੈ ਕਿ ਉਹਨਾਂ ਦੀ ਜਿਸ ਤਰ੍ਹਾਂ ਆਰਥਿਕ ਮਦਦ ਕੀਤੀ ਜਾਵੇ, ਕਿਉਂਕਿ ਅੱਜ ਕੱਲ ਕਰੋਨਾ ਦੇ ਕਰਕੇ ਗੁਰੂ ਘਰ ਦੇ ਵਿੱਚ ਵੀ ਸਾਨੂੰ ਹੈਲਥ ਜਿਹੜੀਆਂ ਇੰਸਟਰਕਸ਼ਨਸ ਆਉਂਦੀਆਂ ਹੈਲਥ ਮਹਿਕਮੇ ਵੱਲੋਂ, ਉਹਨਾਂ ਦਾ ਪਾਲਣ ਕਰਨਾ ਪੈਂਦਾ ਸਾਨੂੰ। ਜਿਹੜਾ ਦਰਬਾਰ ਹਾਲ ਦੇ ਵਿੱਚ ਹਾਜ਼ਰੀ ਨਹੀਂ ਲੱਗਦੀ, ਤੇ ਇਸ ਕਰਕੇ ਉਹਨਾਂ ਦੀ ਜਿਹੜੀ ਆਰਥਿਕ ਸਹਾਇਤਾ ਸਾਨੂੰ ਇਸ ਤਰ੍ਹਾਂ ਹੀ ਕਰਨੀ ਪੈਣੀ ਆ, ਤੇ ਤਾਂ ਕਿ ਉਹ ਵੀ ਇਹ ਮਹਿਸੂਸ ਨਾ ਕਰਨ ਕਿ ਅਸੀਂ ਆਏ ਸੀ ਫੈਮਿਲੀ ਪਰਿਵਾਰ ਪਿੱਛੇ ਛੱਡ ਕੇ ਤੇ ਸਾਡਾ ਕੋਈ ਨਹੀਂ ਹੈਗਾ। ਪਰ ਫਿਰ ਵੀ ਚਲੋ ਮਹਾਰਾਜ ਨੇ ਇਹ ਗੁਰੂ ਮਹਾਰਾਜ ਨੇ ਇਸ ਕਮੇਟੀ ਨੂੰ ਇਸ ਤਰ੍ਹਾਂ ਦੀ ਸੋਚਣ ਦੀ ਸ਼ਕਤੀ ਬਖਸ਼ਿਸ਼ ਕੀਤੀ ਆ ਕਿ ਇਹਨਾਂ ਬਾਰੇ ਅਸੀਂ ਸੋਚ ਰਹੇ ਹਾਂ। ਤੇ ਹੁਣ ਅਸੀਂ ਇਸ ਕਮੇਟੀ ਨੇ ਫਿਰ ਜੀ ਚੀਮਾ ਹਾਂਜੀ ਸਾਹਿਬ, ਹਾਂਜੀ ਫਿਰ ਇਸ ਚੀਮਾ ਸਾਹਿਬ ਆਪਾਂ ਬਾਅਦ ਚ ਅਸੀਂ ਇਹਦੇ ਉੱਤੇ ਨਾਲ, ਕਿਉਂਕਿ ਆਪਣੇ ਕੋਲ ਕਾਫੀ ਜੀ ਲੰਮਾ ਸਮਾਂ ਹੈਗਾ, ਜੀ ਅਸੀਂ ਜੀ ਹਰ ਜੀ ਇੱਕ ਪੁਆਇੰਟ ਨੂੰ ਜਿਹੜਾ ਉਹ ਵੈਲਿਡ ਬਾਅਦ ਚ ਜਿਹੜਾ ਨਾਲ ਨਾਲ ਗੱਲ ਕਰਦੇ ਹਾਂ। ਜੋਤੀਮਾਨ ਜੀ, ਬਿਲਕੁਲ ਮੈਂ ਤੁਹਾਡੇ ਕੋਲ ਆਉਣਾ ਜੀ। ਬਤੌਰ ਨੌਜਵਾਨ ਤੁਹਾਡੇ, ਤੁਸੀਂ ਵੀ ਆਪਣੇ ਬਜ਼ੁਰਗਾਂ ਕੋਲ ਸੁਣਿਆ ਹੋਵੇਗਾ ਕਿ ਸਾਡੇ ਕਿਉਂਕਿ ਗੁਰੂ ਘਰ ਦੇ ਵਿੱਚ ਅਸੀਂ ਅਕਸਰ ਜਾਂਦੇ ਹਾਂ, ਸਾਨੂੰ ਇਹ ਸਾਡੇ ਵਿਰਸੇ ਦੇ ਵਿੱਚ ਮਿਲਿਆ ਜਾਚ ਕੇ ਆਪਾਂ ਕਿਸ ਤਰੀਕੇ ਨਾਲ ਲੋਕਾਈ ਦੀ ਸੇਵਾ ਕਰਨੀ ਹੈ। ਪਰ ਇਸ ਵੇਲੇ ਜਦੋਂ ਇੱਕਦਮ ਭੀੜ ਪਈ ਸੀ, ਹਰ ਇੱਕ ਨੂੰ ਹੀ ਆਪਣੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਤੁਹਾਡੇ ਮਨ ਦੇ ਵਿੱਚ ਇਹ ਕਿੱਥੋਂ ਆਈਡੀਆ ਆਇਆ ਕਿ ਆਪਾਂ ਲੋਕੀ ਜਿਹੜੇ ਕਿਤੇ ਨਾ ਕਿਤੇ ਦਾਨ ਕਰਨਾ ਚਾਹੁੰਦੇ ਨੇ, ਜਿਹੜੇ ਇਸ ਵੇਲੇ ਲੋਕਾਈ ਦੀ ਸੇਵਾ ਕਰਨਾ ਚਾਹੁੰਦੇ ਨੇ, ਅਸੀਂ ਉਹਨਾਂ ਨਾਲ ਜੁੜੀਏ ਅਤੇ ਜੋ ਵੀ ਪ੍ਰਬੰਧ ਹੁੰਦੇ ਨੇ ਉਹਨਾਂ ਪ੍ਰਬੰਧਾਂ ਨੂੰ ਪੂਰੇ ਕਰਕੇ ਅਸੀਂ ਹੋਰ ਜਿਹੜੇ ਲੋਕੀ ਲੋੜਵੰਦ ਨੇ ਉਹਨਾਂ ਤੱਕ ਮਦਦ ਪਹੁੰਚਾਈਏ। ਇਹ ਕਨਸੈਪਟ ਤੁਹਾਡੇ ਦਿਮਾਗ 'ਚ ਕਿੱਥੋਂ ਆਇਆ? ਪਹਿਲਾਂ ਤਾਂ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਤੇ ਖਾਲਸਾ ਜਿੱਥੇ ਵਾਹਿਗੁਰੂ ਜਿੱਥੇ ਫਤਿਹ ਵੀ ਜੀ। ਸਾਡੀ ਆਵਾਜ਼ ਜਾ ਰਹੀ ਆ, ਇਹ ਤਾਂ ਆ ਜੀ, ਦੇਖ ਕਰੋਨਾ ਵਰਗੀ ਜਿਹੜੀ ਬਿਮਾਰੀ ਆ, ਜਿਹ ਤੋਂ ਲੋਕ ਡਰਦੇ ਆਪਦੇ ਘਰਾਂ ਦੇ ਵਿੱਚ ਇੱਕ ਦੂਜੇ ਕੋਲ ਜਾਣ ਲੱਗੇ ਵੀ ਆਪਦੇ ਹੱਥ ਵਾਸ਼ ਕਰਦੇ ਆ। ਤੇ ਅਸੀਂ ਬੈਠੇ ਬੈਠੇ ਸੋਚਿਆ ਵੀ ਬਾਬੇ ਨਾਨਕ ਦਾ ਲੰਗਰ, ਕੁਦਰਤੀ ਉਸ ਦਿਨ 20 ਤਰੀਕ ਸੀਗੀ, ਅਸੀਂ ਸੋਚਿਆ ਵੀ ਕੁਛ ਇਹੋ ਜਿਹਾ ਕੀਤਾ ਜਾਵੇ ਜਿਹਦੇ ਨਾਲ ਜਿੱਥੇ ਸਾਡੇ ਪੰਜਾਬੀਆਂ ਦਾ ਨਾਮ ਰੋਸ਼ਨ ਹੋਵੇ। ਤੇ ਅਸੀਂ ਬੈਠ ਕੇ ਸੋਚਣ ਲੱਗੇ ਵੀ ਕੀ ਨਾਮ ਰੱਖਿਆ ਜਾਵੇ। ਤੇ ਇੱਕਦਮ ਮਨ ਦੇ ਵਿੱਚ ਹੈ PFS, ਵੀ ਪੰਜਾਬੀ ਫੂਡ ਸੇਵਾ ਆਪਾਂ ਨਾਮ ਰੱਖੀਏ, ਜਿਹਦੇ ਵਿੱਚ ਪੰਜਾਬ ਦੇ ਰਹਿਣ ਵਾਲੇ, ਚਾਹੇ ਹਿੰਦੂ ਆ, ਮੁਸਲਿਮ ਆ, ਸਿੱਖ ਆ, ਚਾਹੇ ਈਸਾਈ ਆ, ਸਾਰਿਆਂ ਦਾ ਇਹ ਲੱਗੇ ਵੀ ਸਾਂਝਾ ਵਾ, ਵੀ ਜਿਹੜਾ ਵੀ ਪੰਜਾਬੀ ਬੋਲਦਾ, ਸੁਣਦਾ, ਸਮਝਦਾ, ਉਹਦੀ ਮਦਦ ਕੀਤੀ ਜਾਵੇ। ਤੇ ਉੱਥੇ ਨਾਲ ਨਾਲ ਇਹ ਵੀ ਦੱਸਦੇ ਵੀ ਸਾਨੂੰ ਜਦੋਂ ਸ਼ੁਰੂ ਕੀਤਾ ਤਾਂ ਬਾਬੇ ਨਾਨਕ ਦੀ ਕਿਰਪਾ ਨਾਲ ਜਿਹੜਾ 20 ਰੁਪਏ ਦਾ ਲੰਗਰ ਉਹਨਾਂ ਦਾ 20 ਮਾਰਚ ਨੂੰ 2020 ਦੇ ਵਿੱਚ ਚਲਾਇਆ। ਕੁਦਰਤੀ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ, 20 ਮਾਰਚ 2020 ਤੇ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਚਲਾਇਆ। ਤੇ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਸੰਗਤਾਂ ਦਾ ਵੀ ਬਾਅਦ ਦੇ ਵਿੱਚ ਆਪਾਂ ਚਾਹਾਂਗੇ ਤੁਹਾਡੇ ਨਾਲ 1 ਬਾਏ 1 ਆਪਾਂ ਇਹਦੇ ਉੱਤੇ ਲੰਬੀ ਗੱਲਬਾਤ ਕਰਾਂਗੇ। ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਇਹ ਵਧੀਆ ਸੋਚ ਜਾਂ ਵਧੀਆ ਲੋਕਾਂ ਨੂੰ ਲਿਆ ਕੇ ਲੋਕਾਂ ਦੇ ਸਨਮੁਖ, ਲੋਕਾਂ ਦੇ ਰੂਬਰੂ ਕਰਦੇ ਆ, ਜਿਹਦੇ ਨਾਲ ਲੋੜਵੰਦਾਂ ਤੱਕ ਇਹ ਮੈਸੇਜ ਪਹੁੰਚਦਾ ਵਾ। ਤੇ ਤਾਂ ਹੀ ਅਸੀਂ ਨਾਂ ਰੱਖਿਆ ਵੀ ਪੰਜਾਬੀ ਫੂਡ ਸੇਵਾ, ਜਿਹਦੇ ਵਿੱਚ ਸਾਨੂੰ ਸਾਡੇ ਜੇ ਲੀਡਰਸ਼ਿਪ ਦੀ ਗੱਲ ਕਰੀਏ ਲੋਕਲ ਦਾ, ਤੇ ਬਾਕੀ ਪ੍ਰਾਊਡ ਫੀਲ ਹੁੰਦਾ ਵਾ ਸਾਨੂੰ ਆਪਦੇ ਵਲੰਟੀਅਰਸ ਤੇ, ਸਾਨੂੰ ਆਪਦੀ ਪੰਜਾਬੀ ਕੌਮ ਤੇ, ਇਹ ਬਾਬਾ ਨਾਨਕ ਜੀ ਜਿਨ੍ਹਾਂ ਦੇ ਸਾਨੂੰ ਇਹ 20 ਰੁਪਏ ਦਾ ਲੰਗਰ ਦਿੱਤਾ, ਤੇ ਜਿਹੜਾ ਅੱਜ ਪੂਰੇ ਵਰਲਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੁਨੀਆ ਵਿੱਚ ਚੱਲ ਰਿਹਾ ਜੀ। ਹੋਰ ਆ ਕੇ ਜੁੜਦਾ ਹੈ। ਅਸੀਂ ਬਹੁਤ ਸਾਰੇ ਜਿਹੜੇ ਵਲੰਟੀਅਰਸ ਬਾਰੇ ਸੁਣਦੇ ਹਾਂ, ਜਿਹੜੇ ਕਹਿੰਦੇ ਨੇ ਕਿ ਜਿਹੜੇ ਟਨਾਡ ਲੋਕ ਨੇ, ਜਿਹੜੇ ਅਮੀਰ ਲੋਕ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਸੇਵਾ ਭਾਵ ਹੈਗੇ ਨੇ ਵੀ ਉਹ ਕੋ $5000 ਲੈ ਲਓ, ਉਹ ਕੋ $10,000 ਲੈ ਲਓ, ਤੇ ਆਪਾਂ ਵੱਡਾ ਸਾਰਾ ਜਿਹੜਾ ਉਹ ਲੰਗਰ ਲਾ ਦਿੰਦੇ ਹਾਂ। ਪਰ ਬਹੁਤ ਸਾਰੇ ਲੋਕੀ ਇਹ ਵੀ ਹੁੰਦੇ ਨੇ ਜਿਹਦੀ ਸਿਰਫ ਤੇ ਸਿਰਫ ਇੱਛਾ ਹੁੰਦੀ ਹੈ ਕਿ ਭਾਵੇਂ ਮੈਂ ਇੱਕ ਲੂਣ ਦਾ ਪੈਕਟ ਹੀ ਦੇਵਾਂ, ਭਾਵੇਂ ਮੈਂ ਇੱਕ ਚਨੇ ਦੀ ਦਾਲ ਦਾ ਪੈਕਟ ਦੇ ਦਾਂ, ਭਾਵੇਂ ਮੈਂ ਇੱਕ ਆਟੇ ਦੀ ਬੋਰੀ ਦੇ ਦਾਂ। ਉਹਨਾਂ ਲੋਕਾਂ ਦੇ ਮਨ ਦੇ ਵਿੱਚ ਵੀ ਭਾਵ ਉੱਠਦੇ ਨੇ ਕਿ ਮੈਂ ਵੀ ਜਿਹੜਾ ਕਿਤੇ ਨਾ ਕਿਤੇ ਸੇਵਾ ਕਰਨੀ ਹੈ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਮੈਨੂੰ ਕਿ ਤੁਸੀਂ ਗਰੋਸਰੀ ਸਟੋਰ ਦੇ ਬਾਹਰ ਇੱਕ ਟਰੱਕ ਲਾਇਆ ਹੋਇਆ, ਤੇ ਜਿਹੜਾ ਵੀ ਬੰਦਾ ਆਵੇ ਉਹ ਆਪਣੀ ਇੱਛਾ ਦੇ ਮੁਤਾਬਿਕ, ਜੇ ਕਿਸੇ ਦੀ ਇੱਕ ਲੂਣ ਦੀ ਗੁੱਥੀ ਦੇਣ ਦੀ ਜਿਹੜੀ ਸ਼ਰਧਾ ਹੈਗੀ ਉਹ ਵੀ ਦੇ ਜਾਏ, ਤੇ ਉਹ ਵੀ ਹੱਥ ਜੋੜ ਕੇ ਤੁਸੀਂ ਉਹਨੂੰ ਐਕਸੈਪਟ ਕਰ ਲੈਂਦੇ ਹੋ। ਇਹ ਆਪਣੇ ਆਪ 'ਚ ਕਿੰਨਾ ਕੁ ਵਧੀਆ ਕੰਸੈਪਟ ਲੱਗਦਾ ਹੈ, ਤੇ ਲੋਕੀ ਇਹਨੂੰ ਕਿੰਨਾ ਕੁ ਪਿਆਰ ਕਰਦੇ ਨੇ ਇਸ ਕੰਸੈਪਟ ਨੂੰ? ਜਿਹੜੀ ਪੰਜਾਬੀ ਫੂਡ ਸੇਵਾ ਜਦੋਂ ਸ਼ੁਰੂ ਕੀਤਾ ਸੀ, ਇਹਦੇ ਵਿੱਚ ਇੱਕ ਚੀਜ਼ ਦਾ ਬਹੁਤ ਧਿਆਨ ਰੱਖਿਆ ਗਿਆ ਸੀਗਾ ਵੀ ਕਿਸੇ ਵੀ ਬਿਜ਼ਨਸਮੈਨ ਦਾ ਕੋਈ ਮੋਹਰ ਨਾ ਲੱਗੇ ਇਹਦੇ ਉੱਤੇ, ਤੇ ਨਾ ਹੀ ਕਿਸੇ ਇੱਕ ਦੀ ਇਹ ਜੀ ਸੰਸਥਾ ਹੋਵੇ। ਇਹ ਐਂ ਲੱਗੇ ਵੀ ਜਿਹੜਾ ਬੰਦਾ ਵੀ ਇਹਦੇ ਵਿੱਚ ਸੇਵਾ ਕਰ ਰਿਹਾ ਉਹਨੂੰ ਇਹ ਲੱਗੇ ਵੀ ਇਹ ਮੇਰੀ ਸੰਸਥਾ ਵਾ, ਵੀ ਇਹ ਮੇਰੀ ਸੇਵਾ, ਵੀ ਇਹ ਉਹਦੇ ਵਿੱਚ ਕੋਈ ਇਹ ਨਾ ਲੱਗੇ ਕੋਈ ਖਾਸ ਆ। ਤੇ ਅਸੀਂ ਵੀਕਐਂਡ ਦੇ ਉੱਤੇ, ਜਿਵੇਂ ਫਰਾਈਡੇ, ਸੈਟਰਡੇ, ਸੰਡੇ, 3 ਦਿਨ ਲਗਾਤਾਰ ਅਸੀਂ ਆਪਦੇ ਵਲੰਟੀਅਰ 12 ਵਜੇ ਤੋਂ ਲੈ ਕੇ 6 ਵਜੇ ਤੱਕ ਵੱਖ-ਵੱਖ ਸਟੋਰਾਂ ਮੂਹਰੇ ਜਿਹੜੀਆਂ ਕਾਰਟਸ ਹੁੰਦੀਆਂ, ਟਰਾਲੀ ਜਿਹਦੇ ਵਿੱਚ ਗਰੋਸਰੀ ਕਰਦੇ ਆ, ਉਹ ਲੈ ਕੇ ਖੜਾਉਂਦੇ, ਜਿਹਦੇ ਹੱਥਾਂ ਵਿੱਚ ਬੋਰਡ ਫੜੇ ਹੁੰਦੇ ਆ
ਤੇ ਉਹ ਨਾਲੇ ਤਾਂ ਜਿਹੜੇ ਅੰਦਰ ਜਾਂਦੇ ਆ ਗਰੋਸਰੀ ਕਰਨ ਉਹਨਾਂ ਨੂੰ ਸੈਨੀਟਾਈਜ਼ਰ ਕਰਾਉਂਦੇ ਆ ਪ੍ਰੋਪਰ ਤਰੀਕੇ ਨਾਲ, ਤੇ ਨਾਲੇ ਉਹਨਾਂ ਨੂੰ ਕਹਿੰਦੇ ਆ ਵੀ ਕੁਛ ਨਾ ਕੁਛ ਡੋਨੇਟ ਕਰੋ। ਜਿਵੇਂ ਪਰਿਵਾਰ ਆਉਂਦੇ ਆ ਬਾਹਰ, ਉਹ ਕੋਈ ਆਟਾ ਦੇ ਗਿਆ, ਕੋਈ ਦੁੱਧ ਦੇ ਗਿਆ, ਕੋਈ ਲੂਣ ਦੇ ਗਿਆ, ਕੋਈ ਚਾਹ ਪੱਤੀ ਦੇ ਗਿਆ। ਜਿੰਨੇ ਵੀ ਪਰਿਵਾਰ ਗਰੋਸਰੀ ਕਰਦੇ ਆ, ਹੁਣ ਮੋਸਟਲੀ ਸਭ ਨੂੰ ਪਤਾ ਲੱਗ ਗਿਆ ਵੀ ਬਾਹਰ ਪੰਜਾਬੀ ਫੂਡ ਸੇਵਾ ਦੀਆਂ ਜਿਹੜੀਆਂ ਟਰਾਲੀਆਂ ਨੇ ਉਹ ਵੀਕਐਂਡ ਦੇ ਉੱਤੇ ਖੜਦੀਆਂ ਨੇ, ਫਰਾਈਡੇ ਸੈਟਰਡੇ ਸੰਡੇ, ਤੇ ਲੋਕ ਉਹਦੇ ਵਿੱਚ ਲਿਆ ਕੇ ਇੰਨੀ ਤਿਲ ਫੁੱਲ ਪਾਉਂਦੇ ਆ ਵੀ ਜੇ ਗੱਲ ਕਰੀਏ ਇੱਕ ਦਿਨ ਦੇ ਵਿੱਚ ਅਸੀਂ 50 ਤੋਂ 70 ਫੈਮਲੀਆਂ ਦਾ ਫੂਡ ਉੱਥੋਂ ਇਕੱਠਾ ਕਰ ਲਈਦਾ ਵਾ 10-12 ਸਟੋਰਾਂ ਤੋਂ। ਤੇ ਫਿਰ ਉਹਨੂੰ ਪੂਰੀ ਵੀਕ ਅਸੀਂ ਜਿੱਥੇ ਡਿਲੀਵਰੀਆਂ ਆਉਂਦੀਆਂ ਵਾ ਡਿਲੀਵਰੀਆਂ ਕਰੀਦੀਆਂ ਵਾ, ਤੇ ਅਸੀਂ ਰੂਟ ਪਲਾਨ ਕਰ ਲਏ ਜਿੰਨੇ ਵਲੰਟੀਅਰ ਵੀ, ਜਿਹਨੇ ਮੰਨ ਲਓ ਜੇ ਕਿਸੇ ਨੇ ਬਰੈਂਪਟਨ ਦੇ ਆਹ ਸਟਰੀਟ ਤੇ ਜਾਣਾ ਵਾ, ਉਹਦਾ ਘਰ ਆ, ਉਹਨੂੰ 2-3 ਡਿਲੀਵਰੀਆਂ ਦੇ ਦਈਏ, ਫਿਰ ਦੂਜੇ ਨੇ ਜਾਣਾ ਮਿਸਾਗਾ ਤੇ ਉਹਨੂੰ ਦੇ ਦਈਦੀਆਂ। ਤੇ ਮੋਸਟਲੀ ਅਸੀਂ ਇਹ ਵੀ ਬੇਨਤੀ ਕਰੀਦੀ ਆ ਪਰਿਵਾਰਾਂ ਨੂੰ ਵੀ ਤੁਸੀਂ ਆ ਕੇ ਸਾਡੇ ਐਡਰੈਸ ਦੇ ਉੱਤੇ ਆ ਕੇ ਤੁਸੀਂ ਲੈ ਵੀ ਸਕਦੇ ਹੋ ਵੀ। ਤੇ ਜਦੋਂ ਕੋਈ ਸਾਨੂੰ ਪੁੱਛਦਾ ਵਾ ਵੀ ਕਿਹਦੇ ਲਈ ਆ, ਕਿਹੜੀ ਜਾਤ ਲਈ ਆ, ਅਸੀਂ ਕਹਿੰਦੇ ਵੀ ਜਿਹੜਾ ਕੋਈ ਨੀਡੀ ਆ, ਵੀ ਤੁਹਾਨੂੰ ਪਤਾ ਵਾ ਵੀ ਤੁਸੀਂ ਲੋੜਵੰਦ ਹੋ, ਤੁਸੀਂ ਇਹ ਸੋਚ ਕੇ ਇਹ ਫੂਡ ਲੈ ਕੇ ਜਾਏ ਵੀ ਜੇ ਤੁਸੀਂ ਲੋੜਵੰਦ ਨਹੀਂ ਹੈਗੇ, ਇਹ ਨਾ ਲੱਗੇ ਵੀ ਤੁਹਾਡਾ ਤੁਸੀਂ ਕਿਸੇ ਦਾ ਹੱਕ ਮਾਰ ਲਓ ਵੀ ਇਹ ਫੂਡ ਅਸੀਂ ਸਹੀ ਹੱਥਾਂ ਦੇਣਾ ਚਾਹੁੰਦੇ ਆ, ਪਰ ਸਾਡੇ ਕੋਲ ਕੋਈ ਮੀਟਰ ਜਾਂ ਸਾਡੇ ਕੋਲ ਕੋਈ ਇਹੋ ਜਿਹਾ ਜਾਦੂ ਸ਼ਕਤੀ ਤਾਂ ਹੈ ਨਹੀਂ ਵੀ ਸਾਨੂੰ ਪਤਾ ਲੱਗ ਜੂ ਵੀ ਕੌਣ ਬੰਦਾ ਨੀਡੀ ਆ ਕੌਣ ਨਹੀਂ ਨੀਡੀ। ਪਰ ਅਸੀਂ ਬਾਬੇ ਨਾਨਕ ਵੱਲੋਂ ਸੇਵਾ ਜਿਹੜੀ ਚਲਾਈ ਆ ਉਹ ਕਰੀ ਜਾਂਦੇ ਆ, ਤੇ ਲੋਕ ਇੰਨਾ ਭਰਮਾ ਹੰਗਾਰਾ ਦੇ ਰਹੇ ਆ, ਤੇ ਇਹਦੇ ਵਿੱਚ ਪੂਰੇ ਅਸੀਂ ਗਰਵ ਨਾਲ ਕਹਿ ਸਕਦੇ ਹਾਂ ਕਿਸੇ ਬਿਜ਼ਨਸਮੈਨ ਦੀ ਕੋਈ ਸਟੈਂਪ ਨਹੀਂ ਹੈਗੀ ਵੀ ਜੇ ਉਹ ਕਹਿ ਦੂ ਵੀ ਮੈਂ ਪੈਸੇ ਦਿੰਦਾ ਤਾਂ ਇਹ ਸੰਸਥਾ ਚੱਲਦੀ ਹੈ। ਨਹੀਂ, ਇਹ ਹਰ ਉਸ ਬੰਦੇ ਕਰਕੇ ਆ ਜਿਹੜਾ ਗਰੋਸਰੀ ਲੈਣ ਜਾਂਦਾ ਵਾ, ਜਿਹੜਾ ਕਹਿੰਦਾ ਵਾ ਵੀ ਇੱਕ ਥੈਲੀ। ਤੇ ਹਾਂ, ਧੰਨਵਾਦ ਕਰਦੇ ਹਾਂ ਜ਼ਰੂਰ ਪੰਜਾਬੀ ਗਰੋਸਰੀ ਸਟੋਰਾਂ ਦਾ, ਜਿਹੜੇ ਸਾਨੂੰ ਉੱਥੇ ਖੜਨ ਦਿੰਦੇ ਆ, ਜਿਹੜੇ ਕਹਿੰਦੇ ਆ ਤੁਸੀਂ ਫੂਡ ਇਕੱਠਾ ਕਰੋ, ਸਾਡੀ ਜਿਹੜੇ ਮਦਦ ਕਰਦੇ ਆ। ਤੇ ਮੋਸਟਲੀ ਇਹਦੇ ਵਿੱਚ ਪਰਿਵਾਰਾਂ ਦਾ ਬਹੁਤ ਵੱਡਾ ਯੋਗਦਾਨ ਆ। ਤੇ ਜਿੱਥੇ ਕੈਨੇਡਾ ਵਰਗੀ ਕੰਟਰੀ ਵਿੱਚ ਸਾਡੇ ਪੰਜਾਬ ਤੋਂ ਆਏ ਬੱਚਿਆਂ ਨੂੰ ਨਿੰਦਿਆ ਜਾਂਦਾ ਸੀ ਵੀ ਇਹ ਲੜਾਈਆਂ ਝਗੜੇ ਕਰਦੇ ਆ, ਤੇ ਅੱਜ ਉਹ 80% ਬੱਚੇ ਆ ਜਿਹੜੇ ਅਸੀਂ ਫੋਟੋਆਂ ਵੀ ਪਾਉਂਦੇ ਹੁੰਦੇ ਆ ਵੀਕਐਂਡ ਤੇ ਆਪਣੇ ਮਨੀਸ਼ ਜੀ, ਉਹ ਸੇਵਾਵਾਂ ਕਰਦੇ ਆ ਜੀ। ਤੇ ਇਹ ਪੰਜਾਬੀ ਫੂਡ ਸੇਵਾ ਨੂੰ ਪਿਆਰ ਮਿਲ ਰਿਹਾ ਜੀ ਲੋਕਾਂ ਵੱਲੋਂ। ਹੋਰ ਇੱਥੇ ਗੱਲ ਕਰਨਾ ਚਾਹਾਂਗਾ, ਜਿਸ ਤਰ੍ਹਾਂ ਅਗਰ ਗੱਲ ਕਰੀਏ ਤੇ ਗੁਰੂ ਨਾਨਕ ਨੇ ਜਦੋਂ ਪੰਗਤ ਦਾ ਕਨਸੈਪਟ ਲਿਆਂਦਾ ਸੀ ਉਦੋਂ ਇਹ ਹੈਗਾ ਸੀ ਕਿ ਰਾਜਾ ਵੀ ਉੱਥੇ ਬੈਠੇਗਾ, ਰੰਕ ਵੀ ਉੱਥੇ ਬੈਠੇਗਾ, ਅਮੀਰ ਵੀ ਉੱਥੇ ਬੈਠੇਗਾ, ਗਰੀਬ ਵੀ ਉੱਥੇ ਬੈਠੇਗਾ। ਪਰ ਜਿਹੜੇ ਲੋਕੀ ਜੇ ਕੋਈ ਦਾਨ ਕਰਨਾ ਚਾਹੁੰਦੇ ਨੇ ਤੇ ਜਦੋਂ ਇਹ ਪੁੱਛਦੇ ਨੇ ਕਿ ਕਿਹੜੀ ਜਾਤ ਨੂੰ ਦੇਣਾ, ਮੇਰੇ ਹਿਸਾਬ ਨਾਲ ਉਹ ਵੀ ਗੁਰੂ ਨਾਨਕ ਦੇ ਕਨਸੈਪਟ ਦੀ ਜਿਹੜੀ ਆ ਉਹ ਬਦਖੋਈ ਕਰਦੇ ਨੇ। ਉਹਨਾਂ ਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ ਕਿ ਇਸ ਤਰੀਕੇ ਨਾਲ ਨਹੀਂ ਹੁੰਦਾ। ਜਿਹੜਾ ਲੋੜਵੰਦ ਹੈ ਉਹ ਕਿਸੇ ਵੀ ਜਾਤ ਤੋਂ ਕਿਉਂ ਨਾ ਹੋਵੇ, ਉਹ ਲੋੜਵੰਦ ਹੈ। ਜੇ ਅਸੀਂ ਇਸ ਚੀਜ਼ ਨੂੰ ਸਮਝ ਸਕਦੇ ਹੁੰਦੇ ਤਾਂ ਸ਼ਾਇਦ ਕਈ ਵਾਰੀ ਹੁੰਦਾ ਕਿ ਸਾਡਾ ਇੰਨਾ ਜ਼ਿਆਦਾ ਨਿਗਾਰ ਵੀ ਨਾ ਹੁੰਦਾ। ਪਰ ਆਪਣੇ ਆਪ ਨੂੰ ਕਹਿੰਦੇ ਨੇ ਕਿ ਦੇਰ ਆਏ ਦਰੁਸਤ ਆਏ, ਕਿਤੇ ਨਾ ਕਿਤੇ ਆਪਣੇ ਆਪ ਨੂੰ ਕਰੈਕਟ ਕਰਨ ਦੀ ਜਿਹੜੀ ਕੋਸ਼ਿਸ਼ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ। ਬੈਨੀਪਾਲ ਸਾਹਿਬ, ਮੈਂ ਤੁਹਾਡੇ ਕੋਲ ਆਉਣਾ। ਬਿਲਕੁਲ ਜਿਸ ਤਰੀਕੇ ਨਾਲ ਜੋਤੀ ਮਾਨ ਨੂੰ ਤੁਸੀਂ ਸੁਣਿਆ, ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਦੁਨੀਆ ਭਰ ਦੇ ਵਿੱਚ ਜਿਹੜਾ ਜਿਹੜੀਆਂ ਬਿਲਕੁਲ ਬੈਨੀਪਾਲ ਸਾਹਿਬ ਦੀ ਜਿਹੜੀ ਆਵਾਜ਼ ਸ਼ਾਇਦ ਨਹੀਂ ਆ ਰਹੀ। ਮੈਂ ਬਿਲਕੁਲ ਉਹਨਾਂ ਟੀਮ ਨੂੰ ਕਹਾਂਗਾ ਕਿ ਇੱਕ ਵਾਰੀ ਜ਼ਰੂਰ ਉਹਨਾਂ ਨਾਲ ਗੱਲ ਜਿਹੜੀ ਉਹ ਕਰ ਲੈਣ ਅਤੇ ਉਹਨਾਂ ਨੂੰ ਦੁਬਾਰਾ ਜਿਹੜਾ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨ। ਚੀਮਾ ਸਾਹਿਬ, ਮੈਂ ਤੁਹਾਡੇ ਕੋਲ ਆਉਣਾ। ਖਾਸ ਤੌਰ ਤੇ ਜਦੋਂ ਅਸੀਂ ਕੈਲਗਰੀ ਦੀ ਗੱਲ ਕਰਦੇ ਹਾਂ, ਕੈਲਗਰੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਰਹਿੰਦੇ ਨੇ। ਪੰਜਾਬੀਆਂ ਦਾ ਇੱਕ ਆਪਣੇ ਆਪ 'ਚ ਇੱਕ ਕਨਸੈਪਟ ਹੈਗਾ, ਆਪਣਾ ਰਹਿਣ ਸਹਿਣ ਦਾ ਤਰੀਕਾ ਹੈਗਾ। ਪਰ ਅਸੀਂ ਇਹ ਵੀ ਵੇਖਿਆ, ਜਿਸ ਤਰ੍ਹਾਂ ਜੋਤੀ ਮਾਨ ਉਹਨਾਂ ਨੇ ਗੱਲ ਕੀਤੀ ਹੈ ਕਿ ਸਮੇਂ ਦੇ ਉੱਤੇ ਅਸੀਂ ਪੰਜਾਬੀ ਨੌਜਵਾਨ ਜਿਹੜੇ ਕੈਨੇਡਾ ਦੇ ਉੱਤੇ ਹੈਗੇ ਨੇ, ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ 'ਤੇ ਹੁੰਦੀਆਂ ਸਨ, ਉਸਨੇ ਸਾਨੂੰ ਵਿਚਲਿਤ ਵੀ ਕੀਤਾ। ਉਹਨਾਂ ਨੇ ਸਾਨੂੰ ਡਰਾਇਆ ਵੀ ਹੈ ਕਿ ਇਹ ਪੰਜਾਬ ਵਾਲਾ ਜਿਹੜਾ ਬਿਹੇਵੀਅਰ ਹੈ, ਉੱਥੋਂ ਦਾ ਰਹਿਣ ਦਾ ਜਿਹੜਾ ਤਰੀਕਾ ਹੈ, ਉਸ ਨੂੰ ਕੈਨੇਡਾ ਦੇ ਵਿੱਚ ਲੈ ਆਏ ਨੇ ਜਿਹੜਾ ਮਾੜਾ ਹੈਗਾ। ਪਰ ਅੱਜ ਜਿਸ ਤਰੀਕੇ ਨਾਲ ਜੋਤੀ ਮਾਨ ਉਹਨਾਂ ਨੇ ਦੱਸਿਆ ਕਿ ਅਸੀਂ ਉਸ ਛਵੀ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਨੌਜਵਾਨ ਜਿਹੜੇ ਚੰਗੇ ਤਰੀਕੇ ਨੇ, ਜਿਹੜੇ ਜਿਨ੍ਹਾਂ ਨੂੰ ਪਤਾ ਹੈਗਾ ਵੀ ਕਨਸੈਪਟ ਕੀ ਹੈ, ਸਾਡਾ ਕਲਚਰ ਕੀ ਹੈ, ਉਹਨਾਂ ਲੋਕਾਂ ਨੇ ਅੱਗੇ ਆ ਕੇ ਜਿਹੜੀ ਉਹ ਲੋਕਾਈ ਦੀ ਸੇਵਾ ਕੀਤੀ ਹੈ। ਇਹ ਆਪਣੇ ਆਪ 'ਚ ਕਿੰਨਾ ਕੁ ਵਧੀਆ ਤੁਹਾਨੂੰ ਲੱਗਾ ਜੀ? ਇਹ ਬਹੁਤ ਵਧੀਆ ਉਪਰਾਲਾ ਹੈਗਾ ਜੀ। ਦੇਖੋ, ਸਾਡੇ ਜਿਹੜੇ ਯੂਥ ਹੈ ਉਹਨਾਂ ਨੂੰ ਵੀ ਬਹੁਤ ਸੰਭਾਲਣ ਦੀ ਲੋੜ ਹੈਗੀ ਆ। ਉਹਨਾਂ ਨੂੰ ਇਸ ਸਮੇਂ ਦੇ ਵਿੱਚ ਇਸ ਪਾਸੇ ਲਾਇਆ ਗਿਆ ਹੈਗਾ ਆ ਤਾਂ ਕਿ ਉਹ ਕਮਿਊਨਿਟੀ ਦੀ ਸੇਵਾ ਕਰਨ, ਤੇ ਇਸ ਨਾਲ ਉਹਨਾਂ ਦੇ ਅੰਦਰ ਸੇਵਾ ਕਰਨ ਦਾ ਜਜ਼ਬਾ, ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਕਲਪ ਦਿੱਤਾ ਸੀ, ਉਹਨੂੰ ਪੂਰਾ ਕਰਨ ਦਾ ਉਹਨਾਂ ਦੇ ਅੰਦਰ ਜਜ਼ਬਾ ਆਏਗਾ ਤੇ ਉਹ ਲੋਕ ਚੰਗੇ ਪਾਸੇ ਜੁੜਨਗੇ। ਹਾਂਜੀ, ਮੈਂ ਤੁਹਾਡੇ ਵਾਲੇ ਪਾਸੇ ਵੀ ਆ ਜਾਣਾ, ਕਿਉਂਕਿ ਉਸ ਗੱਲ ਦਾ ਵੀ ਜਿਹੜੀ ਉਹ ਕਰਨੀ ਬੜੀ ਜ਼ਰੂਰੀ ਹੈ। ਗੁਰੂ ਘਰ ਦੇ ਵਜ਼ੀਰਾਂ ਦਾ ਜਿਹੜਾ ਮਾਨ ਦੀ ਆਪਾਂ ਗੱਲ ਕਰ ਰਹੇ ਸੀ, ਮੈਂ ਤੁਹਾਨੂੰ ਉਹਦੇ ਟੋਕਿਆ ਸੀ ਥੋੜਾ ਜਿਹਾ, ਕਿਉਂਕਿ ਮੈਂ ਚਾਹੁੰਦਾ ਸੀ ਕਿ ਹਰ ਇੱਕ ਨੂੰ ਜਿਹੜਾ ਬਰਾਬਰ ਬਣਦਾ ਟਾਈਮ ਦਿੱਤਾ ਜਾਵੇ। ਜਿਹੜਾ ਵਜ਼ੀਰਾਂ ਦੇ ਜਿਹੜੀ ਰਿਸਪੈਕਟ ਹੈ, ਉਹ ਤੁਹਾਡੇ ਗੁਰੂ ਘਰ ਤੋਂ ਜਦੋਂ ਆਵਾਜ਼ ਉੱਠੀ ਤੇ ਅੱਜ ਦੁਨੀਆ ਭਰ ਦੇ ਵਿੱਚ ਜਿਹੜਾ ਉਸ ਆਵਾਜ਼ ਨੂੰ ਸੁਣਿਆ ਵੀ ਗਿਆ, ਤੇ ਤੁਹਾਡੇ ਜਿਹੜੀਆਂ ਪਾਈਆਂ ਲੀਹਾਂ ਹੈਗੀਆਂ ਨੇ ਗੁਰੂ ਘਰ ਦੇ ਵੱਲੋਂ,
ਉਹਨਾਂ ਲੀਆਂ ਦੇ ਵੱਲ ਵੇਖ ਕੇ ਦੂਜਿਆਂ ਨੇ ਵੀ ਕਿਹਾ ਕਿ ਨਹੀਂ, ਸਾਨੂੰ ਵੀ ਕੁਛ ਨਾ ਕੁਛ ਕਰਨਾ ਪੈਣਾ ਤੇ ਅਸੀਂ ਕਰਾਂਗੇ ਵੀ। ਜਦੋਂ ਦੁਨੀਆ ਭਰ ਦੇ ਵਿੱਚੋਂ ਐਡਾ ਵਧੀਆ ਹੁੰਗਾਰਾ ਮਿਲਿਆ, ਉਹਨੂੰ ਤੁਸੀਂ ਕਿੰਨਾ ਕੁ ਵਧੀਆ ਪਸੰਦ ਕੀਤਾ ਜੀ ਕਿ ਜਿਹੜੇ ਵੀ ਗੁਰੂ ਘਰ ਦੇ ਵਜ਼ੀਰ ਹੈਗੇ ਨੇ ਉਹਨਾਂ ਨੂੰ ਸਨਮਾਨ ਦਿੱਤਾ ਜਾਵੇਗਾ, ਬਣਦੀ ਭੇਟਾ ਦਿੱਤੀ ਜਾਵੇਗੀ? ਬਹੁਤ ਵਧੀਆ ਲੱਗਦਾ ਜੀ, ਬਹੁਤ ਵਧੀਆ ਕਮੈਂਟਸ ਆ ਰਹੇ ਨੇ ਇਹਦੇ ਬਾਰੇ, ਬਹੁਤ ਵਧੀਆ ਵਿਚਾਰ ਆ ਰਹੇ ਨੇ ਇਹਦੇ ਬਾਰੇ। ਤੇ ਅਸੀਂ ਚਾਹੁੰਦੇ ਹਾਂ ਕਿ ਹੋਰ ਵੀ ਗੁਰੂ ਘਰ ਇਸ ਨੂੰ ਫੋਲੋ ਕਰਨ, ਕਿਉਂਕਿ ਜੋ ਆਪਣੇ ਗ੍ਰੰਥੀ ਸਿੰਘ ਹੈਗੇ ਆ, ਜੋ ਵੀ ਪ੍ਰਚਾਰਕ ਹੈਗੇ ਆ, ਜਾਂ ਰਾਗੀ ਸਿੰਘ ਹੈਗੇ ਆ, ਢਾਡੀ ਸਿੰਘ ਹੈਗੇ ਆ, ਇਹ ਸਾਡੇ ਪ੍ਰਚਾਰ ਦੀ ਰੀੜ੍ਹ ਦੀ ਹੱਡੀ ਨੇ। ਜੇਕਰ ਇਹਨਾਂ ਨੂੰ ਆਪਾਂ ਹੈਲਪ ਜਿੰਨੀ ਵੀ ਕਰ ਸਕੀਏ, ਜਿੰਨੇ ਜੋਗੇ ਵੀ ਹੈਗੇ, ਆਪਾਂ ਇਹਨੂੰ ਜ਼ਰੂਰ ਕਰਨੀ ਚਾਹੀਦੀ ਹੈ। ਇਸ ਔਖੇ ਸਮੇਂ ਦੇ ਵਿੱਚ ਇਹਨਾਂ ਨੂੰ ਸਾਂਭਣਾ ਵੀ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਇਹਨਾਂ ਨੂੰ ਸਾਂਭਣਾ ਚਾਹੀਦਾ। ਤੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਕਿ ਇਸ ਦੇ ਬਾਰੇ ਡਿਬੇਟ ਸੁਣਦੇ ਆ, ਤਾਂ ਬਾਕੀ ਹੋਰ ਵੀ ਜੋ ਗੁਰੂ ਘਰ ਆ ਇਸ ਬਾਰੇ ਗੱਲਬਾਤ ਕਰਦੇ ਨੇ, ਬਹੁਤ ਖੁਸ਼ੀ ਹੁੰਦੀ ਹੈ ਜੀ। ਤੇ ਸਾਡੇ ਇਸ ਤਰ੍ਹਾਂ ਸੀਗਾ ਵੀ ਅਸੀਂ ਜੋ ਵੀ ਇਹ ਹੈਗਾ ਗੁਰੂ ਘਰ ਵੱਲੋਂ ਇਹ ਅਪੀਲ ਕੀਤੀ। ਸਾਡੇ ਕੋਲ ਵਾਪਸ ਆਉਣਾ ਹੈ। ਇਸ ਵੇਲੇ ਤੁਹਾਡੀ ਸਰਵਿਸ ਦੇ ਨਾਲ ਜਿਹੜੇ ਜੁੜੇ ਹੋਏ ਨੇ, ਉਹਨਾਂ ਨੇ ਬਹੁਤ ਸਾਰੇ ਕਮੈਂਟ ਵੀ ਜਿਹੜੇ ਨੇ ਆਉਣੇ ਸ਼ੁਰੂ ਹੋ ਗਏ ਨੇ। ਭਾਰਤੀ ਵਰਮਾ ਜੀ ਕਹਿ ਰਹੇ ਨੇ ਕਿ ਪੰਜਾਬੀ ਫੂਡ ਸੇਵਾ ਬਹੁਤ ਹੀ ਵਧੀਆ ਸੇਵਾ ਕਰ ਰਹੀ ਹੈ, ਸਾਨੂੰ ਪ੍ਰਾਊਡ ਆਫ ਜੋਤੀ ਮਾਨ ਜੀ। ਜੋਤ ਮੀਨੂ ਜੀ ਲਿਖਦੇ ਨੇ ਕਿ ਗ੍ਰੇਟ ਵਰਕ ਜੋਤੀ ਸਿੰਘ ਜੀ, ਜੋਤੀ ਸਿੰਘ ਮਾਨ ਜੀ ਵੀਰੇ ਉਹਨਾਂ ਨੇ ਲਿਖਿਆ ਹੋਇਆ। ਬੱਠਲ ਇੰਦਰਜੀਤ ਸਿੰਘ ਜੀ ਲਿਖਦੇ ਨੇ ਕਿ ਗੁੱਡ ਜੋਬ ਜੋਤੀ ਸਿੰਘ ਜੀ ਮਾਨ ਬ੍ਰਦਰ। ਇਹਦੇ ਵਿੱਚ ਐਟੀਟਿਊਡ ਕਲੈਕਸ਼ਨ ਜਿਹੜੇ ਨੇ ਉਹ ਲਿਖਦੇ ਨੇ ਗ੍ਰੇਟ ਵਰਕ ਪੰਜਾਬੀ ਫੂਡ ਸੇਵਾ। ਗਿੱਲ ਹਰਮਨਦੀਪ ਸਿੰਘ ਜੀ ਲਿਖਦੇ ਨੇ ਪੰਜਾਬੀ ਫੂਡ ਸੇਵਾ ਗ੍ਰੇਟ ਜੋਬ। ਬੱਠਲ ਇੰਦਰਜੀਤ ਜੀ ਪੰਜਾਬੀ ਫੂਡ ਸੇਵਾ ਦਾ ਜਿਹੜਾ ਉਹ ਰਿਸਪੈਕਟ ਕਰ ਰਹੇ ਨੇ ਗਾੜੀਆਂ, ਬਹੁਤ ਵਧੀਆ। ਆਈ ਥਿੰਕ ਤੁਹਾਡੀ ਜਿਹੜੀ ਪੰਜਾਬੀ ਫੂਡ ਸੇਵਾ ਜਿਹੜੀ ਹੈ ਕਾਫੀ ਮਸ਼ਹੂਰ ਹੋ ਚੁੱਕੀ ਹੋਈ ਹੈ ਅਤੇ ਦੁਨੀਆ ਭਰ ਦੇ ਵਿੱਚ ਜਿਹੜਾ ਇਹਦੀ ਅੱਜ ਚਰਚਾ ਹੋ ਰਹੀ ਹੈ। ਪਰ ਇੱਕ ਮੈਂ ਜ਼ਰੂਰ ਇੱਥੇ ਜੋਤੀ ਮਾਨ ਜੀ ਤੁਹਾਨੂੰ ਸਵਾਲ ਜਿਹੜਾ ਉਹ ਕਰਨਾ ਚਾਹੂੰਗਾ। ਜਦੋਂ ਤੁਸੀਂ ਮਾਰਚ 20 ਨੂੰ ਇਹ ਕਨਸੈਪਟ ਜਿਹੜਾ ਉਹਨੂੰ ਸਾਹਮਣੇ ਲੈ ਕੇ ਆਏ ਹੋ, ਉਸ ਕਨਸੈਪਟ ਨੂੰ ਲਿਆਉਣ ਵਾਸਤੇ ਪਹਿਲਾਂ ਕੀ ਮਾਰਚ 19 ਤੱਕ ਤੁਹਾਡੇ ਦਿਮਾਗ ਦੇ ਵਿੱਚ ਕੀ ਘੁੰਮਦਾ ਪਿਆ ਸੀ? ਤੁਹਾਡੇ ਸਾਹਮਣੇ ਹਾਲਾਤ ਸਨ ਕਿ ਤੁਹਾਨੂੰ ਇਹ ਲੱਗਦਾ ਸੀ ਕਿ ਇੰਨਾ ਵਰਸਟ ਹੋਏਗਾ ਤੇ ਅਸੀਂ ਇਸ ਤਰੀਕੇ ਨਾਲ ਜਾ ਕੇ ਲੋਕਾਈ ਦੀ ਸੇਵਾ ਕਰਨੀ ਹੈ? ਜੇ ਮਨੀਸ਼ ਜੀ ਗੱਲ ਕਰੀਏ, ਮੈਂ ਸੱਚਾ ਸੁੱਚਾ ਇਹ ਬੰਦਾ ਵਾਂ, ਰੱਬ ਤੋਂ ਡਰ ਕੇ ਜਜ਼ਬਾਤੀ ਬੰਦਾ ਵਾਂ। 19 ਤਰੀਕ ਤੱਕ ਕੋਈ ਮਨ ਦੇ ਵਿੱਚ ਵਿਚਾਰ ਨਹੀਂ ਸੀਗਾ। ਦੋਸਤਾਂ ਨੇ ਸਲਾਹ ਕੀਤੀ, ਮਨ ਦੇ ਵਿੱਚ ਆਈਡੀਆ ਆ, ਤੇ ਇਹ ਆਈਡੀਆ ਸ਼ੁਰੂ ਕਰਤਾ ਜਦੋਂ ਘਰ ਨੂੰ ਜਾ ਰਿਹਾ ਸੀਗਾ। ਇੱਕ ਮੁੰਡਾ ਸਾਡੇ ਲੁਧਿਆਣੇ ਸਾਹਨੇਵਾਲ ਕੋਲ ਆਨੰਦਪੁਰ ਪਿੰਡ ਆ, ਉਹਦਾ ਮੈਨੂੰ ਮੈਸੇਜ ਆਇਆ ਜਦੋਂ ਪੇਜ ਬਣਾਇਆ ਵਾ ਪੰਜਾਬੀ ਫੂਡ ਸੇਵਾ ਦਾ, ਤਾਂ ਕਿ ਵੀਰੇ ਮੈਂ ਜੇਲ੍ਹ ਦੇ ਵਿੱਚੋਂ ਆਇਆ ਵਾ, ਮੈਂ ਤੁਹਾਡੀ ਪੇਜ ਦੇਖਿਆ ਵਾ ਤੇ ਮੈਂ ਚਾਹੁੰਦਾ ਵਾ ਵੀ ਮੇਰੇ ਕੋਲ ਆਟਾ ਵੀ ਹੈ ਨਹੀਂ, ਦਾਲ ਵੀ ਨਹੀਂ, ਤੁਸੀਂ ਮੈਨੂੰ ਕੀ ਦੇ ਸਕਦੇ ਹੋ? ਤੇ ਉਸੇ ਵੇਲੇ ਹੀ ਮੇਰੇ ਕੋਲ ਨਾ ਕੋਈ ਸਮਾਨ ਸੀਗਾ, ਗਰੋਸਰੀ ਪਾਣੀ, ਮੈਂ ਗਿਆ ਕੋਲ ਹੀ ਸਟੋਰ ਸੀਗਾ, ਉੱਥੋਂ ਜਾ ਕੇ ਬਾਏ ਕੀਤੀ ਗਰੋਸਰੀ। ਤੇ ਜਾ ਕੇ ਜਦੋਂ ਮੈਨੂੰ ਗਰੋਸਰੀ ਦੇ ਕੇ ਆਇਆ ਤੇ ਉਸ ਵੀਰ ਨੇ ਮੈਨੂੰ ਕਿਹਾ ਜਦੋਂ ਵੀ ਮੈਂ ਕੁਛ ਵੀਡੀਓ, ਮੈਂ ਕਿਹਾ ਨਹੀਂ ਯਾਰ ਵੀਡੀਓ ਨਹੀਂ ਤੇਰੀ ਬਣਾਉਣੀ, ਵੀ ਮੈਨੂੰ ਆਪਾਂ ਚਾਹੁੰਦੇ ਆ ਵੀ ਕੁਛ ਇਹੋ ਜਿਹਾ ਕੰਮ ਕਰੀਏ ਜਿਹਦੇ ਨਾਲ ਵੀ ਪੰਜਾਬੀਆਂ ਦਾ। ਉਹ ਪਹਿਲਾਂ ਨਵਪ੍ਰੀਤ ਨਾਂ ਦਾ ਬੱਚਾ ਸੀਗਾ, ਮੇਰੇ ਕੋਲ ਸਕਰੀਨਸ਼ਾਟ ਵੀ ਸਾਂਭੇ ਪਏ ਉਸ ਬੱਚੇ ਦੇ। ਜਦੋਂ ਮੈਸੇਜ ਆਇਆ ਮੈਂ ਜੇਲ੍ਹ ਚੋਂ ਆਇਆ, ਮੈਂ ਛੁੱਟ ਕੇ ਵੀ ਮੈਨੂੰ ਮਾੜੀ ਸੰਗਤ ਕਰਕੇ ਮੈਨੂੰ ਜੇਲ੍ਹ ਜਾਣਾ ਪੈ ਗਿਆ ਸੀਗਾ, ਵੀ ਮੇਰੇ ਕੋਲ ਗੱਡੀਆਂ ਵਧੀਆ ਸੀਗੇ, ਸਾਰਾ ਕੁਛ ਮੇਰਾ ਰਹਿਣ ਸਹਿਣ ਵਧੀਆ ਸੀ। ਜਦੋਂ ਉਹਨੇ ਆਪਦੇ ਫਾਦਰ ਸਾਹਿਬ ਦਾ ਮੈਨੂੰ ਨਾਮ ਦੱਸਿਆ, ਸਾਨੇਵਾਲ ਹਲਕੇ ਤੋਂ, ਪੂਰੇ ਵਧੀਆ ਉਹਨਾਂ ਦੇ ਵਧੀਆ ਪਰਿਵਾਰ ਤੋਂ ਬਿਲੋਂਗ ਕਰਦਾ ਸੀਗਾ। ਤੇ ਉਸ ਤੋਂ ਬਾਅਦ ਹੀ ਜਦੋਂ ਦੂਏ ਦਿਨ ਇਹ ਚੀਜ਼ ਸ਼ੁਰੂ ਕੀਤੀ ਤੇ ਸਾਡੇ ਦੋਸਤ ਇੱਥੋਂ ਪ੍ਰੀਤ ਕਾਲੋਂ ਜੀ, ਉਹਨਾਂ ਦਾ ਫੋਨ ਆਇਆ, ਕਹਿੰਦੇ ਵੀ ਮੈਂ ਵੀ ਸੇਵਾ ਕਰਨੀ ਚਾਹੁੰਦਾ, ਪੈਸੇ ਭੇਜਣਾ ਚਾਹੁੰਦਾ। ਮੈਂ ਕਿਹਾ ਨਹੀਂ, ਅਸੀਂ ਪੈਸੇ ਲੈਣੇ, ਵੀ ਸਾਨੂੰ ਫੂਡ ਦੀ ਲੋੜ ਆ। ਕਹਿੰਦੇ ਕੀ ਲੈ ਕੇ? ਕਿ ਜੋ ਮਰਜ਼ੀ ਲੈ ਕੇ ਆ ਜਾ, ਵੀ ਜੋ ਸਾਡੀ ਬੇਸਿਕ ਗਰੋਸਰੀ ਆ। ਉਹਨਾਂ ਨੇ ਲਿਆ ਕੇ ਸਾਨੂੰ ਗਰੋਸਰੀ ਦੇਤੀ। ਤੇ ਇਸੇ ਤਰ੍ਹਾਂ ਹੀ ਫਿਰ ਮਨ ਦੇ ਵਿੱਚ ਆਈਡੀਆ ਆਇਆ ਵੀ ਵੀਕਐਂਡ ਤੇ ਫੂਡ ਇਕੱਠਾ ਕੀਤਾ ਜਾਵੇ। ਜੇ ਸਟੂਡੈਂਟ ਬੱਚੇ ਆਏ, ਕਹਿੰਦੇ ਭਾਜੀ ਅਸੀਂ ਫ੍ਰੀ ਆ, ਅਸੀਂ ਵੀ ਨਾਲ ਵਲੰਟੀਅਰ ਕਰਨਾ ਚਾਹੁੰਦੇ ਹਾਂ, ਵੀ ਸਾਡੇ ਕੋਲ ਜੋਬ ਹੈ ਨਹੀਂ। ਅਸੀਂ ਕਿਹਾ, ਫਿਰ ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਵੀ ਜਿਵੇਂ ਇੰਸ਼ੋਰੈਂਸਾਂ ਤੁਹਾਡੇ ਕੋਲ ਹੈ ਨਹੀਂ, ਤੁਸੀਂ ਡਰਦੇ ਨਹੀਂ? ਕਹਿੰਦੇ ਨਹੀਂ, ਵੀ ਜਿੱਦਣ ਸਾਡੇ ਘਰਦਿਆਂ ਨੇ ਸਾਨੂੰ ਫੋਨ ਕੀਤਾ ਵਾ ਵੀ ਜਦੋਂ ਆਉਣੀ ਆ ਉਦੋਂ ਤਾਂ ਚਲੀ ਜਾਣਾ ਵਾ, ਪਰ ਤੁਸੀਂ ਪ੍ਰੀਕਾਸ਼ਨ ਰੱਖਿਓ, ਤੁਸੀਂ ਜਾ ਕੇ ਪੰਜਾਬੀ ਫੂਡ ਸੇਵਾ ਦੇ ਨਾਲ ਕੰਮ ਕਰੋ। ਤੇ ਅੱਜ ਉਹੀ ਬੱਚੇ ਜਿਹੜੇ ਵਲੰਟੀਅਰ ਆ, ਉਹਨਾਂ ਨੂੰ ਜਿੱਥੇ ਵੀਕਡੇ 'ਚ ਵਲੰਟੀਅਰ ਕਰਦੇ ਆ ਤੇ ਵੀਕਐਂਡ ਤੇ ਉਹਨਾਂ ਨੂੰ 11 ਵਜੇ ਦੀ ਵੇਟ ਰਹਿੰਦੀ ਆ ਵੀ ਫਰਾਈਡੇ ਵਾਲਾ ਦਿਨ ਆਵੇ ਤੇ ਅਸੀਂ ਸਟੋਰਾਂ ਮੂਹਰੇ ਖੜ ਕੇ ਗਰੋਸਰੀ ਇਕੱਠੀ ਕਰੀਏ, ਚਾਹੇ ਜਿੰਨੀ ਮਰਜ਼ੀ ਠੰਡ ਹੋਵੇ, ਜਿੰਨੀ ਮਰਜ਼ੀ ਹਵਾ ਚੱਲਦੀ ਹੋਵੇ। ਤੇ ਇਹ ਨੌਜਵਾਨ ਫੂਡ ਇਕੱਠਾ ਕਰਕੇ ਲਿਆਉਂਦੇ ਤੇ ਸਾਡੇ ਪਰਿਵਾਰ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ, ਜਿਨ੍ਹਾਂ ਨੂੰ ਜਿਹੜੇ ਦੇਖਦੇ ਹੋਏ ਸਮੇਂ ਦੇ ਹਾਲਾਤ, ਜਿਨ੍ਹਾਂ ਨੇ ਦੇਖਿਆ ਵੀ ਕਰੋਨਾ ਵਾਇਰਸ ਨੇ, ਰੱਬ ਵੀ ਕੋਈ ਚੀਜ਼ ਆ, ਰੱਬ ਨੇ ਅੱਜ ਦੁਨੀਆ ਨੂੰ ਇਹ ਸਾਬਤ ਕਰਤਾ ਵੀ ਜਿੱਥੇ ਵਿਗਿਆਨੀ ਕਹਿੰਦੇ ਸੀ
ਵੀ ਰੱਬ ਤੋਂ ਉੱਤੇ ਵਿਗਿਆਨੀ ਆ। ਅੱਜ ਵਿਗਿਆਨੀ ਵੀ ਰੱਬ ਮੂਹਰੇ ਅਰਦਾਸਾਂ ਕਰ ਰਹੇ ਆ, ਤੇ ਇਹ ਚੀਜ਼ਾਂ ਪਰਿਵਾਰਾਂ ਦੇ ਦਿਲਾਂ ਵਿੱਚ ਘਰ ਕਰ ਗਈਆਂ, ਤੇ ਉਹ ਸਾਨੂੰ ਫੂਡ ਦਿੰਦੇ ਆ, ਸਾਨੂੰ ਲੋੜ ਦੀਆਂ ਚੀਜ਼ਾਂ ਦਿੰਦੇ ਆ। ਤੇ ਨਾਲ ਦੀ ਨਾਲ ਜਦੋਂ ਅਸੀਂ ਕਿਤੇ ਤੁਹਾਡੇ ਵਰਗੇ ਵੀਰਾਂ ਦੇ ਚੈਨਲਾਂ ਦੇ ਉੱਤੇ ਇੱਕ ਬੇਨਤੀ ਕਰੀਦੀ ਆ, ਸਾਨੂੰ ਫੋਨ ਆਉਣ ਲੱਗ ਜਾਂਦਾ ਵੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ, ਤੇ ਫਿਰ ਅਸੀਂ ਪੇਜ ਤੇ ਵੀ ਲਾਈਵ ਕਰਦੇ ਆ, ਤੇ ਅਸੀਂ ਜਿਹੜੀ ਚੀਜ਼ ਬੋਲਦੀ ਹੈ ਜੀ ਬਾਬੇ ਨਾਨਕ ਦੀ ਕਿਰਪਾ ਨਾਲ ਦੂਏ ਦਿਨ ਸਾਨੂੰ ਪਰਿਵਾਰ ਲਿਆ ਕੇ, ਉਹ ਚਾਹੇ ਮਾਸਕ ਹੋਣ, ਚਾਹੇ ਸੈਨੀਟਾਈਜ਼ਰ ਹੋਣ, ਚਾਹੇ ਉਹ ਵਲੰਟੀਅਰ ਦੇ ਲਈ ਗਲਵਜ਼ ਹੋਣ, ਉਹ ਲਿਆ ਕੇ ਦੇ ਦਿੰਦੇ ਆ। ਤੇ ਤਾਂ ਹੀ ਅਸੀਂ ਹਰੇਕ ਵਲੰਟੀਅਰ ਨੂੰ ਕਿਹਾ ਵੀ ਕਿਸੇ ਨੂੰ ਇਹ ਗੱਲ ਨਹੀਂ ਕਹਿਣੀ ਵੀ ਸਾਡਾ ਫੂਡ ਕਿੰਨੇ ਦਾ ਵਾ, ਕਿੰਨੇ ਪਰਿਵਾਰਾਂ ਤੱਕ ਆ, ਵੀ ਇਹ ਕਹਿਣਾ ਵਾ ਬਾਬੇ ਨਾਨਕ ਦਾ ਵਾ। ਗਲਤੀਆਂ ਸਭ ਤੋਂ ਹੋ ਜਾਂਦੀਆਂ ਵਾ, ਕਈ ਵਾਰੀ ਛੋਟੇ ਵੱਡੇ ਹੁੰਦੇ ਆ, ਪਰ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਟੋਰਾਂਟੋ ਦੇ ਵਿੱਚ ਜੇ ਗੱਲ ਕਰੀਏ ਤਾਂ ਬਰੈਂਪਟਨ ਦੇ ਵਿੱਚ ਕਹਿੰਦੇ ਵੀ ਜੇ ਸਾਰੇ ਬੰਦੇ ਇਕੱਠੇ ਹੋ ਕੇ ਇੱਕ ਬੰਦੇ ਦੀ ਤਾਂ ਮਦਦ ਕਰ ਸਕਦੇ, ਜੇ ਚਾਹੀਏ ਅਸੀਂ ਹਰ ਇੱਕ ਦੀ ਮਦਦ ਨਹੀਂ ਕਰ ਸਕਦੇ, ਪਰ ਜੇ ਅਸੀਂ ਸਾਰੇ ਇਕੱਠੇ ਹੋ ਜਾਈਏ ਅਸੀਂ ਕਿਸੇ ਨਾ ਕਿਸੇ ਦੀ ਮਦਦ ਕਰ ਸਕਦੇ ਹਾਂ। ਤੇ ਇਹ ਚੀਜ਼ ਅਸੀਂ ਲੈ ਕੇ ਚੱਲੇ ਹਾਂ, ਤੇ ਇਸੇ ਤਰ੍ਹਾਂ ਇਹ ਚੀਜ਼ ਬਰਕਰਾਰ ਰਹੂਗੀ। ਤੇ ਜਿੱਥੇ ਕਰੋਨਾ ਕਰਕੇ ਅਸੀਂ ਡਰਦੇ ਘਰਾਂ ਚੋਂ ਬਾਹਰ ਨਹੀਂ ਜਾਂਦੇ, ਪਰ ਪੰਜਾਬੀ ਫੂਡ ਸੇਵਾ ਵਾਲੇ ਪੂਰਾ ਪ੍ਰੀਕਾਸ਼ਨ ਰੱਖ ਕੇ ਹਰੇਕ ਦੀ ਜਿਹਦੀ ਨੀਡ ਆ ਉਹਨੂੰ ਫੂਡ ਦੇਣਾ ਚਾਹੀਦਾ। ਪਰ ਕਈ ਵਾਰੀ ਮਨੀਸ਼ ਜੀ ਇਹ ਵੀ ਚੀਜ਼ ਦੇਖਣੀ ਪੈਂਦੀ ਹੈ ਵੀ ਘਰਾਂ ਦੇ ਵਿੱਚ ਜਦੋਂ ਗਰੋਸਰੀ ਕਰਨ ਚਾਹੀਦਾ ਵਾ, ਉੱਥੇ ਵੱਡੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ, ਪਰ ਫਿਰ ਵੀ ਅਸੀਂ ਸੋਚੀਦਾ ਬਾਬੇ ਨਾਨਕ ਨੂੰ ਵੀ ਜੇ ਕੋਈ ਗੱਲ ਨਹੀਂ, ਵੀ ਜੇ ਇਹਨਾਂ ਨੇ ਚੀਜ਼ ਮੰਗਾਈ ਆ, ਪਰ ਸਾਡਾ ਫਰਜ਼ ਬਣਦਾ ਵਾ ਚੀਜ਼ ਪਹੁੰਚਾਉਣਾ ਵਾ। ਤੇ ਨਾਲ ਪਰ ਸਾਨੂੰ ਪਰਿਵਾਰ ਡੋਨੇਸ਼ਨਾਂ ਵੀ ਦਿੰਦੇ ਨੇ, ਵੀ ਸਾਨੂੰ ਪੈਸੇ ਵੀ ਦਿੰਦੇ ਆ ਵੀ ਤੁਸੀਂ ਫੂਡ ਲੈ ਲਓ। ਵੀਕਐਂਡ ਦੇ ਸਾਡੇ ਵਲੰਟੀਅਰ ਖੜਦੇ, ਉਹਨਾਂ ਨੂੰ ਵੀ ਪੈਸੇ ਦਿੰਦੇ ਆ ਵੀ ਤੁਸੀਂ ਕੀ ਚੀਜ਼ ਲੈਣੀ। ਕਈ ਵਾਰੀ ਗਰੋਸਰੀ ਕਰਕੇ ਪਰਿਵਾਰ ਨਿਕਲਦੇ, ਉਹਨਾਂ ਨੂੰ ਨਹੀਂ ਪਤਾ ਲੱਗਦਾ ਕਈ ਵਾਰੀ ਵੀ ਬਾਹਰ ਵਲੰਟੀਅਰ ਫੂਡ ਇਕੱਠਾ ਕਰਦੇ ਆ, ਤੇ ਲਾਈਨਾਂ ਲੰਬੀਆਂ ਹੁੰਦੀਆਂ, ਦੁਬਾਰਾ ਲਾਈਨ 'ਚ ਲੱਗਣ ਦੀ ਬਜਾਏ ਉਹ ਵਲੰਟੀਅਰ ਨੂੰ ਆ ਕੇ ਪੈਸੇ ਦਿੰਦੇ ਆ। ਤੇ ਫਿਰ ਸਾਡੇ ਵਲੰਟੀਅਰ ਜੀ ਸ਼ਾਮ ਨੂੰ ਉਹਦੀ ਸਾਰੀ ਗਰੋਸਰੀ ਲੈ ਕੇ ਇੱਥੇ ਅਸੀਂ ਆ ਕੇ ਸਟੋਰੇਜ ਕਰ ਲਈਦੀ ਆ। ਤੇ ਵੀਕਡੇ ਦੇ ਵਿੱਚ ਇੱਥੇ ਵਲੰਟੀਅਰ ਬੈਠੇ ਹੁੰਦੇ ਆ, ਕੁੜੀਆਂ ਜਦ ਤੁਸੀਂ ਫੋਨ ਕਰਦੇ ਸੀਗੇ ਉਹ ਫੋਨ ਚੱਕਦੇ ਆ, ਤੇ ਉਹ ਬਕਾਇਦਾ ਡਾਇਰੀ ਲਿਖੀ ਜਾਂਦੀ ਆ, ਤੇ ਇੱਕ ਆ ਬੋਰਡ ਲੱਗਿਆ ਮਗਰ ਜੀ ਇਹਦੇ ਜੋਤੀਮਾਨ ਜੀ, ਮੈਂ ਤੁਹਾਡੇ ਕੋਲ ਇੱਕ ਜਿਹੜਾ ਸਵਾਲ ਪੁੱਛਣਾ, ਕਿਉਂਕਿ ਸਮਾਂ ਆਪਣੇ ਕੋਲ ਬਹੁਤ ਘੱਟ ਹੁੰਦਾ ਹੈ, ਥੋੜੀ ਥੋੜੀ ਜਿਹੜੀ ਮੈਨੂੰ ਡਿਟੇਲ ਜ਼ਰੂਰ ਚਾਹੀਦੀ ਹੈ। ਤੁਸੀਂ ਕਹਿੰਦੇ ਕਿ ਫਰਾਈਡੇ ਨੂੰ ਬੱਚੇ ਆ ਕੇ ਜਿਹੜੇ ਨੇ ਉੱਥੇ ਜਿਹੜੀ ਵੀ ਸੇਵਾ ਭੇਟਾ ਹੈਗੀ ਉਹਨੂੰ ਇਕੱਠਾ ਕਰਦੇ ਨੇ, ਉਹ ਕਿਹੜਾ ਤੁਸੀਂ ਸ਼ੁੱਕਰਵਾਰ ਕਰਦੇ ਹੋ, ਸ਼ਨੀਵਾਰ ਕਰਦੇ ਹੋ, ਜਾਂ ਕਿੰਨੇ ਦਿਨ ਕਰਦੇ ਹੋ? ਸ਼ੁੱਕਰ, ਸ਼ਨੀ, ਐਤਵਾਰ, 3 ਦਿਨ ਜਿਹੜੀ ਉਹ ਤੁਹਾਡੇ ਵੱਲੋਂ ਜਿਹੜੇ ਆ ਲੋਕਾਂ ਤੋਂ ਡੋਨੇਸ਼ਨ ਜਿਹੜਾ ਉਹ ਇਕੱਠਾ ਕੀਤਾ ਜਾਂਦਾ ਹੈ, ਭਾਵੇਂ ਉਹ ਸੁੱਕੀ ਰਸਤ ਹੋਵੇ, ਭਾਵੇਂ ਜਿਸ ਤਰ੍ਹਾਂ ਵੀ ਹੋਵੇ। ਹਾਂਜੀ, ਓਕੇ। ਤੇ ਬਾਕੀ ਦਿਨ ਜਿਹੜਾ ਤੁਸੀਂ ਉਹਨੂੰ ਫਿਰ ਵੱਖ-ਵੱਖ ਲੋੜਵੰਦ ਜਿਹੜੇ ਹੈਗੇ ਨੇ ਉਹਨਾਂ ਨੂੰ ਜਾ ਕੇ ਤੁਸੀਂ ਵੰਡਦੇ ਹੋ? ਹਾਂਜੀ, 7 ਦਿਨ ਅਸੀਂ 12 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਦਿੱਤਾ ਹੋਇਆ, ਪਰ ਕਈ ਵਾਰੀ 7 ਵੀ ਵੱਜ ਜਾਂਦੇ ਆ, ਕਈ ਵਾਰੀ 7:30 ਵੀ ਹੋ ਜਾਂਦੇ ਆ, ਵੀ ਜਿਵੇਂ ਕਿਸੇ ਦੀ ਕਾਲ ਆ ਜਾਵੇ ਅਸੀਂ ਪਿਕ ਕਰਨਾ ਹੋਣਾ, ਜਾਂ ਜਿਹੜੀ ਡਿਲੀਵਰੀਆਂ ਕਰਦੇ ਸਾਡੇ ਵਲੰਟੀਅਰ ਨੂੰ 8-9 ਵੱਜ ਹੀ ਜਾਂਦੇ, ਕਿਉਂਕਿ 6 ਵਜੇ ਇੱਥੋਂ ਤੁਰੀਦਾ ਵਾ, ਤਾਂ 7:30, 8-9 ਵੱਜ ਹੀ ਜਾਂਦੇ ਆ ਜੀ। ਬਿਲਕੁਲ ਜੀ। ਮੈਂ ਬੈਨੀਪਾਲ ਸਾਹਿਬ ਉਹਨਾਂ ਕੋਲ ਵਾਪਸ ਜਾਣਾ। ਬੈਨੀਪਾਲ ਸਾਹਿਬ, ਇਹ ਆਪਣੇ ਆਪ 'ਚ ਜਿਸ ਤਰ੍ਹਾਂ ਨੌਜਵਾਨਾਂ ਨੇ ਇੱਕ ਨਵਾਂ ਕਨਸੈਪਟ ਲਿਆ ਹੋਇਆ ਕਿ ਅਸੀਂ ਜਿਹੜੀ ਸਾਡੇ ਕਿਤੇ ਨਾ ਕਿਤੇ ਗਲਤੀਆਂ ਹੋਈਆਂ ਨੇ, ਅਸੀਂ ਵੇਖਿਆ ਸਾਨੂੰ ਉਹ ਤਸਵੀਰਾਂ ਜਿਹੜੀਆਂ ਸਨ ਉਹ ਵਿਚਲਿਤ ਕਰਦੀਆਂ ਸਨ, ਪਰ ਇਹ ਆਪਣੇ ਆਪ 'ਚ ਜਿਹੜੀ ਇੱਕ ਨਵੀਂ ਤਸਵੀਰ ਵੇਖਣ ਨੂੰ ਮਿਲੀ ਹੈ, ਜਿੱਥੇ ਕਹਿੰਦੇ ਕਿ ਪੁਰਾਣਾ ਵੀ ਹਿਸਾਬ ਤੱਕ ਜਿਹੜਾ ਉਹ ਕਲੀਅਰ ਹੋਵੇਗਾ, ਨਾਲ ਹੀ ਇੱਕ ਨਵਾਂ ਨੂੰ ਲੋਕਾਂ ਨੂੰ ਨਵੀਂ ਸੇਧ ਵੀ ਆਏਗੀ ਕਿ ਆਪਾਂ ਨੂੰ એનર્ਜੀ ਜਿਹੜੀ ਆ ਲੜਾਈਆਂ ਝਗੜਿਆਂ ਦੇ ਵਿੱਚ ਵੇਸਟ ਕਰਨ ਦੀ ਲੋੜ ਨਹੀਂ ਹੈਗੀ। ਜੇ ਅਸੀਂ ਮਾਨਵਤਾ ਦੀ ਸੇਵਾ ਕਰੀਏ ਤਾਂ ਉਧਰ ਵੀ ਇੱਕ ਨਵਾਂ ਜਿਹੜੀ ਇੱਕ ਚੇਂਜ ਆ ਸਕਦੀ ਹੈ, ਤੇ ਅਸੀਂ ਲੋਕਾਂ ਦਾ ਭਲਾ ਜਿਹੜਾ ਉਹ ਕਰ ਸਕਦੇ ਹਾਂ। 6 ਫॉर ਹਿਊਮੈਨਿਟੀ ਵੀ ਜਿਹੜੀ ਉਹ ਕੈਲੀਫੋਰਨੀਆ ਦੇ ਵਿੱਚ ਬੜਾ ਜ਼ੋਰਾਂ ਸ਼ੋਰਾਂ ਨਾਲ ਕੰਮ ਕਰ ਰਹੀ ਹੈ। ਤੁਸੀਂ ਇਹ ਬੱਚਿਆਂ ਨੂੰ ਕਿਸ ਤਰੀਕੇ ਨਾਲ ਹੱਲਾਸ਼ੇਰੀ ਦਿਓਗੇ, ਕਿਸ ਤਰੀਕੇ ਨਾਲ ਤੁਸੀਂ ਇਹਨਾਂ ਦਾ ਧੰਨਵਾਦ ਕਰੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਤੇ ਦਾਸ ਸੁਖਦੇਵ ਸਿੰਘ ਆਪਣੇ ਟੈਕਨੀਕਲ ਡਿਫਿਕਲਟੀ ਕਰਕੇ, ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੁਰੂ ਸਾਹਿਬ ਦੇ ਲੰਗਰ ਦਾ ਕਾਨਸੈਪਟ ਸ਼ੁਰੂ ਕੀਤਾ ਸੀਗਾ ਵੀ ਉਹ ਆਪਾਂ ਕਿਸ ਤਰ੍ਹਾਂ ਇਸ ਦੁੱਖ ਦੀ ਘੜੀ ਦੇ ਵਿੱਚ ਕਿਸ ਤਰ੍ਹਾਂ ਸਹਾਈ ਹੋ ਸਕਦੇ, ਸੋ ਸਾਰੇ ਹੀ ਜਥੇਬੰਦੀਆਂ, ਗੁਰਦੁਆਰਾ ਸਾਹਿਬ ਜਾਂ ਨੌਜਵਾਨ ਪੀੜ੍ਹੀਆਂ ਉਹ ਵੀ ਕਾਫੀ ਨਵੇਂ ਤਰੀਕੇ ਦੇ ਨਾਲ ਇਹ ਲੰਗਰ ਦੀ ਜਿਹੜੀ ਪ੍ਰਥਾ ਹੈ ਉਹ ਬਾਹਰ ਲਿਜਾ ਰਹੇ ਨੇ। ਤੇ ਮੈਂ ਕਹਿੰਦਾ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਵੀ ਬਹੁਤ ਹੀ ਚੰਗੀ ਨਵੇਂ ਬੱਚਿਆਂ ਨੂੰ ਸੇਧ ਮਿਲਦੀ ਹੈ ਇਸ ਤੋਂ ਵੀ ਆਪਾਂ ਗੁਰੂ ਨਾਨਕ ਦੇਵ ਜੀ ਦਾ ਲੰਗਰ ਜਿਹੜਾ ਚਲਾਇਆ ਸੀ 20 ਰੁਪਈਆਂ ਦਾ, ਉਹ ਆਪਾਂ ਆਲਰੇਡੀ ਜਿਹੜੇ ਲੋਕ ਸਿੱਖਾਂ ਨੂੰ ਜਾਣਦੇ ਹਨ ਉਹਨਾਂ ਨੂੰ ਪਤਾ ਵੀ ਜਿਹੜਾ 20 ਰੁਪਈਏ ਦਾ ਜਿਹੜਾ ਗੁਰੂ ਸਾਹਿਬ ਨੇ ਲੰਗਰ ਚਲਾਇਆ ਸੀ ਉਹ ਸਦਾ ਹੀ ਹਰੇਕ ਦੇ ਵਾਸਤੇ ਹੀ ਖੁੱਲ੍ਹਾ ਹੁੰਦਾ ਹੈ। ਇਹ ਮੈਂ ਹਾਲੇ ਕੱਲ ਇੱਕ ਵੀਡੀਓ ਦੇਖੀ ਸੀਗੀ ਜੀ, ਆਪਣੇ ਅਮਰੀਕਨ ਸਿੱਖ ਕੋਈ ਹਾਂਗਕਾਂਗ ਗਏ ਅਮਰੀਕਨਸ,
ਤੇ ਉਹ ਕਹਿੰਦੇ ਵੀ ਅੱਜ ਆਪਾਂ ਗੁਰਦੁਆਰੇ ਜਾਣਾ ਆ, we're gonna go to the ਗੁਰਦੁਆਰਾ, ਤੇ ਆਪਾਂ ਉੱਥੇ ਜਾ ਕੇ ਦੇਖਦੇ ਆ ਵੀ ਕੀ ਖਾਣ ਨੂੰ ਮਿਲਦਾ, ਕੀ ਕਰਦੇ ਆ। ਤੇ ਉਹ ਜਦੋਂ ਉੱਥੋਂ ਖਾ ਕੇ ਤੇ ਬਾਹਰ ਨਿਕਲੇ ਤੇ ਉਹ ਕਹਿੰਦੇ ਵਾਓ ਦੈਟ ਵਾਸ ਸਪੈਕਟੈਕੂਲਰ, ਵੀ ਨਾ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਕਿਹੜੀ ਜਾਤ ਦੇ ਆ, ਨਾ ਸਾਨੂੰ ਉਹਨਾਂ ਸਾਡਾ ਨਾਂ ਪੁੱਛਿਆ, ਇਹ ਕਿਹੜਾ ਧਰਮ ਆ ਤੁਹਾਡਾ, ਤੇ ਉਹਨਾਂ ਨੇ ਸਾਨੂੰ ਐਨ ਪੂਰਾ ਨਿਸ਼ਚਿੰਤ ਕਰਕੇ ਲੰਗਰ ਛਕਾਇਆ। ਫਿਰ 2-3 ਵਾਰੀ ਆ ਕੇ ਫਿਰ ਪੁੱਛਿਆ ਤੇ ਵੀ ਹੋਰ ਲੈਣਾ, ਤੁਸੀਂ ਹੋਰ ਲੈਣਾ, ਤੇ ਵੀ ਆਰ ਫੁੱਲ, ਵੀ ਸਿੱਖ ਜਿਹੜਾ ਧਰਮ ਆ ਬਹੁਤ ਹੀ ਜ਼ਿਆਦਾ ਵਧੀਆ ਹੈ। ਸੋ ਉਸ ਏਦਾਂ ਦੇ ਜਦੋਂ ਆਪਾਂ ਦੇਖਦੇ ਉਹਦੇ ਤੋਂ ਸਾਰੀ ਨਵੀਂ ਪਨੀਰੀ ਹੋ ਗਈ, ਆਪਾਂ ਉਹਨਾਂ ਨੂੰ ਵੀ ਇੱਕ ਸੇਧ ਮਿਲਦੀ ਹੈ ਕਿ ਜਿਹੜਾ ਗੁਰੂ ਦਾ ਕਾਨਸੈਪਟ ਕਿੰਨਾ ਚੰਗਾ ਹੈ। ਤੇ ਜਿਹੜਾ ਹੁਣ ਇਸ ਵੇਲੇ ਕਰੋਨਾ ਵਾਇਰਸ ਦੇ ਕਰਕੇ ਆਪਾਂ ਲਾਕਡਾਊਨ ਹੋਇਆ, ਅਸੀਂ ਬੇਨਤੀ ਤੇ ਚਲੋ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਵੀ ਆਪੇ ਸਾਰੇ ਘਰਾਂ 'ਚੋਂ ਰਹਿ ਕੇ ਹੀ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰੀਏ। ਜਿਹੜੇ ਸੇਵਾਦਾਰ ਕੋਈ ਬਾਹਰ ਜਾਂਦੇ ਹਨ, ਆਪਣੇ ਸਿਕਸ ਫॉर ਹਿਊਮੈਨਿਟੀ ਦੇ ਹੋ ਗਏ ਜਾਂ ਸਾਨੂੰ ਜੇ ਗੁਰੂ ਘਰ ਵੱਲੋਂ ਅਸੀਂ ਅੱਜ ਜਾ ਕੇ ਤੇ ਕੋਈ 250 ਜਿਹੜਾ ਲੰਗਰ ਦਾ ਆਪਣੇ ਸੁੱਕਾ ਲੰਗਰ, ਜਿਸ ਦੇ ਵਿੱਚ ਨੂਡਲਸ ਦੇ ਬਾਕਸਿਸ ਹਨ, ਔਰੰਜਸ ਹੋ ਗਏ ਤੇ ਜਾਂ ਹੋਰ ਡਰਿੰਕ ਸੀਗੀ, ਉਹ ਜਦੋਂ ਦਿੱਤੀ ਉਹਨਾਂ ਨੂੰ, ਪਿਛਲੇ ਵੀਕ ਵੀ ਦੇ ਕੇ ਆਏ ਸੀਗੇ ਤੇ ਅੱਜ ਫੇਰ ਦਿੱਤੀ, ਤੇ ਉਹ ਅੱਗੇ ਜਾ ਕੇ ਅਸੀਂ ਜਿਹੜੀ ਮਾਊਂਟਨ ਵਿਊ ਪੁਲਿਸ ਉਹਨਾਂ ਨੂੰ ਸਪੁਰਦ ਕੀਤੀ। ਉਹ ਅੱਗੇ ਜਾ ਕੇ ਜਿੱਥੇ ਜਿੱਥੇ ਹੋਮਲੈਸ ਰਹਿ ਰਹੇ ਨੇ, ਤੁਹਾਨੂੰ ਪਤਾ ਕਿ ਹੋਮਲੈਸ ਆਲਵੇਜ਼ ਹੀ ਸਟਰਗਲ ਕਰਦੇ ਹੈ, ਆਮ ਹੀ ਸਟਰਗਲ ਕਰਦੇ ਹਨ, ਪਰ ਇਸ ਵੇਲੇ ਜਿਹੜੀ ਚੱਲ ਰਹੀ ਹੈ ਮਹਾਮਾਰੀ, ਉਸ ਦੇ ਵਿੱਚ ਹੋਰ ਉਹ ਸਟਰਗਲ ਕਰ ਰਹੇ, ਕਿਉਂਕਿ ਸਾਰੇ ਰੈਸਟੋਰੈਂਟ ਵੀ ਬੰਦ ਆ, ਹੋਰ ਥਾਵਾਂ ਤੋਂ ਲੈਂਦੇ ਸਨ ਜਾਂ ਕਈ ਜਾ ਕੇ ਉਹਨਾਂ ਦੇ ਕੋਲ ਇੱਕ ਕੋਲ ਜਾ ਕੇ ਦਿੰਦੇ ਸਨ, ਅਸੀਂ ਵੀ ਦਿੰਦੇ ਰਹੇ ਪੁਲਾਂ ਦੇ ਥੱਲੇ ਜਾ ਕੇ, ਪਰ ਸਾਰੇ ਸੇਫਟੀ ਦੇ ਪੱਖੋਂ ਦੇਖਦੇ ਹਨ ਵੀ ਆਪਾਂ ਉਹਨਾਂ ਤੱਕ ਕਿਸ ਤਰ੍ਹਾਂ ਪਹੁੰਚ ਕੀਤੀ ਜਾਵੇ। ਸੋ ਉਹ ਪੁਲਿਸ ਵਾਲਿਆਂ ਨੇ ਵੀ ਸਾਡੇ ਨਾਲ ਅੱਜ ਤੇ ਜਾਂ ਪਿਛਲੇ ਵੀਕ ਵੀ ਕੋਆਰਡੀਨੇਸ਼ਨ ਕਰਕੇ ਗੁਰਦੁਆਰਾ ਸਾਨੋਜ਼ੇ ਵੱਲੋਂ ਉਹਨਾਂ ਨੂੰ ਲੰਗਰ ਪਹੁੰਚਾਇਆ ਗਿਆ, ਤੇ ਉਹਨਾਂ ਨੇ ਫਿਰ ਅੱਗੇ ਆਪ ਜਾ ਕੇ ਸੇਫਲੀ ਉਹਨਾਂ ਤਾਈਂ ਪਹੁੰਚਾਇਆ ਗਿਆ। ਸੋ ਇਸੇ ਤਰ੍ਹਾਂ ਹੀ ਸਿਕਸ ਫॉर ਹਿਊਮੈਨਿਟੀ ਦੇ ਵਰਕਰਸ ਅੱਡ-ਅੱਡ ਸ਼ਹਿਰਾਂ ਦੇ ਵਿੱਚ, ਆਪਣੇ ਮੰਟੀਕਾ ਲਾ ਲਓ, ਫਰੀਮਾਂਟ ਲਾ ਲਓ, ਟਰੇਸੀ ਲਾ ਲਓ, ਯੂਨੀਵਰਸਿਟੀ ਲਾ ਲਓ, ਅੱਡ-ਅੱਡ ਤਰ੍ਹਾਂ ਦੇ ਲੰਗਰ ਲਾ ਰਹੇ ਹਨ। ਇੱਕ ਮੇਨ ਜਿਹੜੀ ਚੀਜ਼ ਆਪਾਂ ਨੂੰ ਦਿਸ ਰਹੀ ਆ ਵੀ ਘਾਟ, ਜਿਹੜੀ ਆਪਣੇ ਮਾਸਕਸ ਹਨ, N95, ਜਿਹੜੇ ਫਰੰਟ ਲਾਈਨ ਦੇ ਆਪਣੇ ਨਰਸਿਸ ਹਨ, ਡਾਕਟਰਸ ਹਨ, ਜਿਹੜੀ ਲੜਾਈ ਲੜ ਰਹੇ ਹਨ, ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਨੇ। ਉਹ ਮਾਸਕਸ ਪ੍ਰੋਵਾਈਡ ਕਰਨੇ, ਹੈਂਡ ਸੈਨੀਟਾਈਜ਼ਰਸ ਪ੍ਰੋਵਾਈਡ ਕਰਨੇ। ਇਹ ਇੱਕ ਲੰਗਰ ਦਾ ਨਵਾਂ ਰੂਪ ਜਿੱਦਾਂ ਧਾਰਨ ਕਰ ਲਿਆ ਲੰਗਰ ਨੇ, ਵੀ ਅੱਗੇ ਆਪਾਂ ਖਾਣਾ ਹੀ ਦਿੰਦੇ ਸੀਗੇ, ਹੁਣ ਹੋਰ ਸੇਵਾਵਾਂ ਵੀ ਉਹਨਾਂ ਕੋਲ ਪਹੁੰਚਾ ਰਹੇ ਆ, ਤਾਂ ਕਿ ਉਹ ਸੇਫਲੀ ਆਪਣਾ ਜਿਹੜਾ ਜਾਬ ਕਰ ਸਕਣ ਤੇ ਇਹ ਜਿਹੜਾ ਮਹਾਮਾਰੀ ਹੈ ਇਸ ਨੂੰ ਫਾਈਟ ਕਰ ਸਕਣ। ਸੋ ਅਸੀਂ ਧੰਨਵਾਦੀ ਹਾਂ ਸਾਰੇ ਹੀ ਬੱਚਿਆਂ ਦੇ, ਸਾਰੇ ਹੀ ਜਥੇਬੰਦੀਆਂ ਦੇ, ਸਿਕਸ ਫॉर ਹਿਊਮੈਨਿਟੀ ਦੇ ਸੇਵਾਦਾਰਾਂ ਦੇ, ਜਿਹੜੇ ਇਸ ਲੰਗਰ ਦੀ ਪ੍ਰਥਾ ਨੂੰ ਇਸ ਭਿਆਨਕ ਸਮੇਂ ਦੇ ਵਿੱਚ ਲੰਘਦੇ ਹੋਏ ਵੀ ਸੇਵਾਵਾਂ ਕਰ ਰਹੇ ਹਨ। ਜੋਤੀ ਮਾਨ ਜੀ ਉਹਨਾਂ ਨੇ ਇਹ ਜਿੱਦਾਂ ਦੱਸਿਆ ਵੀ ਕਿਸ ਤਰ੍ਹਾਂ ਅਸੀਂ ਇੱਕ ਜਿਹੜੇ ਪਰਿਵਾਰ ਹਨ ਉਹਨਾਂ ਕੋਲੋਂ ਸੇਵਾ ਲੈ ਕੇ ਅੱਗੇ ਦਿੰਦੇ ਹਾਂ, ਕਿਸੇ ਬਿਜ਼ਨਸਮੈਨ ਦਾ ਨਾਂ ਅੱਗੇ ਨਾ ਆਵੇ, ਉਹ ਵੀ ਬਹੁਤ ਚੰਗੀ ਗੱਲ ਹੈ, ਕਿਉਂਕਿ ਜਿਹੜਾ ਗੁਰੂ ਕਾ ਲੰਗਰ ਆ ਉਹ ਤਿਲ ਫੁੱਲ ਪਾ ਕੇ ਹਰੇਕ ਸਿੱਖ ਸੰਗਤ ਦਾ ਉਹਦੇ ਨਾਲ ਹੀ ਚੱਲਦਾ ਹੈ, ਨਾ ਕਿ ਕਿਸੇ ਧਨਾਟਾਂ ਦੇ ਨਾਲ। ਸੋ ਉਹ ਵੀ ਬਹੁਤ ਚੰਗਾ ਕਾਨਸੈਪਟ ਹੈ, ਕਿਉਂਕਿ ਇੱਥੇ ਜੇ ਮੈਂ ਦੇਖਾਂ ਸਾਨੋਜ਼ੇ ਗੁਰੂ ਘਰ ਵਿਖੇ ਵੀ ਸਾਰੀਆਂ ਸੰਗਤਾਂ ਅੱਡ-ਅੱਡ ਮੈਨੂੰ ਕਾਲ ਕਰਕੇ ਕਹਿੰਦੀਆਂ ਹਨ ਵੀ ਜੇ ਸਾਡੀ ਕੋਈ ਵੀ ਲੋੜ ਹੋਵੇ ਕਿਸੇ ਤਰੀਕੇ ਦੀ, ਅਸੀਂ ਕੋਈ ਹੈਲਪ ਕਰ ਸਕੀਏ ਇਸ ਮਿਸ਼ਨ ਦੇ ਵਿੱਚ, ਤੇ ਅਸੀਂ ਆਲਵੇਜ਼ ਹਾਜ਼ਰ ਹਾਂ। ਸੋ ਉਸ ਦੇ ਨਾਲ ਮੈਨੂੰ ਜਾਂ ਹੋਰ ਸੇਵਾਦਾਰਾਂ ਨੂੰ ਕਾਫੀ ਉਤਸ਼ਾਹ ਮਿਲਦਾ ਵੀ ਜਿਹੜੇ ਸਾਡੇ ਬੈਕ ਤੇ ਸਾਰੀ ਸੰਗਤ ਹੈ ਤੇ ਉਹ ਇਸ ਮਿਸ਼ਨ, ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾ ਰਹੀ ਹੈ। ਸੋ ਬੱਚਿਆਂ ਨੇ ਪੈਂਟਰੀਜ਼ ਸ਼ੁਰੂ ਕੀਤੀਆਂ ਹੋਈਆਂ ਹਨ, ਘਰੋਂ ਘਰੀ ਜਾ ਕੇ ਸਵੇਰ ਨੂੰ ਵੰਡ ਕੇ ਆਉਂਦੇ ਹਨ, ਜਿੱਥੇ ਵੀ ਲੋੜ ਹੁੰਦੀ ਆ। ਸਾਨੋਜ਼ੇ ਗੁਰੂ ਘਰ ਵੱਲੋਂ ਹਾਟਲਾਈਨ ਸ਼ੁਰੂ ਕੀਤੀ ਗਈ ਹੈ, ਜੇ ਕਿਸੇ ਵੀ ਪਰਿਵਾਰ ਨੂੰ ਜਾਂ ਹੋਰ ਨੂੰ ਕਿਸੇ ਨੂੰ ਕੋਈ ਲੋੜ ਹੁੰਦੀ ਆ, ਗੁਰੂ ਘਰ ਕਾਲ ਕਰਦਾ, ਆਵਾਜ਼ ਆ ਰਹੀ ਹੈ, ਉਹ ਫਿਰ ਸਾਨੂੰ ਅੱਗੇ ਕਾਲ ਕਰਦਾ ਜੀ। ਹਾਂਜੀ ਬੈਨੀਪਾਲ ਸਾਹਿਬ, ਮੈਂ ਤੁਹਾਨੂੰ ਇੱਕ ਸਵਾਲ ਇੱਥੇ ਕਰਨਾ ਚਾਹੁੰਦਾ। ਠੀਕ ਹੈ, ਅਸੀਂ ਪੋਲੀਟੀਕਲੀ ਇਸ ਮੁਲਕ ਦੇ ਵਿੱਚ ਐਕਟਿਵ ਹੋਣ ਲਈ ਅਸੀਂ ਕੈਨੇਡੀਅਨ ਪੰਜਾਬੀਆਂ ਦਾ ਮੁਕਾਬਲਾ ਕਰਨ ਦੇ ਲਈ ਬਹੁਤ ਸਾਰੇ ਹੀਲੇ ਕੀਤੇ, ਬਹੁਤ ਸਾਰੇ ਜੁਗਾੜ ਵੀ ਲਾਏ, ਪਰ ਗੁਰੂ ਨਾਨਕ ਨੇ ਜਿਹੜਾ ਇਹ ਸਾਨੂੰ ਕਨਸੈਪਟ ਦਿੱਤਾ, ਤੁਹਾਨੂੰ ਨਹੀਂ ਲੱਗਦਾ ਕਿ ਜਿੰਨੀ ਅਸੀਂ ਲੜਾਈ ਪੋਲੀਟੀਕਲੀ ਐਕਟਿਵ ਹੋਣ ਦੇ ਲਈ ਲੜੀ ਆ,
ਉਹ ਕੁਝ ਹੀ ਦਿਨਾਂ ਦੇ ਵਿੱਚ ਜਿਹੜੀ ਆਪਾਂ ਨੂੰ ਫੇਮ ਚਾਹੀਦੀ ਸੀ, ਫੇਮ ਵਾਸਤੇ ਮੈਂ ਸ਼ਬਦ ਜਿਹੜਾ ਉਹ ਗਲਤ ਵਰਤ ਗਿਆ, ਪਰ ਜਿਸ ਤਰੀਕੇ ਨਾਲ ਅਸੀਂ ਪਬਲਿਕ ਦੇ ਵਿੱਚ ਆਉਣਾ ਚਾਹੁੰਦੇ ਸਾਂ, ਆਪਣਾ ਕਨਸੈਪਟ ਨੂੰ ਲੈ ਕੇ ਆਉਣਾ ਚਾਹੁੰਦੇ ਸਾਂ, ਪੰਜਾਬੀਅਤ ਬਾਰੇ ਗੱਲ ਕਰਨਾ ਚਾਹੁੰਦੇ ਸਾਂ, ਉਹ ਕਨਸੈਪਟ ਜਿਹੜਾ ਗੁਰੂ ਨਾਨਕ ਨੇ ਸਾਨੂੰ ਇਹ ਸੇਵਾ ਲੈ ਕੇ ਜਿਹੜਾ ਮਿੰਟੋ ਮਿੰਟ ਹੀ ਦੇ ਦਿੱਤਾ, ਸਾਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਸਾਡੇ ਉਹ ਧਾਰਮਿਕ ਤੌਰ ਤਰੀਕਿਆਂ ਦਾ ਜਿਹੜਾ ਧੰਨਵਾਦੀ ਹੋਣਾ ਚਾਹੀਦਾ ਕਿ ਅੱਜ ਸਾਰੇ ਜਿਹੜੇ ਪੁਲਿਸ ਡਿਪਾਰਟਮੈਂਟ ਨੇ ਉਹ ਪੰਜਾਬੀਆਂ ਬਾਰੇ ਜਾਣ ਚੁੱਕੇ ਨੇ ਕਿ ਇਹ ਪੰਜਾਬੀ ਕਿਸ ਤਰੀਕੇ ਨਾਲ ਲੋਕਾਈ ਦੀ ਸੇਵਾ ਕਰਦੇ ਨੇ। ਅੱਜ ਜਿੰਨੇ ਵੀ ਪੋਲੀਟੀਕਲ ਫਰੰਟ ਦੇ ਉੱਤੇ ਜਿਹੜੇ ਇੱਥੋਂ ਦੀ ਮੇਨ ਸਟਰੀਮ ਹੈਗੀ ਹੈ ਉਹ ਪੰਜਾਬੀਆਂ ਨੂੰ ਜਾਣ ਚੁੱਕੀ ਹੋਈ ਹੈ ਕਿ ਕਿਸ ਤਰੀਕੇ ਨਾਲ ਲੋਕਾਈ ਦੀ ਸੇਵਾ ਕਰਦੇ ਨੇ। ਜੀ, ਜਿਹੜਾ ਗੁਰੂ ਸਾਹਿਬ ਦਾ ਕਨਸੈਪਟ ਹੈ ਉਹ ਆਫ ਕੋਰਸ ਉਹ ਸਾਰਿਆਂ ਨੂੰ ਉੱਚਾ ਸੁੱਚਾ ਹੈ। ਉਹ ਪਹਿਲਾਂ ਵੀ ਉਹ ਸੱਚਾ ਰਿਹਾ, ਫਿਰ ਜੁਗਾਂ ਤਾਈਂ ਹਰੇਕ ਆਉਂਦੇ ਜਿੰਨਾ ਚਿਰ ਆਪਣੀ ਧਰਤੀ ਹੈ ਉਹਨਾਂ ਚਿਰ ਤਾਂ ਇਹ ਰਹਿਣਾ ਹੈ। ਜਿਹੜਾ ਕਨਸੈਪਟ ਦਸਵੰਧ ਦਾ ਜਾਂ ਆਪਣੇ ਵੰਡ ਕੇ ਛਕਣ ਦਾ ਜੋ ਗੁਰੂ ਸਾਹਿਬ ਨੇ ਦਿੱਤਾ ਹੈ, ਇਹ ਤੁਹਾਡੀ ਗੱਲ ਬਹੁਤ ਸਹੀ ਹੈ ਵੀ ਆਪਾਂ ਸਿੱਖ ਕੌਮ ਨੇ ਇੱਥੇ ਬਾਹਰਲੀ ਕੰਟਰੀਆਂ ਦੇ ਵਿੱਚ ਮਿਲੀਅਨਸ ਡਾਲਰ ਲਾ ਕੇ ਐਡਸ ਤਿਆਰ ਕਰਕੇ ਹੋਰ ਤਰੀਕੇ ਨਾਲ ਕਰਕੇ ਆਪਣੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਹੜਾ ਲੰਗਰ ਕਰਕੇ ਮੈਂ ਕਹਿੰਦਾ ਕਿ ਅਮਰੀਕਾ ਦੇ ਵਿੱਚ ਐਟਲੀਸਟ ਜਿਹੜੇ ਲੰਗਰਸ ਲਾਏ ਜਾਂਦੇ ਹਨ ਹੋਮਲੈਸ ਵਾਸਤੇ ਜਾਂ ਗੁਰੂ ਘਰ ਅੱਗੇ ਪ੍ਰੋਵਾਈਡ ਕਰਦੇ ਹਨ ਜਾਂ ਹੁਣ ਕਰ ਰਹੇ ਹਨ, ਇਹ ਇੱਕ ਐਡਵਰਟਾਈਜ਼ਮੈਂਟ ਫ੍ਰੀ ਦੀ ਲਾ ਲਓ, ਐਡਵਰਟਾਈਜ਼ਮੈਂਟ ਲਾ ਲਓ, ਜਾਂ ਕਿ ਜੋ ਗੁਰੂ ਸਾਹਿਬ ਦਾ ਕਨਸੈਪਟ ਹੈ ਉਹਨੂੰ ਬਾਕੀ ਦੀ ਕੌਮਾਂ ਦੇ ਵਿੱਚ ਪਹੁੰਚਾਉਣ ਵਾਸਤੇ ਇੱਕ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ। ਤੇ ਆਪਾਂ ਨੂੰ ਆਲਵੇਜ਼ ਗੁਰੂ ਸਾਹਿਬ ਦਾ ਕਨਸੈਪਟ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ, ਇਹ ਤਿੰਨਾਂ ਤੇ ਆਲਵੇਜ਼ ਪਹਿਰਾ ਦੇਣਾ ਚਾਹੀਦਾ ਹੈ। ਇਹ ਜੇ ਆਪਾਂ ਤਿੰਨਾਂ ਨੂੰ ਹੀ ਫਾਲੋ ਕਰ ਲਵੇ ਸਿੱਖ ਕੌਮ, ਤੇ ਆਪਾਂ ਬਹੁਤ ਹੀ ਅੱਗੇ ਇਹ ਕੌਮ ਲੰਘ ਸਕਦੀ ਹੈ। ਸੋ ਜਿਸ ਤਰ੍ਹਾਂ ਇਹ ਆਪਾਂ ਮਹਾਮਾਰੀ ਦੇ ਵਿੱਚ ਕਰ ਰਹੇ ਹਾਂ, ਪਰ ਇਹਨੂੰ ਆਲਵੇਜ਼ ਆਪਾਂ ਨੂੰ ਇਹ ਚਾਲੂ ਰੱਖਣਾ ਚਾਹੀਦਾ ਜੀ। ਜੀ ਚੀਮਾ ਸਾਹਿਬ, ਮੈਂ ਬਿਲਕੁਲ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਪੰਜਾਬੀ ਜਿਹੜੇ ਨੇ ਕੈਨੇਡਾ ਦੇ ਬੜੇ ਕਾਫੀ ਐਕਟਿਵ ਨੇ ਪੋਲੀਟੀਕਲੀ, ਆਪਾਂ ਗੱਲ ਕਰੀਏ ਵੱਡੀਆਂ ਵੱਡੀਆਂ ਸਾਡੇ ਕੋਲ ਪੋਸਟਾਂ ਹੈਗੀਆਂ ਨੇ, ਆਪਣੇ ਦਸਤਾਰਧਾਰੀ ਜਿਹੜੇ ਲੋਕ ਨੇ ਉਹ ਬੈਠਦੇ ਨੇ, ਸਾਡੀਆਂ ਗੱਲਾਂ ਬਾਰੇ ਉਹ ਫੈਸਲੇ ਜਿਹੜੇ ਉੱਥੋਂ ਕਰਦੇ ਨੇ। ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਅਸੀਂ ਪਹਿਲਾਂ ਹਰ ਇੱਕ ਨੇ ਆਪਣੇ ਆਪਣੇ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ ਬਾਰੇ ਦੱਸ ਸਕੀਏ, ਅਸੀਂ ਆਪਣੀ ਪਹਿਚਾਣ ਬਾਰੇ ਦੱਸ ਸਕੀਏ, ਕਿਉਂਕਿ ਸਾਡੇ ਨਾਲ ਭੇਦਭਾਵ ਇਹਨਾਂ ਮੁਲਕਾਂ ਦੇ ਵਿੱਚ ਵੀ ਕਾਫੀ ਹੋਏ ਨੇ। ਹਰ ਇੱਕ ਦੇ ਅਸੀਂ ਕਨਸੈਪਟ ਦੇ ਹਰੇਕ ਦੀ ਕੋਸ਼ਿਸ਼ ਦਾ ਜਿਹੜਾ ਉਹਦਾ ਧੰਨਵਾਦ ਕਰਦੇ ਹਾਂ ਜੋ ਵੀ ਉਹਨੇ ਆਪਣੇ ਵੱਲੋਂ ਯਤਨ ਕੀਤੇ ਨੇ। ਪਰ ਇਹ ਜੇ ਆਪਾਂ ਇਸ ਚੀਜ਼ ਨੂੰ ਲੈ ਕੇ ਚੱਲਦੇ, ਜਿਹੜੀ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੰਗਰਾਂ ਦੇ ਰੂਪ ਦੇ ਵਿੱਚ, ਹਰੇਕ ਬੰਦੇ ਨੇ ਜਿਹੜਾ ਮੈਂ ਵੇਖਦਾ ਹੈ ਉਹ ਹੱਥ ਜੋੜ ਕੇ ਜਾਂਦਾ ਹੈ, ਭਾਵੇਂ ਤੁਹਾਡੇ ਕੋਲ ਥੋੜ੍ਹੇ ਜਿਹੇ ਰਾਈਸ ਲੈ ਕੇ ਜਾਵੇ ਸਟਰੀਟ ਦੇ ਉੱਤੇ, ਜਦੋਂ ਅਸੀਂ ਲੰਗਰ ਲਾਉਂਦੇ ਹਾਂ ਉਹ ਹੱਥ ਜੋੜ ਕੇ ਜਾਂਦਾ, ਉਹ ਨਾਲ ਹੀ ਵਾਹਿਗੁਰੂ ਕਹਿ ਕੇ ਜਾਂਦਾ, ਉਹ ਤੁਹਾਨੂੰ ਸਤਿ ਸ੍ਰੀ ਅਕਾਲ ਬਣਾਉਣਾ ਸਿੱਖ ਗਿਆ। ਜਿਹੜੇ ਕਦੀ ਅਸੀਂ ਵੇਖਿਆ ਨਹੀਂ ਸੀ, ਸਮਝਿਆ ਨਹੀਂ ਸੀ, ਉਹ ਚੀਜ਼ਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ। ਤੁਹਾਨੂੰ ਕੀ ਲੱਗਦਾ ਹੈ ਕਿ ਜੇ ਅਸੀਂ ਇਸੇ ਤਰੀਕੇ ਨਾਲ ਤੁਰਦੇ ਰਹੀਏ ਤੇ ਜਿਹੜਾ ਸਾਨੂੰ ਪੰਜਾਬ ਦੇ ਵਿੱਚ ਇੱਕ ਕਲਚਰ ਮਿਲਿਆ ਸੀ, ਜਿਹੜਾ ਸਾਨੂੰ ਸੱਭਿਆਚਾਰ ਦੇ ਵਿੱਚ ਇੱਕ ਕਲਚਰ ਮਿਲਿਆ ਸੀ, ਜੇ ਅਸੀਂ ਦੁਨੀਆ ਭਰ ਦੇ ਵਿੱਚ ਉਸ ਨੂੰ ਲੈ ਕੇ ਇਸ ਤਰ੍ਹਾਂ ਤੁਰਦੇ ਰਹੀਏ ਤਾਂ ਸਾਡੇ ਵਾਸਤੇ ਆਉਣ ਵਾਲੇ ਦਿਨ ਕਿੰਨੇ ਕੁ ਸੁਨਹਿਰੀ ਹੋ ਸਕਦੇ ਨੇ? ਤੁਸੀਂ ਬਹੁਤ ਹੀ ਵਧੀਆ ਕੁਐਸਚਨ ਪੁੱਛਿਆ ਹੈਗਾ ਆ। ਇਸ ਤਰ੍ਹਾਂ ਹੈਗਾ ਕਿ ਅੱਜ ਜੋ ਆਪਣਾ ਕੌਮ ਹੈ ਔਖੀ ਘੜੀ ਦੇ ਵਿੱਚ ਸਰਕਾਰਾਂ ਦਾ ਸਾਥ ਕਰ ਰਹੀ ਆ, ਬਹੁਤ ਵਧੀਆ ਉਹਦੇ ਜਿਹੜਾ ਨਾਂ ਰੋਸ਼ਨ ਹੁੰਦਾ ਆ ਕਮਿਊਨਿਟੀ ਦਾ। ਜੋ ਅਸੀਂ ਪੋਲੀਟੀਕਲੀ ਹੋ ਕੇ ਅਚੀਵ ਨਹੀਂ ਕਰ ਸਕੇ, ਉਹ ਅੱਜ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੇ ਜੋ ਹੈ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਉਸ ਸਿਧਾਂਤ ਨੇ ਸਾਨੂੰ ਉਹ ਪ੍ਰਸਿੱਧੀ ਤੇ ਲਿਆ ਕੇ ਖੜਾ ਕੀਤਾ ਹੈਗਾ ਆ। ਤੇ ਜਿਸ ਤਰ੍ਹਾਂ ਹੁਣ ਸਾਡੇ ਇੱਥੇ ਕੈਲਗਰੀ ਦੇ ਵਿੱਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂਗਾ। ਕੈਲਗਰੀ ਦੇ ਵਿੱਚ ਜੋ ਸਿਟੀ ਦਾ ਸਾਡਾ ਵੈਬਸਾਈਟ ਹੈ, ਉਹ ਪੁੱਛਦੇ ਨੇ ਕਿ ਸਹਾਇਤਾ ਲਈ ਕਿੱਥੇ ਜਾਣਾ ਹੈ, ਤੁਸੀਂ ਕੋਵਿਡ ਦੀ ਸਹਾਇਤਾ ਦੇ ਲਈ ਕਿੱਥੇ ਜਾਣਾ ਹੈ। ਸਾਨੂੰ ਦੱਸਦੇ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਹੈ ਕਿ ਦਸ਼ਮੇਸ਼ ਕਲਚਰ ਸੈਂਟਰ ਦਾ ਉਹਦੇ ਵਿੱਚ ਨਾਂ ਹੈਗਾ, ਉਹਨੇ ਬਕਾਇਦਾ ਆਪਣੀ ਵੈਬਸਾਈਟ ਤੇ ਪਾਇਆ ਹੋਇਆ ਹੈ ਕਿ ਤੁਸੀਂ ਦਸ਼ਮੇਸ਼ ਕਲਚਰ ਸੈਂਟਰ ਤੇ ਜਾਣਾ ਹੈ, ਤੇ ਉਸ ਦੇ ਵਾਸਤੇ ਤਾਂ ਬੜੇ ਮਾਣ ਵਾਲੀ ਗੱਲ ਹੈਗੀ ਆ। ਤੇ ਦੂਸਰੀ ਗੱਲ, ਜੋ ਸਾਡੇ ਲੰਗਰ ਹੈ ਅਸੀਂ ਜੋ ਘਰਾਂ ਦੇ ਵਿੱਚ ਡਿਲੀਵਰ ਕਰਦੇ ਆ, ਇਸ ਵੇਲੇ ਸਾਡੇ ਵਲੰਟੀਅਰਸ ਹੈਗੇ ਆ, ਸਿੱਖ ਯੂਥ ਵਲੰਟੀਅਰਸ ਹੈਗੇ ਆ, ਉਹ ਇਕੱਲਾ ਸਿੱਖ ਕਮਿਊਨਿਟੀ ਨੂੰ ਨਹੀਂ ਅਸੀਂ ਡਿਲੀਵਰ ਕਰਦੇ, ਸਾਰੀਆਂ ਕਮਿਊਨਿਟੀਆਂ ਨੂੰ, ਜੋ ਚਾਹੇ ਕ੍ਰਿਸਚੀਅਨ ਆ, ਚਾਹੇ ਹਿੰਦੂ ਆ, ਚਾਹੇ ਕੋਈ ਕਿਸੇ ਵੀ ਕਮਿਊਨਿਟੀ ਦੇ ਹੈਗੇ ਆ, ਸਾਰਿਆਂ ਦੇ ਘਰਾਂ ਦੇ ਵਿੱਚ ਜਿਨ੍ਹਾਂ ਨੂੰ ਜ਼ਰੂਰਤ ਹੈ, ਜੋ ਗੁਰਦੁਆਰਾ ਸਾਹਿਬ ਦੇ ਨੰਬਰ ਤੇ ਫੋਨ ਕਰਦੇ ਹਨ, ਸਾਡੇ ਵਲੰਟੀਅਰ ਯੰਗ ਵਲੰਟੀਅਰਸ ਹੈਗੇ ਆ, ਉਹਨਾਂ ਦੇ ਘਰਾਂ 'ਚ ਡਿਲੀਵਰ ਕਰਦੇ ਹਨ। ਸਾਡੇ ਫੂਡ ਬੈਂਕ ਹੈ ਇੱਕ ਚਲਾਈ ਹੋਈ, ਜਿਹਨੂੰ ਕਿ ਜ਼ਿਆਦਾ ਕਰਕੇ ਯੂਥ ਮੈਨੇਜ ਕਰ ਰਹੇ ਆ, ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਇਹ ਫੂਡ ਬੈਂਕ ਹੈਗੀ ਆ। ਜੇ ਕਿਸੇ ਨੂੰ ਰਾਸ਼ਨ ਚਾਹੀਦਾ ਹੈ, ਜਿਸ ਤਰ੍ਹਾਂ ਹੈਂਪਰ ਚਾਹੀਦੇ ਆ, ਉਹ ਸਾਨੂੰ ਗੁਰਦੁਆਰਾ ਸਾਹਿਬ ਦੇ ਨੰਬਰ ਤੇ ਕਾਲ ਕਰਦੇ ਆ,
ਤੇ ਸਾਡੇ ਵਲੰਟੀਅਰ ਉਹਨਾਂ ਨੂੰ ਉਹਨਾਂ ਦੇ ਡਿਲੀਵਰ ਕਰਕੇ ਆਉਂਦੇ ਆ, ਜਾਂ ਜਿਹੜੇ ਇੱਥੇ ਆ ਕੇ ਲਿਜਾ ਸਕਦੇ ਆ, ਕਿਸੇ ਵੀ ਕਮਿਊਨਿਟੀ ਦਾ ਹੋਵੇ ਉਹ ਲੈ ਕੇ ਜਾਂਦੇ ਆ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਸ ਜਿਹਦਾ ਕਹਿ ਲਓ ਗੋਰਿਆਂ ਦੇ ਜਾਂ ਵਾਈਟ ਕਮਿਊਨਿਟੀ ਵੀ ਆ, ਉਹ ਵੀ ਇੱਥੋਂ ਸਾਡੇ ਕੋਲੋਂ ਹੈਂਪਰ ਲੈਣ ਆਉਂਦੀ ਆ ਤੇ ਸਹਾਇਤਾ ਲੈਣ ਆਉਂਦੀ ਆ। ਬਿਲਕੁਲ। ਜੋ ਪ੍ਰਸਿੱਧੀ ਅਸੀਂ ਪੋਲੀਟੀਕਲ ਤੌਰ ਤੇ ਹਾਸਲ ਨਹੀਂ ਕਰ ਸਕੇ, ਇਹ ਗੁਰੂ ਨਾਨਕ ਦੇਵ ਜੀ ਦੇ ਕਨਸੈਪਟ ਨੇ, ਲੰਗਰ ਦਾ ਜੋ ਕਨਸੈਪਟ ਹੈ ਉਹਨੇ ਸਾਨੂੰ ਇਹ ਪ੍ਰਸਿੱਧੀ ਜ਼ਰੂਰ ਦਵਾਈ ਹੈ, ਇਹਦੇ ਵਿੱਚ ਕੋਈ ਦੋ ਰਾਵਾ ਨਹੀਂ ਹੈ। ਬਿਲਕੁਲ ਚੀਮਾ ਸਾਹਿਬ, ਇਹ ਗੁਰਬਾਣੀ ਦੇ ਵਿੱਚ ਕਥਨ ਆਉਂਦਾ ਹੈ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਜਿਹੜਾ ਮਨੋਂ ਜਿਹੜਾ ਭੁੱਖਾ ਹੋ ਜਾਏ ਉਹਨੂੰ ਤਾਂ ਕੋਈ ਨਹੀਂ ਰਜਾ ਸਕਦਾ, ਪਰ ਜਿਸ ਤਰੀਕੇ ਨਾਲ ਕਹਿੰਦੇ ਕਿ ਇੱਜ਼ਤ ਕਮਾਉਣੀ ਬੜੀ ਜਿਹੜੀ ਆ ਔਖੀ ਹੁੰਦੀ ਆ, ਬਹੁਤ ਜਿਹੜਾ ਟਫ ਹੁੰਦਾ ਹੈ, ਪਰ ਜਿਸ ਤਰੀਕੇ ਨਾਲ ਵਿਸ਼ਵਾਸ ਤੇ ਇੱਜ਼ਤ ਇਸ ਔਖੀ ਘੜੀ ਦੇ ਵਿੱਚ ਅਸੀਂ ਕਮਾਇਆ, ਔਰ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਜਿੱਥੇ ਉਹ ਵੈਬਸਾਈਟ ਦੇ ਵਿੱਚ ਲਿਖਿਆ ਗਿਆ ਕਿ ਇਹ ਮਦਦ ਤੁਹਾਡੀ ਕਿੱਥੇ ਪੂਰੀ ਹੋ ਸਕਦੀ ਹੈ, ਤੇ ਤੁਹਾਡੇ ਗੁਰੂ ਘਰ ਦਾ ਉੱਥੇ ਐਡਰੈਸ ਆ ਜਾਂਦਾ ਕਿ ਇਹ ਮਦਦ ਉੱਥੇ ਜਾ ਕੇ ਤੁਹਾਡੀ ਪੂਰੀ ਹੋ ਜਾਏਗੀ। ਇਹ ਆਪਣੇ ਆਪ 'ਚ ਕਹਿ ਸਕਦੇ ਕਿ ਇਹ ਦੁਨੀਆ ਭਰ ਦੇ ਜਿਹੜੇ ਸਭ ਤੋਂ ਉੱਚੇ ਮੈਡਲ ਨੇ, ਉਹ ਮੈਡਲਾਂ ਤੋਂ ਵੀ ਉੱਚਾ ਮੈਡਲ ਹੈਗਾ ਕਿ ਦੁਨੀਆ ਇਹ ਵਿਸ਼ਵਾਸ ਕਰਦੀ ਹੈ ਕਿ ਉੱਥੇ ਜਾ ਕੇ ਇਹ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਣਗੇ, ਜਿਹਨੂੰ ਵੀ ਲੋੜ ਹੈਗੀ ਹੈ ਉਸ ਨੂੰ ਜਿਹੜਾ ਉਹ ਅਨਾਜ ਜੋ ਵੀ ਲੋੜ ਉਹਦੀ ਹੈਗੀ ਆ ਉਹ ਉੱਥੇ ਗੁਰੂ ਘਰ ਦੇ ਵਿੱਚ ਉਹ ਪੂਰੀ ਕੀਤੀ ਜਾਵੇਗੀ। ਇਹ ਆਪਣੇ ਆਪ 'ਚ ਸਾਡੇ ਸਾਰਿਆਂ ਵਾਸਤੇ ਬੜੀ ਮਾਣ ਦੀ ਗੱਲ ਹੈ। ਜੋਤੀ ਮਾਨ ਜੀ, ਮੈਂ ਤੁਹਾਡੇ ਕੋਲ ਆਉਣਾ, ਤੁਸੀਂ ਆਪਣੇ ਆਪ 'ਚ ਕਹਿ ਸਕਦੇ ਕਿ ਅੱਜ ਜਦੋਂ ਚੜ੍ਹਦੀ ਕਲਾ ਦੇ ਮੰਚ ਦੇ ਉੱਤੇ ਹੈਗੇ ਹੋ, ਤੁਹਾਡੇ ਵੱਲ ਵੇਖ ਕੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਆਪਣੇ ਤਰੀਕੇ ਦੇ ਵੀ ਹੀਲੇ ਵਸੀਲੇ ਵਰਤਣਗੇ ਕਿ ਅਸੀਂ ਵੀ ਕੁਛ ਨਾ ਕੁਛ ਜਿਹੜਾ ਮਾਨਵਤਾ ਦੇ ਵਾਸਤੇ ਕਰ ਸਕੀਏ। ਜਿਹੜੇ ਨੌਜਵਾਨ ਤੁਹਾਡੀ ਉਮਰ ਦੇ ਨੇ, ਕਿਉਂਕਿ ਇਹ ਉਮਰ ਜਿਹੜੀ ਹੈ, ਇਹ ਉਮਰ ਜਿਹੜੀ ਇੱਧਰ ਉੱਧਰ ਲੈ ਕੇ ਬੜਾ ਜਾਂਦੀ ਹੈ, ਕਿਉਂਕਿ ਮੈਂ ਵੀ ਉਸੇ ਉਮਰ ਦੇ ਵਿੱਚ ਹੈਗਾ ਕਿ ਆਪਾਂ ਨੂੰ ਵੱਖ-ਵੱਖ ਸ਼ੌਂਕ ਹੁੰਦੇ ਨੇ ਕਿ ਮੈਂ ਇਹ ਵੀ ਕੰਮ ਕਰ ਲਾਂ, ਮੈਂ ਇਹ ਵੀ ਕੰਮ ਕਰ ਲਾਂ, ਪਰ ਜਿਹੜੀ ਅੰਦਰੋਂ ਤੁਹਾਡੀ ਆਤਮਾ ਨੂੰ ਇਹ ਕੰਮ ਕਰਕੇ, ਖਾਸ ਤੌਰ ਤੇ ਲੋਕਾਈ ਦੀ ਸੇਵਾ ਕਰਕੇ ਜਿਹੜਾ ਇਹ ਤੁਹਾਨੂੰ ਅੰਦਰੋਂ ਸੰਤੁਸ਼ਟੀ ਹੋਈ ਹੈ ਜਾਂ ਅੰਦਰੋਂ ਆਪਣੇ ਆਪ ਨੂੰ ਲੱਗਾ ਕਿ ਮੈਂ ਕੁਛ ਕੀਤਾ ਹੈ, ਇਹ ਜੇ ਤੁਸੀਂ ਜਜ਼ਬਾਤ ਆਪਣੇ ਸ਼ਬਦਾਂ ਦੇ ਵਿੱਚ ਸ਼ੇਅਰ ਕਰ ਸਕੋ ਤਾਂ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਜੀ। ਹਾਂਜੀ, ਇਹ ਚੀਜ਼ ਲੱਗ ਕੇ ਇੱਕ ਤਾਂ ਮੈਂ ਜਦੋਂ ਘਰੇ ਜਾਂਦਾ ਵਾ, ਮੈਨੂੰ ਜਦੋਂ ਮੇਰੇ ਫਾਦਰ ਸਾਹਿਬ ਕਹਿੰਦੇ ਆ ਪ੍ਰਾਊਡ ਫੀਲ ਕਰਦੇ ਆ, ਜਾਂ ਮੇਰੇ ਪਰਿਵਾਰ ਦੇ ਕਹਿੰਦੇ, ਖਾਸ ਮੇਰੇ ਦੋਸਤ, ਕਿਉਂਕਿ ਜਿਹੜੇ ਮੇਰੇ ਦੋਸਤ ਆ, ਕਿਉਂਕਿ ਦੋਸਤ ਮੈਂ ਕਹਿੰਦਾ ਉਹਨਾਂ ਆਲਵੇਜ਼ ਅਸੀਂ ਆਪ ਚੂਜ਼ ਕਰਦੇ ਹਾਂ। ਜਿਹੜੇ ਰਿਸ਼ਤੇ ਹੁੰਦੇ ਆ ਸਾਨੂੰ ਕੁਦਰਤੀ ਮਿਲ ਜਾਂਦੇ, ਜਿਹੜੇ ਘਰ 'ਚ ਅਸੀਂ ਜਨਮ ਲਿਆ ਵਾ ਸਾਨੂੰ ਮੰਨਣਾ ਪੈਂਦਾ ਇਹ ਸਾਡੇ ਮੰਮੀ ਡੈਡੀ ਭੈਣ ਭਰਾ ਵਾ, ਪਰ ਜਿਹੜੇ ਫਰੈਂਡ ਆ ਉਹ ਅਸੀਂ ਆਪ ਪਸੰਦ ਕਰਦੇ ਹਾਂ, ਆਪ ਚੂਜ਼ ਕਰਦੇ ਹਾਂ। ਜਦੋਂ ਉਹ ਤੁਹਾਡੇ ਨਾਲ ਖੜਦੇ ਆ ਤਾਂ ਤੁਸੀਂ ਦੁਨੀਆ ਦੀ ਕਿਸੇ ਵੀ ਜੰਗ, ਕਰੋਨਾ ਜੰਗ ਹੋਵੇ ਚਾਹੇ ਕੋਈ ਵੀ ਜੰਗ ਹੋਵੇ, ਉਹਨੂੰ ਫਤਿਹ ਕਰਦੇ ਹੋ। ਇੱਥੇ ਮੈਂ ਦੱਸਣਾ ਚਾਹੁੰਦਾ ਮੈਂ ਸਾਡੇ ਚੜ੍ਹਦੀ ਕਲਾ ਟਾਈਮ TV ਦੇਖਣ ਵਾਲੇ ਸਾਰੇ ਪਰਿਵਾਰਾਂ ਨੂੰ ਵੀ ਨਾਇਗਰਾ ਫਾਲ ਜੋ ਦੁਨੀਆ ਦਾ ਇੱਕ ਅਜੂਬਾ ਮੰਨਿਆ ਜਾਂਦਾ ਵਾ, 4 ਸਾਲ ਤੋਂ ਲਗਾਤਾਰ ਉੱਥੇ ਅਸੀਂ ਫਤਿਹ ਟੀਮ ਵੱਲੋਂ ਉੱਥੇ ਦਸਤਾਰ ਕੈਂਪ ਲਾ ਰਹੇ ਹਾਂ, ਤੇ ਇਸ ਵਾਰ 5ਵਾਂ ਦਸਤਾਰ ਕੈਂਪ ਹੋਣਾ, ਜਿੱਥੇ ਅਸੀਂ ਇਹ ਦੱਸੀ ਦਾ ਵਾ ਵਾਈਟ ਕਮਿਊਨਿਟੀ ਬਲੈਕ ਕਮਿਊਨਿਟੀ ਨੂੰ, ਜਿੱਥੇ ਲਿਟਰੇਚਰ ਦੇਈਦਾ ਇੰਗਲਿਸ਼ ਤੇ ਪੰਜਾਬੀ ਹਿੰਦੀ ਦੇ ਵਿੱਚ ਉਹਨਾਂ ਨੂੰ ਮੁਹੱਈਆ ਕਰਾਈਦਾ, ਦੱਸੀ ਦਾ ਵੀ ਜਿਹੜੀ ਦਸਤਾਰ ਆ ਇਹਦੀ ਕੀਮਤ ਕੀ ਆ, ਵੀ ਇਹ ਸਾਡੇ ਸਿਰ ਤੇ ਜਿਹੜੀ ਦਸਤਾਰ ਆ ਇਹ ਕੱਪੜਾ ਨਹੀਂ ਹੈਗਾ, ਵੀ ਇਹ ਸਾਡੇ ਸਿਰ ਦਾ ਤਾਜ ਆ। ਜਦੋਂ ਉਹਨਾਂ ਲਿਟਰੇਚਰ ਦੇਈਦਾ ਸਾਡੇ ਨਾਲ ਫੋਟੋਆਂ ਕਰਾਉਂਦੇ ਨੇ ਦਸਤਾਰ ਬੰਨ੍ਹ ਕੇ, ਤੇ ਇਹ ਤਾਂ ਹੀ ਹੁੰਦਾ ਵਾ ਮਨੀਸ਼ ਜੀ, ਜੇ ਤੁਹਾਡੇ ਨਾਲ ਟੀਮ ਆ, ਜੇ ਤੁਹਾਡੇ ਨਾਲ ਪਰਿਵਾਰ ਜਾਂ ਤੁਹਾਡੇ ਦੋਸਤ ਮਿੱਤਰ ਜੁੜੇ ਹੋਏ, ਕਹਿੰਦੇ ਇੱਕ ਇਕੱਲਾ ਹੁੰਦਾ ਵਾ। ਅਸੀਂ ਸਾਰੀ ਟੀਮ ਨੂੰ ਇਹ ਕਿਹਾ ਵੀ ਮਨ ਦੇ ਵਿੱਚੋਂ ਮੈਂ ਕੱਢ ਕੇ ਆਪਾਂ ਇਹ ਕਹਿਣਾ ਵੀ ਅਸੀਂ ਸਿੱਖਦੇ ਹਾਂ ਫਿਰ ਸਿੱਖਾਂਗੇ। ਜੇ ਅਸੀਂ ਕੋਚ ਬਣ ਗਏ ਤੇ ਜੋ ਸਾਡੇ ਲੀਡਰ ਕਰ ਰਹੇ ਆ ਫਿਰ ਉਹਨਾਂ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੋਣਾ। ਜੇ ਲੋਕਾਂ ਦੇ ਦਿਲ ਜਿੱਤਣੇ ਆ ਤਾਂ ਸਾਨੂੰ ਮਨ ਦੇ ਵਿੱਚੋਂ ਮੈਂ ਕੱਢਣੀ ਪੈਣੀ ਆ। ਇਹ ਮੈਂ ਜਿਹੀ ਕਿ ਚਲਾਕੀ ਆ, ਮਹੀਨਾ ਕਰ ਲਾਂਗੇ, 2 ਮਹੀਨੇ ਕਰ ਲਾਂਗੇ, 3 ਮਹੀਨੇ, ਪਰ ਇੱਕ ਨਾ ਇੱਕ ਦਿਨ ਸਾਹਮਣੇ ਆਈ ਜਾਂਦੀ ਆ। ਪਰ ਜੇ ਤੁਸੀਂ ਮਨੋਂ ਸਾਫ਼ ਚੱਲਦੇ ਹੋ, ਤੁਸੀਂ ਉਸ ਸੱਚੇ ਪਾਤਸ਼ਾਹ ਨੂੰ ਜਵਾਬਦੇਹੀ ਹੋ, ਤੁਸੀਂ ਕਿਸੇ ਨੂੰ ਸਫਾਈ ਦੇਣ ਲਈ ਜਵਾਬਦੇਹੀ ਨਹੀਂ, ਤੁਹਾਡੀ ਟੀਮ ਇਕੱਠੀ ਰਹਿੰਦੀ ਆ। ਤੁਸੀਂ ਦੁਨੀਆ ਦੀ ਕੋਈ ਵੀ ਜੰਗ ਹੋਵੇ ਤੁਸੀਂ ਜਿੱਤ ਸਕਦੇ ਹੋ, ਚਾਹੇ ਕਰੋਨਾ ਵਰਗੀ ਜੰਗ ਹੋਵੇ, ਚਾਹੇ ਕੋਈ ਵੀ ਹੋਵੇ ਜੰਗ, ਤੁਸੀਂ ਹਾਰਦੇ ਨਹੀਂ ਜੇ ਤੁਹਾਡੇ ਨਾਲ ਤੁਹਾਡੇ ਦੋਸਤ ਮੋਢੇ ਨਾਲ ਮੋਢਾ ਜੋੜ ਕੇ ਖੜਨ। ਤੇ ਇਹੀ ਪੰਜਾਬੀ ਫੂਡ ਸੇਵਾ ਦੀ ਇੱਕ ਜਿਹੜੀ ਟੀਮ ਆ, ਜਦੋਂ ਫੂਡ ਡਿਲੀਵਰ ਕਰਨ ਜਾਂਦੀ ਆ, ਹਰ ਕੋਈ ਇਹ ਕਹਿੰਦਾ ਵੀ ਅਸੀਂ ਪੰਜਾਬੀ ਫੂਡ ਸੇਵਾ ਤੋਂ ਆਏ ਆ। ਤੇ ਇਹਦੇ ਵਿੱਚ ਜੇ ਕੋਈ ਪੁੱਛਦਾ ਵਾ ਤੁਹਾਡੀ ਚੈਰਿਟੀ ਦਾ ਮੇਨ ਮੁਖੀ ਕੌਣ ਆ, ਤੇ ਜਿਹੜਾ ਬੰਦਾ ਡਿਲੀਵਰ ਕਰਨ ਜਾਂਦਾ ਵਾ ਉਹ ਇਹ ਕਹਿੰਦਾ ਵਾ ਵੀ ਸਾਡੇ ਤਾਂ ਕੋਈ ਮੁਖੀ ਹੈ ਹੀ ਨਹੀਂ, ਅਸੀਂ ਸਾਰੇ ਗੁਰੂ ਨਾਨਕ ਜਦੋਂ ਉੱਤੋਂ ਦੀ ਆ। ਇਹ ਗੁਰੂ ਨਾਨਕ ਹੈ, 13 ਸਭ ਕੁਛ। ਜਿੱਥੇ ਬਹੁਤ ਸਾਰੇ ਲੋਕੀ ਆਪਣੇ ਇਸ ਵੇਲੇ ਤੁਹਾਡੇ ਯਤਨਾਂ ਨੂੰ ਐਪਰੀਸ਼ੀਏਟ ਵੀ ਕਰ ਰਹੇ ਨੇ, ਉੱਥੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਆਪਣਾ ਗੁੱਸਾ ਵੀ ਕੱਢ ਰਹੇ ਨੇ, ਖਾਸ ਤੌਰ ਤੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਔਖੀ ਘੜੀ ਦੇ ਵਿੱਚ ਲੋਕਾਂ ਨੂੰ ਲੁੱਟਣ ਦਾ ਕੰਮ ਵੀ ਕੀਤਾ ਹੈ। ਖਾਸ ਤੌਰ ਤੇ ਇਸ ਵੇਲੇ ਕਹਿੰਦੇ ਕਿ ਮਾਨਵਤਾ ਦੀ ਸੇਵਾ ਕਰਨ ਦਾ ਟਾਈਮ ਹੈਗਾ। ਕਿਸੇ ਨੇ ਵੀ ਆਪਣੀ ਹਿੱਕ ਦੇ ਉੱਤੇ ਰੱਖ ਕੇ ਸਾਰੇ ਪੈਸੇ ਜਿਹੜੇ ਉਹ ਨਾਲ ਨਹੀਂ ਲੈ ਕੇ ਜਾਣੇ, ਪਰ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਲੋਕਾਂ ਨੂੰ ਖੁਸ਼ ਰੱਖੀਏ, ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੀਏ। ਬਹੁਤ ਸਾਰੇ ਹੁੰਦੇ ਨੇ ਲੋਕ ਜਿਹੜੇ ਕਹਿੰਦੇ ਨੇ ਕਿ ਜਦੋਂ ਕੋਈ ਮੁਸੀਬਤ 'ਚ ਆਇਆ ਉਹੀ ਟਾਈਮ ਹੈਗਾ ਕਿ ਅਸੀਂ 100 ਦੇ ਜਿਹੜੇ ਨੇ ਉਹ 10,000 ਬਣਾ ਲਈਏ, 10,000 ਦਾ ਅਸੀਂ 10 ਲੱਖ ਬਣਾ ਲਈਏ।
ਕਈਆਂ ਲੋਕਾਂ ਦੀ ਆਪਣੀ ਇਸ ਤਰੀਕੇ ਨਾਲ ਸੋਚ ਹੁੰਦੀ ਹੈ। ਚਲੋ ਹਰੇਕ ਨੂੰ ਜਿਸ ਤਰੀਕੇ ਨਾਲ ਵੀ ਉਹਨਾਂ ਨੂੰ ਜੋ ਵੀ ਪਸੰਦ ਆ ਉਸ ਤਰੀਕੇ ਨਾਲ ਉਹਨਾਂ ਨੂੰ ਕਰਨ ਦਿਓ। ਬੈਣੀਪਾਲ ਸਾਹਿਬ, ਮੈਂ ਇੱਕ ਚੀਜ਼ ਇੱਥੇ ਪੁੱਛਣਾ ਚਾਹਾਂਗਾ, ਕੈਲੀਫੋਰਨੀਆ ਦੇ ਵਿੱਚ ਜਿਸ ਤਰੀਕੇ ਨਾਲ ਸਿਕਸ ਫॉर ਹਿਊਮੈਨਿਟੀ ਨੇ ਕਾਰਜ ਕੀਤੇ ਨੇ, ਅਲਟੀਮੇਟਲੀ ਮੈਂ ਤੁਹਾਡੇ ਕੋਲ ਅਗਰ ਉਹਦਾ ਕਰਕਸ ਦੇ ਵਿੱਚ ਜਵਾਬ ਲੈਣ ਦੀ ਕੋਸ਼ਿਸ਼ ਕਰਾਂ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਤੇ ਜਿਹੜੀ ਤਰੀਕ ਦੇ ਵਿੱਚ ਅੱਜ ਤੁਸੀਂ ਖੜੇ ਹੋ, ਉਹਦੇ ਵਿੱਚ ਕਿੰਨਾ ਕੁ ਵੱਡਾ ਜਿਹੜਾ ਉਹ ਡਿਫਰੈਂਸ ਆਇਆ ਲੋਕਾਂ ਦੀ ਸੋਚ ਦੇ ਵਿੱਚ? ਅਤੇ ਜਿਹੜੀਆਂ ਆਪਾਂ ਬਾਰ-ਬਾਰ ਗੱਲਾਂ ਕਰਦੇ ਹੁੰਦੇ ਸੀ ਕਿ ਲੋਕੀ ਅਜੇ ਵੀ ਸਾਡੇ ਨਾਲ ਈਰਖਾ ਕਰਦੇ ਨੇ, ਅਜੇ ਵੀ ਜਿਹੜਾ ਸਾਨੂੰ ਹੋਰ ਤਰੀਕੇ ਨਾਲ ਵੇਖਦੇ ਨੇ, ਉਹਦੇ ਵਿੱਚ ਕਿੰਨਾ ਕੁ ਵੱਡਾ ਜਿਹੜਾ ਹੁਣ ਤਬਦੀਲੀ ਆ ਚੁੱਕੀ ਹੋਈ ਹੈ? ਹਾਂਜੀ, ਮਨੀਸ਼ ਜੀ, ਜਦੋਂ ਸਿਕਸ ਫॉर ਹਿਊਮੈਨਿਟੀ ਜੋ ਸ਼ੁਰੂ ਕੀਤੀ ਗਈ ਸੀਗੀ, ਤੇ ਜਦੋਂ ਇੱਥੇ ਸੈਂਟਾ ਰੋਜ਼ਾ ਲਾਗੇ ਸਾਡੇ ਹੈਗਾ ਸ਼ਹਿਰ, ਉੱਥੇ ਆਪਣੇ ਆਫਤ ਆਈ ਸੀਗੀ, ਉੱਥੇ ਅੱਗਾਂ ਲੱਗੀਆਂ ਸੀਗੀਆਂ ਤੇ ਉਦੋਂ ਸਾਰੇ ਗੁਰਦੁਆਰਿਆਂ ਨੇ ਇਕੱਠੇ ਹੋ ਕੇ ਤੇ ਇੱਕ ਇਦਾਂ ਦੀ ਸੰਸਥਾ ਬਣਾਈ ਸੀ ਵੀ ਜਿਹਦੇ ਨਾਲ ਸਾਰੇ ਸਿੱਖਾਂ ਦਾ ਨਾਂ ਆਪਾਂ ਇਕੱਠੇ ਤੌਰ ਤੇ ਆਪਾਂ ਸੇਵਾ ਕਰ ਸਕੀਏ ਮਾਨਵਤਾ ਦੀ। ਤੇ ਉਸ ਪੱਖੋਂ ਲੈ ਕੇ ਫਿਰ ਅੱਡ ਅੱਡ ਗੁਰੂ ਘਰਾਂ ਨੇ ਵੀ ਲਾ ਲਓ ਕਿ ਸੈਨੋ ਦੇ ਗੁਰੂ ਘਰ ਵੱਲੋਂ ਵੀ ਉਹਦੇ ਵਿੱਚ ਸੇਵਾਵਾਂ ਕੀਤੀਆਂ ਗਈਆਂ। ਫਿਰ ਇੱਕ ਸ਼ੈਲਟਰ ਦੇ ਵਿੱਚ ਸੈਨੋ ਦੇ ਗੁਰੂ ਘਰ ਵੱਲੋਂ ਹਰੇਕ ਮਹੀਨੇ ਸ਼ੈਲਟਰ ਦੇ ਵਿੱਚ ਲੰਗਰ ਲਾਇਆ ਜਾਂਦਾ ਸੀਗਾ। ਤੇ ਉਸ ਦੇ ਵਿੱਚ ਮੈਂ ਜਦੋਂ ਪਹਿਲੀ ਵਾਰੀ ਅਸੀਂ ਲੈ ਕੇ ਗਏ ਤੇ ਵੈਸੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਪਤਾ ਵੀ ਸਿੱਖ ਕੌਣ ਹੁੰਦੇ ਹਨ? ਉਹ ਕੋਈ ਕਵੇ ਜੀ ਨਹੀਂ, ਪਹਿਲਾਂ ਮੈਂ ਪੁੱਛਿਆ ਵੀ ਆ ਜਿਹੜਾ ਮੈਂ ਖੜਾ ਤੁਹਾਨੂੰ ਪਤਾ ਵੀ ਕਿਹੜੇ ਧਰਮ ਦਾ ਜਾਂ ਕਿੱਥੋਂ ਆ? ਕਹਿੰਦਾ ਯਾ ਅਰਬਿਕ, ਯੂਰ ਮੁਸਲਿਮ? ਮੈਂ ਕਿਹਾ ਨਹੀਂ। ਓਕੇ। ਸੈਕੰਡ ਕੁਐਸਚਨ ਮੈਂ ਪੁੱਛਿਆ ਗੁਰੂ ਨਾਨਕ ਨੂੰ, ਗੁਰੂ ਨਾਨਕ ਜੀ ਦਾ ਨਾਮ ਸੁਣਿਆ? ਕਹਿੰਦੇ ਨੋ, ਹੂਜ਼ ਗੁਰੂ ਨਾਨਕ? ਹਾਂਜੀ। ਤੇ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਕਾਨਸੈਪਟ ਫਿਰ ਲੰਗਰ ਦਾ ਦੱਸਿਆ ਉੱਥੇ, ਤੇ ਵੀ ਆਹ ਗੁਰੂ ਨਾਨਕ ਸੀਗਾ, ਉਹਨਾਂ ਨੇ ਸਿੱਖ ਧਰਮ ਸ਼ੁਰੂ ਕੀਤਾ। ਤੇ ਉਹ ਕਰਦੇ ਕਰਾਉਂਦੇ ਲਾ ਲਓ ਕਿ 3-4 ਸਾਲ ਉਹ ਚੱਲਦੀ ਰਹੀ। ਤੇ ਹੁਣ ਜਦੋਂ ਵੀ ਅਸੀਂ ਉੱਥੇ ਲੈ ਕੇ ਜਾਈਦਾ ਉਹ ਸਾਰੇ ਕਰਦੇ ਯਾ ਗੁਰੂ ਨਾਨਕ, ਗੁਰੂ ਨਾਨਕ, ਲੰਗਰ ਗੁਰੂ ਨਾਨਕ। ਸੋ ਉਹ ਸਾਰਿਆਂ ਨੂੰ ਹੌਲੀ ਹੌਲੀ ਪਤਾ ਲੱਗਣ ਲੱਗ ਗਿਆ ਵੀ ਇਹ ਜਿਹੜਾ ਕਾਨਸੈਪਟ ਹੈਗਾ ਗੁਰੂ ਨਾਨਕ ਦੇਵ ਜੀ ਦਾ ਸ਼ੁਰੂ ਕੀਤਾ ਗਿਆ ਹੈ। ਤੇ ਉਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਸੀਗੀ, ਇਹ ਜੋ ਇਸ ਵੇਲੇ ਕਰੋਨਾ ਆਇਆ, ਉਹ ਆਟੋਮੈਟਿਕਲੀ ਜਿਹੜੇ ਸੇਵਾਦਾਰ ਆਲਰੇਡੀ ਜੁੜੇ ਹੋਏ ਸਨ, ਆਲਰੇਡੀ ਉਹ ਕਾਨਸੈਪਟ ਆਲਰੇਡੀ ਰੈਡੀ ਸੀਗਾ, ਉਹ ਅੱਡ ਅੱਡ ਕੋਈ ਬਾਹਲੀ ਪਲੈਨਿੰਗ ਨਹੀਂ ਕਰਨੀ ਪਈ ਤੇ ਆਪਾਂ ਉਹਨੂੰ ਨਾਲ ਦੀ ਨਾਲ ਹੀ ਲਾਗੂ ਕਰ ਦਿੱਤਾ। ਸੋ ਇਹ ਮੇਰੇ ਖਿਆਲ ਜਦੋਂ ਦੀ ਸਿਕਸ ਫॉर ਹਿਊਮੈਨਿਟੀ ਸ਼ੁਰੂ ਕੀਤੀ ਹੈ ਉਸ ਤੋਂ ਮੇਨ ਇਹ ਇਸ ਵੇਲੇ ਗੱਲ ਹੈ ਕਿ ਆਪਾਂ ਨੂੰ ਕੋਈ ਮੀਟਿੰਗਾਂ ਕਰਨ ਦੀ ਯਾਰ ਦੀ ਲੋੜ ਨਹੀਂ ਪਈ। ਸਾਰੇ ਸੇਵਾਦਾਰ ਆਪਣੇ ਆਪਣੇ ਥਾਵਾਂ ਤੇ ਜਿਹੜੀਆਂ ਵੀ ਉਹਨਾਂ ਨੂੰ ਸੇਵਾ ਦੱਸਦੀਆਂ ਸੀ ਉਹਨਾਂ ਦੇ ਇਲਾਕੇ ਦੇ ਵਿੱਚ ਉਹ ਸ਼ੁਰੂ ਕਰਤੀਆਂ ਉਹਨਾਂ ਰਾਈਟ ਹੋ ਗਈ। ਤੇ ਕੋਈ ਵੱਡੀ ਪਲਾਨਿੰਗ ਕਰਨ ਦੀ ਨਹੀਂ ਲੋੜ ਪਈ। ਤੇ ਨਹੀਂ ਤਾਂ ਕਈ ਵਾਰੀ ਹੁੰਦਾ ਵੀ ਆਪਾਂ ਜੇ ਸੇਵਾ ਕਰਨੀ ਕਿੱਦਾਂ ਕਰੀਏ, ਕੀ ਲੈ ਕੇ ਜਾਈਏ, ਕੀ ਕਰੀਏ। ਸੋ ਆਲਰੇਡੀ ਉਹ ਜਿਹੜਾ ਕਾਨਸੈਪਟ ਸੀਗਾ, ਜਦੋਂ ਆਪਾਂ ਅਮਰੀਕਨ ਕਮਿਊਨਿਟੀ ਦੇ ਵਿੱਚ ਜਾਣਾ, ਆਪਾਂ ਕਿੱਦਾਂ ਦੀ ਚੀਜ਼ ਲਿਜਾ ਸਕਦੇ ਹਾਂ, ਕਿਸ ਤਰ੍ਹਾਂ ਲੈ ਕੇ ਜਾਣੀ ਹੈ, ਉਹ ਸਾਰੀ ਆਲਰੇਡੀ ਐਜੂਕੇਸ਼ਨ ਸਾਰਿਆਂ ਨੂੰ ਸੀਗੀ। ਤੇ ਉਹ ਕੰਮ ਇਸ ਵੇਲੇ ਕਾਫੀ ਸੌਖਾ ਹੋ ਗਿਆ ਸੀਗਾ। ਸੋ ਜਿਹੜੇ ਹੋਮਲੈਸ ਵਾਲੇ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਸਾਰਿਆਂ ਨੂੰ ਜ਼ਿਆਦਾ ਲੋੜ ਇਸ ਵੇਲੇ ਉਹਨਾਂ ਨੂੰ ਪੈ ਰਹੀ ਆ, ਉਹ ਕਾਨਸੈਪਟ ਅਸੀਂ ਕਈ ਸਾਲਾਂ ਦਾ ਹੀ ਸਾਨੂੰ ਦੇ ਗੁਰੂ ਘਰ ਵੱਲੋਂ ਵੀ ਚੱਲ ਰਿਹਾ। ਕੰਬਲ ਵੰਡ ਕੇ ਆਉਣੇ, ਸਾਨੂੰ ਆਲਮੋਸਟ ਪਤਾ ਵੀ ਸੈਨੋ ਦੇ ਸ਼ਹਿਰ ਦੇ ਵਿੱਚ ਕਿੱਥੇ ਕਿੱਥੇ ਹੋਮਲੈਸ ਰਹਿੰਦੇ ਹਨ, ਪਰ ਉਹਨਾਂ ਨੂੰ ਐਤਕੀ ਹੁਣ ਕਰੋਨਾ ਦੇ ਕਰਕੇ ਕਾਲਰ ਜੁੜੇ ਨੇ, ਆਪਾਂ ਇੱਕ ਮਿੰਟ ਉਹਨਾਂ ਦੀ ਗੱਲ ਵੀ ਸੁਣ ਲਈਏ, ਉਹ ਵੀ ਕੁਝ ਕਹਿਣਾ ਚਾਹੁੰਦੇ ਨੇ। ਹਾਂਜੀ ਵੀਰ ਜੀ, ਕੀ ਨਾਮ ਹੈ ਤੇ ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਜੀ? ਜੈਦੀਪ ਸਿੰਘ ਜੀ, ਤੇ ਮੈਂ ਬੋਲ ਰਿਹਾ ਜੀ ਐਡਮਿੰਟਨ ਤੋਂ। ਹਾਂਜੀ ਜੈਦੀਪ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਜੀ ਕਿ ਹੁਣ ਜਿੱਦਾਂ ਤੁਸੀਂ ਸੇਵਾ ਕਰ ਰਹੇ ਹੋ, ਜਿੱਦਾਂ ਹੁਣ ਅਸੀਂ ਕਾਲਜ ਯੂਨੀਵਰਸਿਟੀਆਂ ਜਾਂਦੇ ਹਾਂ, ਤੇ ਸਾਡੇ ਲਈ ਵੀ ਕੋਈ ਸੇਵਾ ਹੈਗੀ ਕਰਨ ਲਈ, ਵਲੰਟੀਅਰ ਜਾਂ ਸੇਵਾ ਜਿਸ 'ਚ ਅਸੀਂ ਹੈਲਪ ਕਰ ਸਕੀਏ? ਮੈਂ ਤੁਹਾਡੀ ਆਵਾਜ਼ ਨੂੰ ਸੁਣਿਆ ਨਹੀਂ ਜੀ, ਦੁਬਾਰਾ ਬੋਲੋਗੇ ਆਪਣਾ? ਹਾਂਜੀ, ਹੁਣ ਜਿੱਦਾਂ ਤੁਸੀਂ ਉੱਥੇ ਸੇਵਾ ਕਰ ਰਹੇ ਹੋ ਲੰਗਰਾਂ ਦੀ, ਤੇ ਇੱਥੇ ਜਿੱਦਾਂ ਹੁਣ ਅਸੀਂ ਯੂਨੀਵਰਸਿਟੀ ਕਾਲਜ ਜਾਂਦੇ ਹਾਂ, ਸਕੂਲ ਜਾਂਦੇ ਹਾਂ, ਤੇ ਅਸੀਂ ਕੀ ਹੈਲਪ ਕਰ ਸਕਦੇ ਹਾਂ ਤੁਹਾਡੀ? ਬਿਲਕੁਲ ਭਾਜੀ ਜੋਤੀਮਾਨ ਜੀ, ਤੁਹਾਡੇ ਕੋਲ ਹੈਗੇ ਨੇ ਇਹ ਸਟੂਡੈਂਟ ਨੇ, ਇਹ ਜਿਹੜੇ ਯੂਨੀਵਰਸਿਟੀ ਕਾਲਜ ਦੇ ਵਿੱਚ ਜਾਂਦੇ ਨੇ, ਕਿਸ ਤਰੀਕੇ ਨਾਲ ਮਦਦ ਕਰ ਸਕਦੇ ਨੇ ਮਾਨਵਤਾ ਦੀ, ਜਾਂ ਜਿਹੜੇ ਇਸ ਵੇਲੇ ਲੋੜ ਹੈਗੀ ਹੈ, ਇਹਦੇ ਬਾਰੇ ਜ਼ਰੂਰ ਇਹਨਾਂ ਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰੋ ਜੀ।
ਹਾਂਜੀ ਵੀਰ ਜੀ, ਤੁਸੀਂ ਕੋਈ ਵੀ ਜਨਵਰੀ ਇਨਟੇਕ 'ਚ ਨਵਾਂ ਬੱਚਾ ਆਇਆ ਵਾ ਜਾਂ ਤੁਸੀਂ ਜਿਹਨੂੰ ਜਾਣਦੇ ਹੋ ਤੁਹਾਡੇ ਨਾਲ ਪੜ੍ਹਦਾ ਵਾ, ਉਹਦੇ ਕੋਲ ਰੈਂਟ ਲਈ ਪੈਸੇ ਹੈ ਨਹੀਂ, ਤੁਹਾਨੂੰ ਪਤਾ ਉਹ ਗਰੋਸਰੀ ਨਹੀਂ ਕਰ ਸਕਦਾ, ਤੁਹਾਡੇ ਆਲੇ ਦੁਆਲੇ ਆ, ਤੁਸੀਂ ਉਹਨੂੰ ਫੂਡ ਲੈ ਕੇ ਦੇ ਦਿਓ। ਜਦੋਂ ਤੁਸੀਂ ਉਹਨੂੰ ਫੂਡ ਲੈ ਕੇ ਦੇਤਾ, ਤੁਹਾਡੇ ਮਨ ਨੂੰ ਇੰਨਾ ਸਕੂਨ ਮਿਲੂਗਾ ਤੇ ਤੁਹਾਨੂੰ ਉਹ ਪਲ ਭੁੱਲਦਾ ਨਹੀਂ ਗਾ। ਇਹੀ ਤੁਸੀਂ ਅਸਲੀ ਮਦਦ ਕਰ ਸਕਦੇ ਹੋ। ਜੇ ਤੁਹਾਡੇ ਆਲੇ ਦੁਆਲੇ ਤੁਹਾਨੂੰ ਪਤਾ ਕੋਈ ਤੁਹਾਡੇ ਨਾਲ ਦਾ ਲੋੜਵੰਦ, ਉਹਦੀ ਬਾਂਹ ਫੜ ਲਓ। ਐਡੂੰ ਵੱਡੀ ਮਦਦ ਕੋਈ ਹੋ ਹੀ ਨਹੀਂ ਸਕਦੀ ਜੇ ਆਪਾਂ ਕਹੀਏ ਕਿਸੇ ਦੇ ਨਾਲ ਜਾ ਕੇ ਕਰਦੇ। ਤੁਸੀਂ ਆਪਦੇ ਬਿਹਾਫ ਦੇ ਉੱਤੇ ਹੀ ਆਪਦੇ ਕਾਲਜ, ਆਪਦੇ ਨੇਬਰ, ਆਪਦੇ ਨਾਲ ਬੱਸ ਦੇ ਵਿੱਚ ਤੁਸੀਂ ਮਦਦ ਕਰ ਸਕਦੇ ਹੋ ਆਪਦੇ ਜਾਣਕਾਰ ਦੀ। ਬਿਲਕੁਲ ਤੁਹਾਡੇ ਕੋਲ ਲੱਖਾਂ ਮੌਕੇ ਜਿਹੜੇ ਨੇ ਆਉਂਦੇ ਨੇ, ਤੁਹਾਡੇ ਆਲੇ ਦੁਆਲੇ ਬਹੁਤ ਸਾਰੇ ਤੁਹਾਡੀ ਜੋ ਚੀਜ਼ਾਂ ਹੁੰਦੀਆਂ ਨੇ। ਜੇ ਤੁਹਾਡੇ ਮਨ ਦੇ ਵਿੱਚ ਕਨਸੈਪਟ ਹੋਵੇ, ਜਿਸ ਤਰ੍ਹਾਂ ਅੱਜ ਸ਼ੋਅ ਵੇਖ ਕੇ ਇਹ ਵੀਰ ਹੁਣਾਂ ਨੇ ਫੋਨ ਕੀਤਾ ਹੈ, ਉਹ ਕੱਲ ਨੂੰ ਜਿਹੜਾ ਅੱਗੇ ਤੋਂ ਧਿਆਨ ਰੱਖਣਗੇ ਕਿ ਮੈਨੂੰ ਅਗਰ ਮੇਰੇ ਆਂਢ ਗੁਆਂਢ ਦੇ ਵਿੱਚ ਕੋਈ ਮਦਦ ਵਾਲਾ ਹੈਗਾ। ਇਹ ਨਹੀਂ ਕਹਿੰਦੇ ਕਿ ਮੈਂ ਯੂਨੀਵਰਸਿਟੀ ਦੇ ਵਿੱਚ ਰਹਿੰਦੇ ਹੋ ਜਾਂ ਤੁਸੀਂ ਕਾਲਜ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਆਪਣੇ ਸਟੂਡੈਂਟ ਭੈਣ ਭਰਾਵਾਂ ਦੀ ਹੀ ਮਦਦ ਕਰਨੀ ਹੈ। ਜੇ ਤੁਸੀਂ ਕਦੇ ਵੇਖਦੇ ਹੋ ਕੋਈ ਬਜ਼ੁਰਗ ਹੈਗਾ ਤੁਹਾਡਾ, ਜੇ ਤੁਸੀਂ ਉਹਨੂੰ ਲੋੜ ਵਾਲੇ ਸਟਰੀਟ ਵੀ ਪਾਰ ਕਰਤੀ, ਉਹ ਵੀ ਇੱਕ ਮਦਦ ਹੈ। ਅਸੀਂ ਸਮਝ ਸਕਦੇ ਹਾਂ ਜਿਹੜੇ ਸਟੂਡੈਂਟਸ ਨੇ ਉਹਨਾਂ ਕੋਲ ਇੰਨੇ ਜ਼ਿਆਦਾ ਫੰਡਸ ਨਹੀਂ ਹੁੰਦੇ ਕਿ ਉਹ ਆਪਣੇ ਵੱਲੋਂ ਜਿਹੜਾ ਬਹੁਤ ਜ਼ਿਆਦਾ ਕਿਸੇ ਦੀ ਜਿਹੜੀ ਮਾਲੀ ਸਹਾਇਤਾ ਕਰ ਸਕਣ, ਪਰ ਸਹਾਇਤਾ ਕਰਨ ਦੇ ਹੋਰ ਵੀ ਤਰੀਕੇ ਹੈਗੇ ਨੇ। ਜਿਸ ਤਰ੍ਹਾਂ ਇਹ ਵੀਰ ਜਿਹੜੇ ਨੇ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਜਿਹੜੇ ਨੇ ਉਹ ਵੱਖ-ਵੱਖ ਜਗ੍ਹਾ 'ਤੇ ਜਾ ਕੇ ਲੰਗਰ ਇਕੱਠਾ ਕਰਦੇ ਨੇ, ਸੁੱਕੀ ਰਸਤ ਜਿਹੜੀ ਹੈ ਉਹ ਇਕੱਠਾ ਕਰਦੇ ਨੇ। ਜੇ ਤੁਸੀਂ ਉਹਦੇ ਵਿੱਚ ਟਾਈਮ ਕੱਢ ਕੇ ਆ ਸਕਦੇ ਹੋ, ਇਹ ਆਪਣੇ ਆਪ 'ਚ ਸਭ ਤੋਂ ਵਧੀਆ ਸੇਵਾ ਹੈਗੀ ਹੈ। ਕਿਉਂਕਿ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਵੀ ਤੁਸੀਂ ਪਬਲਿਕ ਦੇ ਵਿੱਚ ਜਾ ਕੇ ਸੇਵਾ ਕਰੋਗੇ, ਉਹਦਾ ਫਲ ਜਿਹੜਾ ਉਹ ਜ਼ਰੂਰ ਮਿਲਦਾ। ਜ਼ਰੂਰੀ ਨਹੀਂ ਹੈ ਕਿ ਹਰ ਚੀਜ਼ ਜਿਹੜੀ ਹੈ ਉਹ ਪੈਸੇ ਦੇ ਨਾਲ ਹੀ ਆਪਾਂ ਜਿਹੜੀ ਉਹ ਸੇਵਾ ਕਰ ਸਕਦੇ ਹਾਂ। ਅੱਜ ਦੇ ਸ਼ੋਅ ਦੇ ਵਿੱਚ ਮੈਂ ਖਾਸ ਤੌਰ 'ਤੇ ਸਰਦਾਰ ਇੰਦਰਜੀਤ ਸਿੰਘ ਜਿਹੜੇ ਖਾਲਸਾ ਏਡ ਦੇ ਵਲੰਟੀਅਰਸ ਹੈਗੇ ਸਨ, ਸੇਵਾਦਾਰ ਸਨ, ਉਹਦੀ ਖਬਰ ਜਿਹੜੀ ਹੈ ਸਾਡੇ ਕੋਲ ਆਉਂਦੀ ਹੈ। ਪੰਜਾਬ ਦੇ ਵਿੱਚ ਉਹ ਜਦੋਂ ਸੇਵਾ ਕਰਕੇ ਵਾਪਸ ਆ ਰਹੇ ਸਨ ਤੇ ਉਹ ਰੋਡ ਐਕਸੀਡੈਂਟ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਜਾਂਦਾ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਜਿੱਥੇ ਅਸੀਂ ਇਹ ਸੇਵਾ ਕਰ ਰਹੇ ਹਾਂ, ਸਾਡੇ ਕੋਲ ਜਿਹੜਾ ਵਲੰਟੀਅਰ ਵੀਰ ਜਿਹੜਾ ਖਾਲਸਾ ਏਡ ਵਾਸਤੇ ਸਰਦਾਰ ਇੰਦਰਜੀਤ ਸਿੰਘ ਜਿਹੜਾ ਸੇਵਾ ਕਰ ਰਿਹਾ ਸੀ, ਅਸੀਂ ਉਹਨੂੰ ਵੀ ਸ਼ਰਧਾ ਦੇ ਫੁੱਲ ਜਿਹੜੇ ਉਹ ਭੇਟ ਕਰੀਏ। ਮੈਂ ਆਪਣੇ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਵੱਲੋਂ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਇੰਡੀਆ ਅਤੇ ਚੜ੍ਹਦੀ ਕਲਾ ਅਖਬਾਰ ਦੇ ਵੱਲੋਂ ਵੀ ਜਿਹੜੇ ਵੀ ਸਾਡੇ ਟੀਮ ਹੈਗੀ ਹੈ ਉਹਨਾਂ ਦੇ ਵੱਲੋਂ ਰਲ ਕੇ ਜਿਹੜਾ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਤੇ ਮੈਂ ਜ਼ਰੂਰ ਇੱਥੇ ਇਹ ਗੱਲ ਕਹਿਣਾ ਚਾਹੁੰਦਾ ਕਿ ਭਾਵੇਂ ਅਸੀਂ ਇਸ ਜੰਗ ਦੇ ਵਿੱਚ ਲੱਖ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਜਿਹੜੇ ਵੀਰ ਇਸ ਮੌਕੇ ਦੇ ਉੱਤੇ ਸੇਵਾ ਕਰਦੇ ਹੋਏ ਕੁਰਬਾਨ ਹੋ ਰਹੇ ਨੇ, ਉਹਨਾਂ ਨੂੰ ਅਸੀਂ ਰਹਿੰਦੀ ਜ਼ਿੰਦਗੀ ਤੱਕ ਕਦੇ ਵੀ ਜਿਹੜਾ ਉਹ ਭੁਲਾ ਨਹੀਂ ਸਕਾਂਗੇ। ਉਹਨਾਂ ਦੇ ਨਾਮ ਜਿਹੜੇ ਨੇ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੇ ਜਾਣਗੇ, ਕਿਉਂਕਿ ਇਹਨਾਂ ਵੀਰਾਂ ਨੇ ਜਦੋਂ ਔਖੀਆਂ ਘੜੀਆਂ ਸਨ, ਜਦੋਂ ਕਹਿ ਰਹੇ ਸਨ ਕਿ ਲੋਕ ਆਪਣੇ ਘਰਾਂ ਦੇ ਵਿੱਚ ਰਹਿਣਾ ਚਾਹੀਦਾ, ਇਹ ਆਪਣੇ ਘਰਾਂ ਤੋਂ ਬਾਹਰ ਜਾ ਕੇ ਆਪਣੀ ਜ਼ਿੰਦਗੀ ਨੂੰ ਰਿਸਕ ਦੇ ਵਿੱਚ ਪਾ ਕੇ ਲੋਕਾਈ ਦੀ ਸੇਵਾ ਕਰ ਰਹੇ ਸਨ। ਸੋ ਇਹਨਾਂ ਲੋਕਾਂ ਨੂੰ ਹਮੇਸ਼ਾ ਜਿਹੜਾ ਉਹ ਯਾਦ ਕੀਤਾ ਜਾਵੇਗਾ। ਤੇ ਅਸੀਂ ਸਮੇਂ-ਸਮੇਂ ਤੇ ਜਿਹੜਾ ਸਰਦਾਰ ਇੰਦਰਜੀਤ ਸਿੰਘ ਵਰਗੇ ਵੀਰ ਹੈਗੇ ਨੇ ਜਿਹੜੇ ਖਾਲਸਾ ਏਡ ਦੇ ਵਾਸਤੇ ਸੇਵਾ ਕਰਦੇ ਹੋਏ ਪੰਜਾਬ 'ਚ ਆਪਣੀ ਜਾਨ ਨੂੰ ਜਿਨ੍ਹਾਂ ਨੇ ਕੁਰਬਾਨ ਕੀਤਾ, ਅਸੀਂ ਹਮੇਸ਼ਾ ਜਿਹੜਾ ਉਹਨਾਂ ਨੂੰ ਯਾਦ ਰੱਖਾਂਗੇ। ਸੋ ਸਮਾਂ ਹੋ ਚੱਲਿਆ ਕਿ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਸਮਾਪਤ ਕਰੀਏ। ਮੈਂ ਜਿੰਨੇ ਵੀ ਸਾਡੇ ਨਾਲ ਇਸ ਵੇਲੇ ਕਾਲਰ ਜੁੜੇ ਹੋਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਖਾਸ ਤੌਰ 'ਤੇ ਅੱਜ ਸਾਡੇ ਨਾਲ ਟੀਮ ਦੇ ਵਿੱਚ ਸਰਦਾਰ ਬੈਣੀਪਾਲ ਜੀ ਜੁੜੇ ਹੋਏ ਨੇ, ਸਰਦਾਰ ਚੀਮਾ ਜੀ ਜੁੜੇ ਹੋਏ ਨੇ ਅਤੇ ਵੀਰ ਮਾਨ ਹੋਣੀ ਜਿਹੜੇ ਜੁੜੇ ਹੋਏ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ। ਮਾਨ ਸਾਹਿਬ, ਮੈਂ ਜਾਂਦੇ ਜਾਂਦੇ ਜ਼ਰੂਰ ਬੇਨਤੀ ਕਰਾਂਗਾ ਅਗਰ ਤੁਸੀਂ ਆਪਣਾ ਨੰਬਰ ਜਿਹੜਾ ਹੈ ਜ਼ਰੂਰ ਦੱਸ ਦਿਓ ਤਾਂ ਜੋ ਜਿਹੜੇ ਲੋਕ ਤੁਹਾਡੇ ਨਾਲ ਜੁੜਨਾ ਚਾਹਣ ਉਹ ਤੁਹਾਨੂੰ ਸੰਪਰਕ ਕਰ ਸਕਣ। ਹਾਂਜੀ ਮਨੀਸ਼ ਜੀ, ਪਹਿਲਾਂ ਜਿਹੜੇ ਵੀ ਫੇਸਬੁੱਕ ਪੇਜ ਦੇ ਉੱਤੇ ਪੰਜਾਬੀ ਫੂਡ SEVA ਸੇਵਾ ਲਿਖ ਕੇ ਲਾਈਕ ਕਰ ਸਕਦੇ। ਸਾਡਾ ਫੋਨ ਨੰਬਰ 416 666, ਬਾਬੇ ਨਾਨਕ ਦਾ ਚਲਾਇਆ ਲੰਗਰ 20 ਰੁਪਏ 0020 416 666 0020 ਤੇ ਤੁਸੀਂ ਇੱਕ ਕਾਲ ਕਰ ਲਿਓ। ਤੁਹਾਨੂੰ ਕੋਈ ਵੀ ਲੋੜਵੰਦ ਜਾਣਦਾ ਬਰੈਂਪਟਨ, ਟੋਰਾਂਟੋ ਦੇ ਵਿੱਚ ਤਾਂ ਉਹਨੂੰ ਫੂਡ ਪਹੁੰਚਾਇਆ ਜਾਊਗਾ। ਇੱਥੇ ਤੱਕ ਵੀ ਆਪਣੇ ਵਲੰਟੀਅਰ, ਜੇ ਕੋਈ ਵੀਰ ਟਰੱਕ ਚਲਾਉਂਦਾ ਵਾ, ਆਪਣੇ ਸਾਡੇ ਇੱਕ ਵੀਰ ਆ ਇੰਦਰਜੀਤ ਭੱਠਲ ਹਸਨਪੁਰ ਤੋਂ, ਉਹ ਮੌਂਟਰੀਅਲ ਤੇ ਪੀਟਰਬਰੋ ਦੀਆਂ ਡਿਲੀਵਰੀਆਂ ਵੀ ਕਰਦੇ ਸੀ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਤੇ ਫਿਰ ਇੱਕ ਵਾਰੀ ਨੰਬਰ 416 666 0020। ਬਹੁਤ ਪ੍ਰੋਗਰਾਮਾਂ ਤੇ ਮਨੀਸ਼ ਜੀ ਜਾਈਦਾ, ਪਰ ਤੁਹਾਡੇ ਨਾਲ ਪ੍ਰੋਗਰਾਮ ਕਰਕੇ ਸੱਚੀ ਦੱਸੀਏ ਮਨ ਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਵੀ ਤੁਸੀਂ ਇੰਨੇ ਵਧੀਆ ਤਰੀਕੇ ਨਾਲ ਸਾਨੂੰ ਤਿੰਨਾਂ ਵੀਰਾਂ ਨੂੰ ਮਦਦ ਕੀਤੀ। ਥੈਂਕ ਯੂ ਜੀ। ਬਹੁਤ ਬਹੁਤ ਚੀਮਾ ਸਾਹਿਬ, ਅਗਰ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹਵੇ, ਕੋਈ ਵਲੰਟੀਅਰ ਤੌਰ ਤੇ ਸੇਵਾ ਕਰਨਾ ਚਾਹਵੇ, ਤੁਸੀਂ ਵੀ ਪਲੀਜ਼ ਆਪਣੀ ਜਾਣਕਾਰੀ ਜਿਹੜੀ ਹੈ ਜ਼ਰੂਰ ਸਾਂਝੀ ਕਰ ਲਓ ਜੀ। ਹਾਂਜੀ, ਸਾਡੇ ਕੋਲ ਬਹੁਤੇ ਵਲੰਟੀਅਰ ਵਾਸਤੇ ਨਾਂ ਆਉਂਦੇ ਨੇ ਯੂਥ ਦੇ, ਤੋ ਜੋ ਵੀ ਵਲੰਟੀਅਰ ਕਰਨਾ ਚਾਹੁੰਦਾ, ਗੁਰਦੁਆਰਾ ਸਾਹਿਬ ਦਾ ਨੰਬਰ ਹੈਗਾ ਜੀ 403 590 0970 403 590 0970 ਤੇ ਨੰਬਰ ਤੇ ਆਪਣਾ ਨਾਮ ਲਿਖਾ ਸਕਦਾ ਵਲੰਟੀਅਰ ਕਰਨ ਵਾਸਤੇ। ਤੇ ਇਹੀ ਨੰਬਰ ਹੈਗਾ ਸਾਡਾ ਗੁਰਦੁਆਰਾ ਸਾਹਿਬ ਵਿਖੇ ਆ ਕੇ ਵੀ ਤੁਸੀਂ ਸੇਵਾ ਕਰ ਸਕਦੇ ਹੋ, ਵਲੰਟੀਅਰ ਕਰ ਸਕਦੇ ਹੋ।
ਤੇ ਇਸ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਜਿਹਨੂੰ ਲੋੜ ਵੀ ਹੈਗੀ ਉਹ ਵੀ ਉੱਥੇ ਜਾ ਕੇ ਜਿਹੜਾ ਉਹ ਜ਼ਰੂਰ ਆਪਣੀ ਮਦਦ ਜਿਹੜੀ ਉਹ ਹਾਸਲ ਕਰ ਸਕਦਾ ਹੈ। ਬਿਲਕੁਲ ਜੀ ਸਰਦਾਰ ਸੁਖਦੇਵ ਬਿਲਕੁਲ, ਸਿੰਘ ਜਿਨ੍ਹਾਂ ਨੂੰ ਧਾਲੀਵਾਲ ਜੀ, ਲੋੜ ਮੈਂ ਆ। ਤੁਹਾਨੂੰ ਵੀ ਕਹਿਣਾ ਕਿ ਅਗਰ ਕੋਈ ਤੁਹਾਡੇ ਗਰੁੱਪ ਦੇ ਨਾਲ ਜੁੜਨਾ ਚਾਹੁੰਦਾ ਹੈ, ਕੋਈ ਸੇਵਾ ਕਰਨਾ ਚਾਹੁੰਦਾ ਜਾਂ ਕੋਈ ਲੋੜਵੰਦ ਹੈਗਾ, ਪਲੀਜ਼ ਉਹਨੂੰ ਵੀ ਜਿਹੜਾ ਤੁਸੀਂ ਆਪਣੀ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਦਿਓ ਤਾਂ ਜੋ ਹਰੇਕ ਨੂੰ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਸਹਾਰਾ ਦਿੱਤਾ ਜਾ ਸਕੇ। ਜੀ ਆਪਣੇ ਸਾਡੇ ਲੋਕਲ ਏਰੀਏ ਸੈਨੋਜ਼ੇ ਗੁਰੂ ਘਰ ਵੱਲੋਂ ਹਾਟਲਾਈਨ ਸ਼ੁਰੂ ਕੀਤੀ ਗਈ ਹੈ ਜੀ। ਨੰਬਰ ਹੈਗਾ ਉਹਦਾ 408 274 9373 4082749373 ਤੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ, ਗੁਰੂ ਘਰ ਵੱਲੋਂ ਕੋਈ ਸੁੱਕਾ ਰਾਸਤ ਵੀ ਜਾ ਕੇ ਰੱਖੀ ਗਈ ਹੈ, ਹੋਰ ਕਿਸੇ ਅਨਐਮਪਲੋਇਮੈਂਟ ਭਰਨ ਦੀ ਤੁਹਾਨੂੰ ਲੋੜ ਪਵੇ ਕਿਉਂਕਿ ਕਾਫੀ ਪਰਿਵਾਰਾਂ ਦੀਆਂ ਜਾਬਾਂ ਛੁੱਟ ਗਈਆਂ ਨੇ ਇਸ ਵੇਲੇ, ਉਸ ਦੇ ਵਾਸਤੇ ਵੀ ਵਾਲੰਟੀਅਰ ਸਾਡੇ ਕੋਲ ਹੈਗੇ ਜਿਹੜੇ ਤੁਹਾਡੀ ਹੈਲਪ ਕਰਨਗੇ ਅਨਐਮਪਲੋਇਮੈਂਟ ਭਰਨ ਦੀ। ਤੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਕੋਈ ਵੀ ਤੁਹਾਡੀ ਜ਼ਰੂਰਤ ਹੈ ਤੁਸੀਂ ਉਹਨੂੰ, ਜਾਂ ਤੁਸੀਂ ਵਾਲੰਟੀਅਰ ਕਰਨਾ ਚਾਹੁੰਦੇ ਇਸ ਨੰਬਰ ਤੇ ਤੁਸੀਂ 408 274 9373 ਤੇ ਸੈਨੋਜ਼ੇ ਗੁਰੂ ਘਰ ਦੀ ਹਾਟਲਾਈਨ ਤੇ ਕਾਲ ਕਰੋ ਜੀ। ਇੰਨਾ ਕਹਿੰਦਾ ਧੰਨਵਾਦੀ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਬੂਟਾ ਸਿੰਘ ਖਰੋਦ ਜੀ ਨਿਊ ਜਰਸੀ ਤੋਂ ਖਾਸ ਤੌਰ ਤੇ ਸਾਡੇ ਦੋਸਤ ਹੈਗੇ ਨੇ, ਇਹ ਵੀ ਪ੍ਰੋਗਰਾਮ ਨੂੰ ਵੇਖ ਰਹੇ ਨੇ, ਬਹੁਤ ਬਹੁਤ ਧੰਨਵਾਦ। ਖਰੋਦ ਸਾਹਿਬ, ਅਗਰ ਤੁਸੀਂ ਵੀ ਕੋਈ ਸੇਵਾ ਕਰ ਰਹੇ ਹੋ, ਕਿਸੇ ਤਰੀਕੇ ਦਾ ਤੁਹਾਡੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਤੇ ਜਰੂਰ ਸਾਡੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰੋ। ਅਸੀਂ ਵੀ ਜਿਹੜਾ ਕੋਸ਼ਿਸ਼ ਕਰਾਂਗੇ ਤੁਹਾਡੇ ਵੱਲੋਂ ਉਪਰਾਲੇ ਜਿਹੜੇ ਕੀਤੇ ਜਾ ਰਹੇ ਨੇ ਉਹਨਾਂ ਉਪਰਾਲਿਆਂ ਨੂੰ ਜਿਹੜਾ ਅੱਗੇ ਲੈ ਕੇ ਆ ਸਕੀਏ। ਸਰਦਾਰ ਦਵਿੰਦਰ ਬੋਪਾਰਾਏ ਜੀ ਜਿਹੜੇ ਨੇ ਉਹ ਵੀ ਜੁੜੇ ਹੋਏ ਨੇ। ਬੋਪਾਰਾਏ ਸਾਹਿਬ ਵੀ ਸਾਡੇ ਸ਼ੋਅ ਦੇ ਵਿੱਚ ਲਗਾਤਾਰ ਆ ਰਹੇ ਨੇ। ਅਸੀਂ ਹਰ ਇੱਕ ਕੋਸ਼ਿਸ਼ ਕਰ ਰਹੇ ਹਾਂ ਉਸ ਸ਼ਬਦ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ, ਪਬਲਿਕ ਦੇ ਨਾਲ ਸਾਂਝਾ ਕੀਤਾ ਜਾਵੇ, ਸਾਡੇ ਸਰੋਤਿਆਂ ਨਾਲ ਸਾਂਝਾ ਕੀਤਾ ਜਾਵੇ ਜਿਹੜਾ ਇਸ ਵੇਲੇ ਮਾਨਵਤਾ ਦੀ ਸੇਵਾ ਕਰ ਰਿਹਾ ਹੈ। ਸੋ ਅਗਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ, ਕਿਸੇ ਤਰੀਕੇ ਨਾਲ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਉਹਦੀ ਜਾਣਕਾਰੀ ਜਿਹੜੀ ਹੈ ਸਾਡੇ ਨਾਲ ਸਾਂਝੀ ਕਰੋ। ਉਹਦੇ ਲਈ ਤੁਸੀਂ ਈਮੇਲ ਕਰ ਸਕਦੇ ਹੋ mbyala@cktimetv.com ਅਤੇ info@cktimetv.com। ਨਾਲ ਹੀ ਸਾਡੀ ਟੀਵੀ ਸਕਰੀਨ ਦੇ ਉੱਤੇ ਜਿਹੜੇ ਨੰਬਰਸ ਆ ਰਹੇ ਨੇ ਉਹਨਾਂ ਦੇ ਉੱਤੇ ਵੀ ਤੁਸੀਂ ਕਾਲ ਕਰਕੇ ਅਗਰ ਕੋਈ ਜਾਣਕਾਰੀ ਚਾਹੀਦੀ ਹੈ ਉਸ ਲਈ ਵੀ ਸੰਪਰਕ ਕਰ ਸਕਦੇ ਹੋ। ਅਗਰ ਤੁਹਾਨੂੰ ਕੋਈ ਮਦਦ ਚਾਹੀਦੀ ਹੈ ਤਾਂ ਉਸ ਲਈ ਵੀ ਤੁਸੀਂ ਕਾਲ ਕਰ ਸਕਦੇ ਹੋ। ਅਸੀਂ ਹਰ ਇੱਕ ਸੰਭਵ ਕੋਸ਼ਿਸ਼ ਕਰਾਂਗੇ ਤੁਹਾਡਾ ਸਾਥ ਦਿੱਤਾ ਜਾਵੇ ਤੇ ਇਸ ਔਖੀ ਘੜੀ ਦੇ ਵਿੱਚ ਤੁਹਾਡੇ ਨਾਲ ਖੜਿਆ ਜਾ ਸਕੇ। ਸੋ ਇੱਥੇ ਹੀ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀਓ।